हाँ जी बब्बे किदा हाल चाल जी? ठीक ठाक हो सारे? आवाजा बूजा किदा कैम आ जी? वाहे खालसा वाहेगुरू जी की फतेह बाबा जी। आनंद मंगल बाबा जी, सब कुछ चढ़दी कला। बस शिफ्ट खत्म हो गई है बाबे, बस हुण ते लोड हुक करना ही, लोड मिलिया नहीं। सवेरे वेखदे हुण की बनदा। ट्रक अपने होर भी लगे आ इत्थे, 2-3 कंपनी दे। मैं किहा इन्हां दे लागे ला के सड़क ते पैना वा अज। सड़क ते हुण सौंदे आ रमान दे नाल, ते नाले तुहाडे नाल कुछ गल्लां बातां कर लईਆਂ। ਤੇ ਪਹਿਲਾਂ ਆਪਾਂ ਇਦਾਂ ਕਰਦੇ ਆਂ ਵੀ ਆਵਾਜ਼ ਆਉਂਦੀ ਹੈ ਸਾਰੇ ਵੀਰ ਮੇਰੇ? ਆਵਾਜ਼ ਦੱਸਿਓ, ਆਵਾਜ਼ ਕਿਦਾਂ ਸਹੀ ਆਉਂਦੀ ਹੈ? ਆਵਾਜ਼ ਦਾ ਵੀਰ ਮੇਰੇ ਦੱਸ ਦਿਓ ਕੋਈ ਬੰਦਾ। ਬਾਬੇ ਜਸਦੀਪ ਸਿੰਘ ਯਾਰ, ਉਹ ਹੁਣ ਮੈਂ ਆ ਗਿਆ ਅੱਧਾ ਕੁ ਘੰਟਾ ਪਹਿਲਾਂ, ਉੱਥੇ ਟਾਈਮ ਨਹੀਂ ਲੱਗਾ ਜ਼ਿਆਦਾ, ਜਿੱਥੇ ਕਿ ਜੇ ਆਪਾਂ ਲਾਉਨੇ ਹੁੰਦੇ ਲੋਡ, ਤੇ ਅੱਧਾ ਘੰਟਾ ਮੈਂ ਕਿਹਾ ਪਹਿਲਾਂ ਹੀ ਹੋ ਜਾਂਦੇ ਆ ਲਾਈਵ। ਹਾਂਜੀ ਚੱਚਾ ਚਪੇੜਾਂ ਵਾਲਾ ਜੀ, ਆਵਾਜ਼ ਬਾਬੇ ਕਿੱਦਾਂ? ਠੀਕ ਠਾਕ ਆ ਜੀ? ਫਿਰ ਆਪਾਂ ਕਰੀਏ ਸ਼ੁਰੂ ਗੱਲਬਾਤ। ਭਾਊ ਕੁਆਤਰੇ ਨੂੰ ਫੋਨ ਲਾ ਲਈਏ ਨਾਲੇ। ਓਕੇ ਓਕੇ ਜੀ। ਭਾਊ ਕੁਆਤਰੇ ਦਾ ਫੋਨ ਆਪਾਂ ਨੂੰ ਆਇਆ ਹੀ ਅੱਜ ਥੋੜਾ ਚਿਰ, ਤੇ ਮੈਂ ਉਹਨੂੰ ਇੰਨੀ ਗੱਲ ਕਹਿਤੀ ਬਾਈ ਸਾਨੂੰ। ਹੈਲੋ ਹਾਂਜੀ ਕੁਆਤਰਾ ਸਾਹਿਬ, ਕਿੱਦਾਂ ਹਾਲ ਚਾਲ ਜੀ? ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ? ਠੀਕ ਠਾਕ ਜੀ, ਵਧੀਆ ਚੜ੍ਹਦੀ ਕਲਾ ਜੀ। ਸ਼ੁਕਰ ਪਰਮਾਤਮਾ ਦਾ ਜੀ, ਸ਼ੁਕਰ ਬਾਬਾ ਜੀ। ਹਾਂਜੀ ਬਾਬਾ ਜੀ, ਮੈਂ ਤੁਹਾਡਾ ਅੱਜ ਇੱਕ ਲਾਈਵ ਵੇਖਿਆ ਸੀ। ਹਾਂਜੀ ਬਾਈ ਜੀ। ਤੇ ਬਾਈ ਜੀ ਲਾਈਵ ਦੇ ਵਿੱਚ ਤੁਸੀਂ ਮੈਨੂੰ ਕੋਈ ਸੰਬੋਧਨ ਕਰਕੇ ਕੋਈ ਗੱਲਬਾਤ ਕੀਤੀ, ਪਰ ਮੈਂ ਤੇ ਬਾਬਾ ਜੀ ਤੁਹਾਨੂੰ, ਚਲੋ ਪਹਿਲਾਂ ਆਪਾਂ ਇਹਦਾ ਥੋੜਾ ਜਿਹਾ ਹਲਕੇ ਫੁਲਕੇ ਤੋਂ ਸ਼ੁਰੂ ਕਰੀਏ, ਕੋਈ ਮਜ਼ਾਕੀਆ ਗੱਲ ਤੋਂ। ਨਹੀਂ, ਆਪਾਂ ਸਾਰੀ ਗੱਲ ਹੀ ਇੱਥੇ ਰੱਖਣੀ ਹੈ ਜੀ। ਆਪਾਂ ਹਲਕੇ ਫੁਲਕੇ ਤੋਂ ਸ਼ੁਰੂ ਹੋ ਕੇ ਜਾਣਾ ਹੀ ਨਹੀਂ ਤਿੱਖੀ। ਤੇ ਆਪਾਂ ਵੇਖੋ ਹਲਕੇ ਫੁਲਕੇ ਚੱਲੀਏ ਵੀ। ਆਪਾਂ ਤਾਂ ਜਿੱਦਣ ਆਪ ਦੀ ਸਰਕਾਰ ਬਣੀ ਸੀ ਤੇ ਉਦਣ ਤੁਸੀਂ ਇੰਨੀ ਕੁ ਗੱਲ ਕੀਤੀ ਸੀ ਵੀ ਹੁਣ ਆਪਾਂ ਨੂੰ NGO ਦੀ ਲੋੜ ਨਹੀਂ ਪੈਣੀ। ਬਿਲਕੁਲ ਬਾਬਾ ਜੀ, ਬਿਲਕੁਲ। ਤੇ ਫਿਰ ਹੁਣ ਆਪਾਂ NGO ਦਾ ਨਾਂ ਕਿਉਂ ਬਦਲ ਦਿੱਤਾ ਵਾ? ਮੈਂ ਚਾਚਾ ਜੀ ਇੱਕ ਗੱਲ ਕਰਨ ਤੋਂ ਪਹਿਲਾਂ ਗੱਲ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ। ਜਦੋਂ ਤੁਸੀਂ ਬੋਲੋਗੇ ਮੈਂ ਨਹੀਂ ਵਿੱਚ ਬੋਲੂਗਾ, ਜਦੋਂ ਮੈਂ ਬੋਲੂਗਾ ਤੁਸੀਂ ਨਹੀਂ ਬੋਲੋਗੇ। ਹਾਂਜੀ। ਜਦੋਂ ਆਪ ਦੀ ਸਰਕਾਰ ਬਣੀ ਪਹਿਲੇ ਦਿਨ ਤਾਂ ਮੈਨੂੰ ਖੁਸ਼ੀ ਹੋਈ, ਮੇਰੇ ਕੋਲ ਥੋੜੇ ਜਿਹੇ ਪੇਸ਼ੈਂਟ ਘੱਟ ਆਣੇ ਸ਼ੁਰੂ ਹੋ ਗਏ। ਹਾਂਜੀ। ਤਾਂ ਮੈਨੂੰ ਲੱਗਣਾ ਸ਼ੁਰੂ ਹੋ ਗਿਆ ਸੀਗਾ ਕਿ ਜਦੋਂ ਪਹਿਲੇ 2 ਦਿਨ ਸਰਕਾਰ ਬਣੀ, ਜਦੋਂ ਇਹਨਾਂ ਨੇ ਸੌਂਹਾਂ ਨਹੀਂ ਚੱਕੀਆਂ, ਉਦੋਂ ਸਿਵਲ ਦੇ ਵਿੱਚ ਪੂਰਾ ਡਰ ਸਰਕਾਰੀ ਹਸਪਤਾਲਾਂ 'ਚ ਸ਼ੁਰੂ ਹੋ ਗਿਆ ਸੀ। ਹਾਂਜੀ। ਮੈਂ ਇੱਕ ਗੱਲ ਪਹਿਲਾਂ ਤੁਹਾਨੂੰ ਕਲੀਅਰ ਕਰਦਾ, ਨਾਮ ਬਦਲਣਾ ਤੇ ਉਹ ਵੀਡੀਓ ਜਿਹੜੀ ਮੈਂ ਪਾਈ ਸੀ ਕੁਰਸੀਆਂ ਇਕੱਠੀਆਂ ਦੀ, ਦੋਨੋਂ ਅਲੱਗ-ਅਲੱਗ ਚੀਜ਼ਾਂ, ਅਲੱਗ-ਅਲੱਗ ਹੀ ਦੱਸੂਗਾ। ਹਾਂਜੀ। ਪਹਿਲਾਂ ਕੁਰਸੀਆਂ ਇਕੱਠੀਆਂ ਵਾਲੀ ਗੱਲ ਇਹ ਸੀਗੀ ਕਿ ਮੈਨੂੰ ਖੁਸ਼ੀ ਹੋਈ ਸੀਗੀ ਕਿ ਵੀ ਹੁਣ ਸਰਕਾਰੀ 'ਚ ਕੰਮ ਹੋਣਾ ਸ਼ੁਰੂ ਹੋ ਜਾਏਗਾ। ਜਿਵੇਂ ਸਤੀਸ਼ ਜੀ ਤੁਹਾਡੇ ਨਾਲ ਜੁੜੇ ਨੇ ਨਾ, ਉਹ ਮੇਰੇ ਨਾਲ ਵੀ ਜੁੜੇ ਨੇ ਪਿਛਲੇ 4 ਸਾਲਾਂ ਤੋਂ, 5 ਸਾਲਾਂ ਤੋਂ। ਹਾਂਜੀ। ਤਾਂ ਉਹਨਾਂ ਨੇ ਮੈਨੂੰ ਹਮੇਸ਼ਾ ਕਿਹਾ ਕਿ ਬੇਟਾ ਮਰੀਜ਼ਾਂ ਨੂੰ PGI ਤੋਂ ਇਲਾਵਾ, ਸਰਕਾਰੀ ਤੋਂ ਇਲਾਵਾ ਤੂੰ ਕਿਤੋਂ ਇਲਾਜ ਨਹੀਂ ਕਰਾਉਣਾ। ਹਾਂਜੀ। ਹਾਲਾਂਕਿ ਉਹਨਾਂ ਦੇ ਖੁਦ ਦੇ 2-4 ਮਰੀਜ਼ਾਂ ਨੂੰ ਪ੍ਰਾਈਵੇਟ ਦਵਾਈਆਂ ਅਸੀਂ ਲੈ ਕੇ ਦਿੱਤੀਆਂ, ਔਰ ਉਹਨਾਂ ਨੂੰ ਮੈਂ ਰਿਕਾਰਡਿੰਗ ਵੀ ਪਾਈ। ਮੈਂ ਕਿਹਾ ਸਤੀਸ਼ ਜੀ ਤੁਸੀਂ ਰੋਜ਼ ਸਵੇਰੇ ਸ਼ਾਮ PGI ਪ੍ਰਮੋਟ ਕਰਦੇ ਹੋ। ਉਹਦੇ ਤੋਂ ਏਦਾਂ ਲੱਗਣ ਲੱਗ ਗਿਆ ਸੀਗਾ ਕਿ ਜਿਵੇਂ ਅਸੀਂ ਪ੍ਰਾਈਵੇਟ ਪ੍ਰਮੋਟ ਕਰਦੇ ਆ ਤੇ ਸਤੀਸ਼ ਜੀ ਸਰਕਾਰੀ ਪ੍ਰਮੋਟ ਕਰਦੇ ਆ। ਹਾਂਜੀ। ਫਿਰ ਸਤੀਸ਼ ਜੀ ਨੂੰ ਮੈਂ ਕਿਹਾ ਤੁਸੀਂ ਕਲੀਅਰ ਕਰੋ ਕਿ ਭਾਈ ਕੁਝ ਲੋਕਾਂ ਦੇ ਇਲਾਜ ਸਰਕਾਰੀ 'ਚ ਨਹੀਂ ਹੁੰਦੇ, ਦਵਾਈਆਂ ਨਹੀਂ ਮਿਲਦੀਆਂ, ਤਾਂ ਜਿਹਦੇ ਕਰਕੇ ਉਹਨਾਂ ਨੂੰ ਪ੍ਰਾਈਵੇਟ 'ਚੋਂ ਦਵਾਈ ਲੈਣੀ ਪੈਂਦੀ ਹੈ। ਹਾਂਜੀ। ਫਿਰ ਉਹਨਾਂ ਨੇ ਪੋਸਟ ਪਾਈ ਕਿ ਬਾਈ ਜੀ ਏਦਾਂ ਮੇਰੇ ਤੋਂ 100% ਟ੍ਰੀਟਮੈਂਟ ਲੋਕਾਂ ਦੇ ਸਰਕਾਰੀ 'ਚ ਫ੍ਰੀ ਨਹੀਂ ਹੁੰਦੇ। ਹਾਂਜੀ। ਤੇ ਉੱਥੋਂ ਮੈਂ ਉਹਨਾਂ ਦੀ ਕਲੀਅਰ ਕਰਾ ਕੇ ਪੋਸਟ ਪਾਈ ਕਿ ਸਾਰੇ ਮਰੀਜ਼ਾਂ ਦਾ ਹੱਲ ਸਰਕਾਰੀ ਦੇ ਵਿੱਚ ਨਹੀਂ ਹੋ ਸਕਦਾ। ਠੀਕ ਹੈ ਜੀ। ਤੇ ਕੁਰਸੀਆਂ ਇਕੱਠੇ ਕਰਨ ਦਾ ਮਤਲਬ ਇਹ ਸੀਗਾ, NGO ਬੰਦ ਕਰਨ ਦਾ ਮਤਲਬ ਇਹ ਸੀਗਾ ਕਿ ਜਿਹੜੀ ਹੁਣ ਨਵੀਂ ਸਰਕਾਰ ਆਈ ਹੈ, ਜੋਸ਼ 'ਚ ਕੰਮ ਵਧੀਆ ਕਰੇਗੀ। ਤੇ ਜਿਹੜੇ ਆਪਰੇਸ਼ਨ, ਜਿੱਦਾਂ ਹੁਣ ਲੁਧਿਆਣੇ ਮਰੀਜ਼ ਆਂਦਾ ਬਾਈ ਜੀ, ਕੋਈ ਮਤਲਬ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਮਰੀਜ਼ ਆਂਦਾ ਨਾ, ਹਾਂਜੀ, 90% ਮਰੀਜ਼ ਰੈਫਰ ਕਰ ਦਿੱਤੇ ਜਾਂਦੇ ਆ ਪਟਿਆਲੇ ਜਾਂ PGI ਹਾਂਜੀ, ਜਾਂ ਫਰੀਦਕੋਟ, ਹਾਂਜੀ, ਜਾਂ ਹੋਰ ਜਿਹੜੇ ਸਰਕਾਰੀ ਇੰਸਟੀਚਿਊਟ ਹੈਗੇ ਆ। ਹਾਂਜੀ। ਪਰ ਜਦੋਂ ਸਰਕਾਰ ਬਣੀ 1-2 ਦਿਨ 'ਚ ਮੈਨੂੰ ਲੱਗਣਾ ਸ਼ੁਰੂ ਹੋ ਗਿਆ ਸੀਗਾ, ਕਿਉਂਕਿ ਜਿਹੜੇ ਸਾਡੇ ਸਿਵਲ ਦੇ MLA ਸਾਹਿਬ MLA ਬਣੇ ਨੇ, ਉਹਨਾਂ ਦੇ ਬੇਟੇ ਮੇਰੇ ਬੈਸਟ ਫਰੈਂਡ ਨੇ। ਹਾਂਜੀ। ਮੈਂ ਪਹਿਲੇ ਦਿਨ ਉਹਨਾਂ ਕੋਲ ਗਿਆ ਜਦੋਂ ਸਰਕਾਰ ਬਣੀ ਸਿਵਲ ਦੇ ਵਿੱਚ, ਉੱਥੇ ਦੇ SMO ਨੂੰ ਮਿਲਿਆ। ਹਾਂਜੀ। ਔਰ ਇੱਕ ਗੱਲ ਕਹੀ, ਮੈਂ ਕਿਹਾ ਜੀ ਜੇ ਅਨਮੋਲ ਕੁਆਤਰਾ ਰੋਜ਼ ਦੀ 1 ਲੱਖ ਰੁਪਏ ਡੋਨੇਸ਼ਨ ਸ਼ਾਮ ਨੂੰ ਇਕੱਠੀ ਕਰਾ ਕੇ ਪ੍ਰਾਈਵੇਟਾਂ ਦੇ ਢਿੱਡ ਭਰ ਸਕਦਾ ਹੈ, ਉਹਨਾਂ ਨੂੰ ਅਮੀਰ ਕਰ ਸਕਦਾ ਹੈ, ਤਾਂ ਸਿਵਲ ਨੂੰ ਮੈਨੂੰ ਕੀ ਬਿਮਾਰੀ ਹੈ ਵੈਸੇ ਦਿਨ 'ਚ? ਹਾਂਜੀ।
ਉੱਥੋਂ ਇਹ ਗੱਲ ਸ਼ੁਰੂ ਹੋਈ। ਫਿਰ ਅਸੀਂ ਉਹ ਚੀਜ਼ ਕੀਤੀ ਕਿ ਹੁਣ ਖੁਸ਼ੀ ਆ ਮੈਨੂੰ, ਸਰਕਾਰ ਬਦਲੀ ਹੈ ਤੇ ਸਾਡੇ ਤੇ ਬੋਝ ਘਟੇਗਾ, ਮਰੀਜ਼ ਜਿਹੜੇ ਉਹ ਹੁਣ ਘਟ ਜਾਣਗੇ ਕਿਉਂਕਿ ਸਰਕਾਰੀ ਚ ਸਾਰਿਆਂ ਦਾ ਇਲਾਜ ਹੋਣਾ ਸ਼ੁਰੂ ਹੋ ਜਾਏਗਾ। ਇੱਕ ਤਾਂ ਇਹ ਗੱਲ ਸੀ ਕੁਰਸੀਆਂ ਇਕੱਠੀਆਂ ਕਰਨ ਦਾ ਮਤਲਬ। ਹਾਂਜੀ ਠੀਕ ਹੈ ਜੀ। ਦੂਜੀ ਜਿਹੜੀ ਗੱਲ ਹੈ ਨਾਮ ਬਦਲਣ ਵਾਲੀ, ਜਦੋਂ ਮੈਂ ਐਨਜੀਓ ਸ਼ੁਰੂ ਕੀਤੀ ਸੀ ਚਾਚਾ ਜੀ, ਉਦੋਂ ਮੇਰੀ ਉਮਰ ਸੀ 18 ਸਾਲ। ਹਾਂਜੀ। ਮੈਂ ਐਨਜੀਓ ਦਾ ਨਾਮ ਰੱਖਿਆ ਸੀਗਾ ਵੀ ਡੂ ਨਾਟ ਅਸੈਪਟ ਮਨੀ ਔਰ ਥਿੰਗਸ। ਹਾਂਜੀ। ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਐਨਜੀਓ ਰਜਿਸਟਰਡ ਨਹੀਂ ਕਰਾਈ ਆਪਣੀ, ਕਿਉਂਕਿ ਰਜਿਸਟਰ ਕਰਾਉਣ ਲਈ ਅਕਾਊਂਟ ਨੰਬਰ ਚਾਹੀਦਾ ਸੀਗਾ, ਮੈਂਬਰ ਚਾਹੀਦੇ ਸੀਗੇ, ਤਾਂ ਮੈਨੂੰ ਸੀਗਾ ਅਕਾਊਂਟ ਨੰਬਰ ਮੈਂ ਖੋਲਣਾ ਨਹੀਂ। ਹਾਂਜੀ। ਤੇ ਮੈਂ ਰਜਿਸਟਰਡ ਕਰਾਣੀ ਨਹੀਂ। ਹਾਂਜੀ। ਉਸ ਤੋਂ ਬਾਅਦ ਜਦੋਂ ਲੰਮਾ ਸਮਾਂ ਪਿਆ ਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਕਿ ਇੱਕ ਮੁੰਡਾ ਅਨਮੋਲ ਕਵਾਤਰਾ ਇਹ ਐਨਜੀਓ ਚਲਾਉਂਦਾ। ਹਾਂਜੀ। ਤੇ ਗਰੀਬ ਬੰਦੇ ਨੂੰ, ਥੋੜਾ ਜਿਹਾ ਅਨਪੜ੍ਹ ਬੰਦੇ ਨੂੰ ਵੀ ਡੂ ਨਾਟ ਬੋਲਣਾ ਔਖਾ ਲੱਗਦਾ ਸੀ। ਹਾਂਜੀ। ਤਾਂ ਉਹਨਾਂ ਨੇ ਨਾਮ ਪਾਤਾ ਅਨਮੋਲ ਐਨਜੀਓ। ਠੀਕ ਹੈ ਜੀ। ਮੈਂ ਕਿਤੇ ਕਿਸੇ ਪੇਜ 'ਚ ਨਹੀਂ ਕਿਹਾ ਕਿ ਮੇਰੀ ਅਨਮੋਲ ਐਨਜੀਓ ਹੈਗੀ ਹੈ, ਮੈਂ ਅਨਮੋਲ ਕਵਾਤਰੇ ਦੇ ਨਾਮ ਤੋਂ ਐਨਜੀਓ ਖੋਲਣੀ ਆ, ਕਿਉਂਕਿ ਇਹਦੇ ਵਿੱਚ ਮੇਰੇ ਮਨ ਦੇ ਵਿੱਚ ਗੱਲ ਸੀਗੀ ਕਿ ਜੇ ਮੇਰੀ ਐਨਜੀਓ 'ਚ, ਸਾਡੀ ਐਨਜੀਓ 'ਚ ਹੋਰ ਮੁੰਡੇ ਵੀ ਕੰਮ ਕਰਦੇ ਨੇ, ਉਹਨਾਂ ਦੇ ਦਿਲ ਦੇ ਵਿੱਚ ਇਹ ਨਾ ਆਵੇ ਕਿ ਇਹ ਆਪਣਾ ਨਾਮ ਚਮਕਾਉਣ ਹੀ ਲੱਗਾ ਹੋਇਆ। ਹਾਂਜੀ। ਫਿਰ ਇੰਨੇ ਸਾਲ ਤੋਂ ਬਾਅਦ ਅਸੀਂ ਡਿਸੀਜਨ ਲਿੱਤਾ ਕਿ ਅਸੀਂ ਇੱਕ ਐਨਜੀਓ ਦਾ ਨਾਮ ਨਾ ਅਨਮੋਲ ਐਨਜੀਓ ਰੱਖਾਂਗੇ, ਵੀ ਡੂ ਨਾਟ ਦਾ ਛੋਟਾ ਵਰਜਨ, ਮਤਲਬ ਛੋਟਾ ਵਰਡ, ਕਿ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਜਿਵੇਂ ਬਾਕੀ ਐਨਜੀਓ ਦਾ ਨਾਮ ਹੈਗਾ। ਹਾਂਜੀ। ਫਿਰ ਅਸੀਂ ਏਕ ਜਰੀਆ ਨਾਮ ਜਿਹੜਾ ਉਹ ਰਜਿਸਟਰਡ ਕਰਾਇਆ, ਉਹਦਾ ਡੋਮੇਨ ਲਿੱਤਾ। ਹਾਂਜੀ। ਕਿ ਅਸੀਂ ਇੱਕ ਜਰੀਆ ਹੈਗਾ, ਅਸੀਂ ਇੱਕ ਜਰੀਆ ਬਣ ਕੇ ਲੋਕਾਂ ਦੀ ਸੇਵਾ ਕਰਿਆ ਕਰਾਂਗੇ, ਤੇ ਜਿਹੜਾ ਤਰੀਕਾ ਹੈਗਾ ਉਹ ਇਹੀ ਰਹੇਗਾ, ਪੈਸੇ ਨਹੀਂ ਫੜਨੇ। ਹਾਂਜੀ। ਨਹੀਂ ਹੁਣ ਕਿਤੇ ਨਾ ਕਿਤੇ ਅਨਮੋਲ ਬਾਈ ਫਿਰ ਤੈਨੂੰ ਲੱਗਣ ਲੱਗ ਪਿਆ ਨਾ ਵੀ ਜਿਹੜੀ ਆਪ ਪਾਰਟੀ ਆ ਉਹ ਵੀ ਨਹੀਂ ਕੋਈ ਗੱਲ, ਤੁਹਾਨੂੰ ਕੁਝ ਲੱਗਾ ਤੇ ਫੇਰ ਹੀ ਤੁਸੀਂ ਅੱਗੇ ਵਧੇ ਹੋ, ਨਹੀਂ ਤੇ ਤੁਸੀਂ ਤੇ ਸੋਚਿਆ ਸੀ ਵੀ ਹਾਂ ਵੀ ਸਾਨੂੰ ਸ਼ਾਇਦ। ਮੈਨੂੰ ਬਿਲਕੁਲ ਲੱਗਾ ਬਾਈ ਜੀ, ਸਰਕਾਰੀ ਹਸਪਤਾਲਾਂ ਦੇ ਵਿੱਚ ਸੁਧਾਰ ਆਣਾ ਸ਼ੁਰੂ ਹੋ ਰਿਹਾ। ਹਾਂਜੀ। ਪੂਰਾ ਹੁਣ ਤੱਕ ਹਾਂਜੀ। 20-25 ਦਿਨ ਹੋਏ ਨੇ ਸਰਕਾਰ ਬਣੇ ਨੂੰ, ਇਹਨਾਂ ਦੇ ਵਿੱਚ ਬਹੁਤ ਦਿੱਕਤ ਹੈ। ਜੇ ਆਪਾਂ ਮਤਲਬ ਲਾਈਵ ਗੱਲ ਕਰਨ ਤੇ ਆਵਾਂਗੇ ਤਾਂ 5 ਘੰਟੇ ਵੀ ਥੋੜੇ ਨੇ, ਕਿਉਂਕਿ 7 ਸਾਲਾਂ ਤੋਂ ਮੇਰੇ ਅੰਦਰ ਜੇ ਮੈਡੀਕਲ ਦਾ ਗੁਬਾਰ ਭਰਿਆ ਹੋਇਆ ਤਾਂ ਬੜਾ ਕੁਝ ਨਿਕਲੂਗਾ। ਹਾਂਜੀ। ਤਾਂ ਹੁਣ ਮੈਨੂੰ ਉਮੀਦ ਹੈ ਕਿ ਜਿਹੜੇ ਮਰੀਜ਼ਾਂ ਨੂੰ ਰੈਫਰ ਕੀਤਾ ਜਾਂਦਾ ਪੀਜੀਆਈ ਪਟਿਆਲੇ, ਜਿੱਦਾਂ ਹੁਣ ਇੱਕ ਡਿਲੀਵਰੀ ਹੈ ਇੱਕ ਭੈਣ ਦੀ ਨਾ, ਹਾਂਜੀ। ਬੱਚਾ ਹੋਣ ਵਾਲਾ, ਹਾਂਜੀ। ਉਹਨੂੰ ਚੱਕ ਕੇ ਰੈਫਰ ਕਰ ਪੀਜੀਆਈ, ਹਾਂਜੀ। 1.5 ਘੰਟੇ ਦੇ ਵਿੱਚ ਦੱਗਾ ਛੱਡਣ ਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਹੈ ਨਾ। ਹਾਂਜੀ। ਤਾਂ ਮੈਂ ਸਿਵਲ ਦੇ ਵਿੱਚ ਹਰ 4 ਦਿਨ ਬਾਅਦ ਜਾ ਕੇ ਮੀਟਿੰਗ ਕਰਦਾ ਕਿ ਇੱਥੇ ਹੀ ਇਲਾਜ ਕਰੋ, ਜਿਹੜੀ ਤੁਹਾਨੂੰ ਚੀਜ਼ ਦੀ ਕਮੀ ਹੈ, ਜੇ ਡਾਕਟਰਾਂ ਦੀ ਕਮੀ ਹੈ ਐਮਐਲਏ ਨੂੰ ਕਹੋ, ਸਰਕਾਰ ਨੂੰ ਕਹੋ, ਜੇ ਦਵਾਈਆਂ ਦੀ ਕਮੀ ਹੈ, ਫਿਲਹਾਲ ਦੀ ਘੜੀ ਚਲੋ ਸਰਕਾਰ ਅਜੇ ਨਵੀਂ ਬਣੀ ਹੈ ਨਾ, ਜੇ ਟਾਈਮ ਲੱਗੇਗਾ ਮਹੀਨਾ 2 ਮਹੀਨਾ ਸਾਲ 1.5 ਸਾਲ, ਉਦੋਂ ਤੱਕ ਜਦੋਂ ਤੱਕ ਸਰਕਾਰ ਆਪਣੇ ਫੀਲਡ ਦੇ ਵਿੱਚ ਨਹੀਂ ਆਉਂਦੀ, ਉਦੋਂ ਤੱਕ ਮੈਨੂੰ ਦੱਸੋ ਕਿ ਕਿਹੜੀ ਚੀਜ਼ ਦੀ ਉੱਥੇ ਕਮੀ ਹੈ, ਜਿਹੜੇ ਮੇਰੇ ਕੋਲ 4-5 ਡੋਨਰ ਹੈਗੇ ਆ, ਮੈਂ ਉਹਨਾਂ ਨਾਲ ਉੱਥੇ ਸੇਵਾ ਕਰਾਵਾਂ ਸਰਕਾਰੀ 'ਚ। ਹਾਂਜੀ। ਹੁਣ ਆਪਾਂ ਅਨਮੋਲ ਬਾਈ ਆਈਏ ਮੁੱਦੇ ਵੱਲ। ਮੈਂ ਕੋਈ ਪਿਛਲੇ 1 ਸਾਲ ਤੋਂ ਤੁਹਾਡੇ ਬਾਰੇ ਕੋਈ ਗੱਲਬਾਤ ਕੀਤੀ ਹੈ ਜਿਹੜਾ ਤੁਹਾਨੂੰ ਮੇਰੇ ਤੇ ਲਾਈਵ ਕਰਨਾ ਪੈ ਗਿਆ? ਜੀ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਕਿ ਮੇਰੀ ਲਾਈਵ ਦੇ ਵਿੱਚ ਤੁਸੀਂ ਕੋਈ ਆਪਣੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਸੁਣਿਆ? ਨਹੀਂ। ਵੇਖੋ ਨਾ, ਪਤਾ ਗੱਲ ਕੀ ਹੁੰਦੀ ਆ ਅਨਮੋਲ ਬਾਈ, ਵੇਖੋ ਹਾਂਜੀ। ਜਿੱਦਾਂ ਹੁਣ ਵੇਖੋ, ਮੇਰਾ ਤੁਹਾਨੂੰ ਕੀ ਲੱਗਦਾ ਵੀ ਮੇਰਾ ਮਨੋਰਥ ਕੀ ਹੀ ਜਿਹੜੀ ਗੱਲਬਾਤ ਆਪਣੀ ਪਿੱਛੇ ਜੇ ਗੋਲਡੀ ਹੋਣਾ ਦੇ ਬਾਰੇ ਮੈਂ ਕਿਹਾ, ਹਾਲਾਂਕਿ ਮੈਂ ਤੁਹਾਡੇ ਬਾਰੇ ਇੰਨੀ ਗੱਲ ਕਦੀ ਮੈਨੂੰ ਨਹੀਂ ਲੱਗਦਾ ਵੀ ਮੈਂ ਕਹੀ ਹੋਵੇ ਜ਼ਿਆਦਾ ਖੁੱਲ ਕੇ ਵੀ ਤੁਸੀਂ ਪੈਸਿਆਂ ਦਾ ਹੇਰ ਫੇਰ ਕਰਦੇ। ਤੁਹਾਡੀਆਂ ਜਿਹੜੀਆਂ ਗੱਲਾਂ 2-3 ਹੈਗੀਆਂ ਤੈਨੂੰ ਉਦਾਂ ਵੀ ਦੱਸੀਆਂ ਮੈਂ 1-2 ਵੀ ਹਾਂ ਵੀ ਆਹ ਤੇਰੀਆਂ ਗੱਲਾਂ ਬਾਤਾਂ ਅਨਮੋਲ ਆਪਣੇ ਕੋਲ ਆਈਆਂ, ਤੇ ਜੇ ਇਹ ਗੱਲਾਂ ਵਾ ਤੇ ਇਹ ਗਲਤ ਵਾ, ਠੀਕ ਆ ਨਾ, ਚਲੋ ਉਹਨੂੰ ਆਪਾਂ ਡਿਸਕਸ ਨਹੀਂ ਕਰਨਾ ਹੁਣ। ਵੇਖੋ ਮੇਰਾ, ਹਾਂਜੀ, ਮੇਰਾ ਕਹਿਣ ਦਾ ਮਤਲਬ ਕੀ, ਮੇਰਾ ਕਹਿਣ ਦਾ ਮਕਸਦ ਕੀ, ਮੈਂ ਉਦੋਂ ਤੋਂ ਲੈ ਕੇ ਅੱਜ ਤੱਕ ਇੱਕੋ ਹੀ ਗੱਲ ਕਹਿਣਾ ਵਾਂ, ਤੇ ਉਸ ਗੱਲ ਦੇ ਉੱਤੇ ਮੈਂ ਅੱਜ ਵੀ ਖੜਾ ਵਾਂ। ਤੁਸੀਂ ਇੱਕ ਗੱਲ ਦੱਸੋ ਮੈਨੂੰ, ਆਪਾਂ ਸਾਰੇ ਪੰਜਾਬ ਭਰਾ ਵਾਂ ਪੰਜਾਬ ਦੇ ਵਿੱਚ, ਹਾਂਜੀ ਹੈਗੇ ਆ ਜੀ, ਹੈਗੇ ਆ ਤੇ ਜੀ। ਤੁਸੀਂ ਕੀ ਸੋਚਦੇ ਹੋ ਕਵਾਤਰਾ ਸਾਹਿਬ ਵੀ ਜੇ ਆਪਾਂ ਘਰ ਦੇ ਵਿੱਚ 10 ਭਰਾ ਵਾਂ, ਮੰਨ ਲਓ ਵੀ ਸਾਰਾ ਪੰਜਾਬ ਇੱਕ ਵਾ ਘਰ ਵਾ ਸਾਡਾ, ਤੇ ਪੰਜਾਬ ਦੇ ਵਿੱਚ 10 ਭਰਾ ਵਾ, ਤੇ ਉਹਨਾਂ ਨੂੰ 10 ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਵਾ ਜਾਂ 5 ਨੂੰ ਮਤਲਬ ਵੀ ਰਿਸਪੌਂਸਿਬਲ ਹੋਣਾ ਚਾਹੀਦਾ ਤੇ 5 ਨੂੰ ਅਨ ਰਿਸਪੌਂਸਿਬਲ? ਬਾਈ ਜੀ ਇਹ ਤਾਂ 10 ਦੀਆਂ ਹੁਣ ਫੀਲਿੰਗਸ ਨੇ ਨਾ। ਮੈਂ ਕੱਲ ਦੀ ਵੀਡੀਓ 'ਚ ਸ਼ੁਰੂਆਤ ਕੀਤੀ ਕਿ 3 ਤਰ੍ਹਾਂ ਦੇ ਬੰਦੇ ਹੁੰਦੇ ਆ, ਚੰਗਾ ਕੰਮ ਕਰਨ ਵਾਲੇ, ਚੰਗੇ ਕੰਮ ਨੂੰ ਸਪੋਰਟ ਕਰਨ ਵਾਲੇ, ਤੇ ਚੰਗੇ ਕੰਮ ਨੂੰ ਲੱਤਾਂ ਖਿੱਚਣ ਵਾਲੇ। ਨਹੀਂ ਮੈਂ 10 ਦੀ ਆਪਣੀ ਸੋਚ ਆ। ਨਹੀਂ, ਮੈਂ ਹੋਰ ਪਾਸੇ ਜਾ ਰਿਹਾ, ਮੈਂ ਤਾਂ ਤੁਸੀਂ ਹੋਰ ਪਾਸੇ ਗੱਲ ਲੈ ਕੇ ਮੈਂ ਤੁਹਾਨੂੰ ਇਹ ਕਹਿਣਾ ਵੀ ਸਾਨੂੰ 10 ਨੂੰ ਰਿਸਪੌਂਸਿਬਲ ਹੋਣਾ ਚਾਹੀਦਾ ਨਾ। ਓਬਵੀਅਸਲੀ ਜੇ ਆਪਾਂ ਪੰਜਾਬ ਦਾ ਨਮਕ ਖਾ ਰਹੇ ਆ, ਪੰਜਾਬ 'ਚ ਰਹੇ ਆ, ਤਾਂ ਪੰਜਾਬ ਦੇ ਪ੍ਰਤੀ 10 ਨੂੰ ਸੋਚਣਾ ਚਾਹੀਦਾ। ਹਾਂਜੀ। ਹੁਣ ਸੁਣੋ ਮੇਰੀ ਗੱਲ ਸੁਣੋ, ਮੈਂ ਕੀ ਗੱਲ ਕਹਿਣਾ ਵਾ।
ਹੁਣ ਵੇਖੋ ਇੱਕ ਬੰਦਾ ਵਾ, ਜੀ ਇੱਕ ਬੰਦਾ ਉੱਠ ਕੇ ਆਉਂਦਾ ਵਾ, ਤੁਸੀਂ ਲੁਧਿਆਣੇ ਬਹਿੰਦੇ ਹੋ, ਅੰਮ੍ਰਿਤਸਰ ਬਹਿੰਦੇ ਹੋ, ਜੀ ਬਾਈ ਜੀ ਜੀ ਹੁਣ ਇੱਕ ਬੰਦਾ ਉੱਠ ਕੇ ਆਉਂਦਾ ਵਾ ਕਰੀਬ ਲੁਧਿਆਣੇ ਤੋਂ, ਮੰਨ ਲਓ ਵੀ ਲੁਧਿਆਣੇ ਤੁਹਾਡੇ ਕੋਲ ਆਉਂਦਾ ਵਾ 25 ਜਾਂ 40 ਜਾਂ 50 60 ਕਿਲੋਮੀਟਰ ਦੇ ਉੱਤੋਂ ਦੂਰੋਂ, ਜੀ ਬਾਈ ਜੀ ਜੀ ਤੇ ਉਹ ਦੇਣ ਆਉਂਦਾ ਵਾ ਡੋਨੇਸ਼ਨ ਤੁਹਾਨੂੰ ਵੀ ਅਸੀਂ ਕਿਸੇ ਦਾ ਇਲਾਜ ਕਰਾਉਣਾ। ਬਿਲਕੁਲ ਸਹੀ ਗੱਲ ਆ ਬਾਈ ਜੀ। ਤੁਸੀਂ ਕਹਿ ਦਿੰਦੇ ਹੋ ਭਾਜੀ ਇਹਨਾਂ ਬੰਦਿਆਂ ਨੂੰ ਇੰਨੀ ਲੋੜ ਆ, ਇਹਨਾਂ ਬੰਦਿਆਂ ਨੂੰ ਇੰਨੀ ਲੋੜ ਆ। ਬਿਲਕੁਲ ਸਹੀ ਗੱਲ ਆ ਬਾਈ ਜੀ। ਹਾਂਜੀ, ਤੁਸੀਂ ਹਾਂਜੀ ਇਹ ਕੰਮ ਕਰਦੇ ਹੋ। ਮੈਂ ਕੀ ਕਹਿਣਾ ਵਾ, ਹੁਣ ਤੁਸੀਂ ਸੁਣਿਓ ਨਾ, ਤਾਂ ਮੈਂ ਕਿਸੇ ਨੂੰ ਟਾਰਗੇਟ ਕਰਦਾ, ਮੈਂ ਇਹ ਗੱਲ ਕਹਿਣਾ ਵੀ ਜਿਹੜਾ ਬੰਦਾ 40 ਕਿਲੋਮੀਟਰ ਦੇ ਉੱਤੋਂ ਉੱਠ ਕੇ ਤੁਹਾਡੇ ਕੋਲ ਆਇਆ ਵਾ, ਉਹ ਇਸ ਡੋਨੇਸ਼ਨ ਦੀ ਆਪਣੀ ਜ਼ਿੰਮੇਵਾਰੀ ਸਮਝੇ। ਜੇ ਉਹਦੇ ਪਿੰਡ ਦੇ ਵਿੱਚ ਲੋੜ ਵਾ, ਉਹ ਆਪਣੇ ਪਿੰਡ ਦੇ ਵਿੱਚ ਮਦਦ ਕਰੇ। ਜੇ ਉਹਦੇ ਪਿੰਡ 'ਚ ਕੋਈ ਨਹੀਂ ਹੈਗਾ, ਉਹ ਲਾਗੇ ਛਾਗੇ ਕਰ ਲੇ। ਜੇ ਉਹ 2-3 ਮੀਲ ਮਤਲਬ ਵੀ 2-3 ਕਿਲੋਮੀਟਰ ਦੇ ਵਿੱਚ ਮਦਦ ਕਰ ਸਕਦਾ ਵਾ, ਤੇ ਉਹਨੂੰ ਤੁਹਾਡੇ ਕੋਲ 40 ਕਿਲੋਮੀਟਰ ਆਉਣ ਦੀ ਲੋੜ ਨਾ ਹੋਵੇ। ਹੁਣ ਨਾ ਮੇਰੇ ਕੋਲੋਂ ਮੇਰੇ ਦੂਜੇ ਫੋਨ ਦੇ ਵਿੱਚ ਨਾ ਇੱਕ ਫੋਟੋਆਂ ਪਈਆਂ ਵਾ, ਕੁਛ ਨਾ ਬੰਦੇ ਦਾ ਪੈਰ ਗਲਿਆ ਪਿਆ ਪੂਰਾ, ਤੇ ਹੁਣ ਇਹ ਤੇ ਹਾਂਜੀ ਇਹ ਤੇ ਹੋ ਨਹੀਂ ਸਕਦਾ ਵੀ ਉਹਦੇ ਪਿੰਡ ਦਾ ਕੋਈ NRI ਨਾ ਹੋਵੇ। ਉਹਦਾ ਇਲਾਜ ਵੈਸੇ ਕਰਵਾ ਰਹੇ ਆ, ਤੇ ਕਾਫੀ ਹਾਂਜੀ 50% ਤੱਕ ਮਤਲਬ ਵੀ ਆ ਗਿਆ, ਰਮਾਨ ਆ ਗਿਆ ਉਹਨੂੰ, ਤੇ ਬਾਕੀ ਚਲੋ ਮਹਾਰਾਜ ਦੀ ਕਿਰਪਾ ਰਹੀ ਤੇ ਹੋ ਜਾਊਗਾ ਠੀਕ। ਉਹ ਮੈਨੂੰ ਨਹੀਂ ਲੱਗਦਾ ਵੀ ਉਹਦੇ ਪਿੰਡ ਦੇ ਵਿੱਚ ਕੋਈ NRI ਨਾ ਹੋਊਗਾ, ਜਾਂ ਮੈਨੂੰ ਨਹੀਂ ਲੱਗਦਾ ਵੀ ਉਹਦੇ ਪਿੰਡ ਦੇ ਵਿੱਚ ਕੋਈ ਇਦਾਂ ਦਾ ਬੰਦਾ ਨਾ ਹੋਊਗਾ ਵੀ ਜਿਹੜਾ ਡੋਨੇਸ਼ਨ ਨਾ ਦਿੰਦਾ ਹੋਊਗਾ। ਤੇ 1000% ਹਾਂਜੀ, ਜੇ ਹੁਣ ਉਹ ਬੰਦਾ ਆਪਣੇ ਪਿੰਡ ਨੂੰ ਛੱਡ ਕੇ ਤੇ ਕਵਾਤਰੇ ਦੇ ਕੋਲੋਂ ਆਣ ਕੇ ਪੁੱਛੇ ਵੀ ਹਾਂ ਜੀ ਕਵਾਤਰਾ ਸਾਹਿਬ ਦੱਸੋ ਮੈਂ ਕਿੱਥੇ ਡੋਨੇਸ਼ਨ ਦੇਣੀ ਆ, ਤੇ ਫਿਰ ਤੁਸੀਂ ਦੱਸੋ ਵੀ ਉਹ ਬੰਦਾ ਸਹੀ ਆ ਜਾਂ ਫਿਰ ਬੇਵਕੂਫ ਆ। ਮੈਂ ਹੁਣ ਬੋਲਾਂ ਜੀ। ਹਾਂਜੀ 4 ਸਾਲ ਪਹਿਲਾਂ ਚਾਚਾ ਜੀ ਮੈਂ ਵੀਡੀਓ ਪਾਈ ਸੀ, ਮੈਂ ਤੁਹਾਨੂੰ ਲਿੰਕ ਭੇਜ ਦੇਣਾ, ਜਿਹਦੇ ਵਿੱਚ ਮੈਂ ਗੱਲ ਠੋਕ ਕੇ ਗਈ ਸੀ ਕਿ ਮੇਰੇ ਕੋਲ ਆਉਣ ਤੋਂ ਪਹਿਲਾਂ ਆਪਣੇ ਆਲੇ ਦੁਆਲੇ, ਆਪਣੇ ਪਿੰਡ, ਆਪਣੇ ਸਾਰੇ ਮਰੀਜ਼ ਦੇਖੋ। ਔਰ ਮੈਂ ਤਕਰੀਬਨ ਤੁਹਾਨੂੰ 50 ਵੀਡੀਓਜ਼ ਭੇਜ ਦੂੰਗਾ ਜਿਹਦੇ ਵਿੱਚ ਮੈਂ ਗੱਲ ਕਹੀ ਹੈ। ਨਹੀਂ ਕਹੀ ਹੋਊਗੀ ਤਾਂ ਤੁਹਾਡੀ ਜੁੱਤੀ ਮੇਰਾ ਸਿਰ। ਹਾਂਜੀ ਉਹੋ ਹੀ ਤੇ ਗੱਲ। ਫਿਰ ਮੈਨੂੰ ਇੱਕ ਸੋਚੋ ਨਾ ਵੀ ਮੈਨੂੰ ਫਿਰ ਲੋਕ ਗਾਲਾਂ ਕਾਹਦੇ ਲਈ ਕੱਢਦੇ, ਤੁਹਾਡੇ ਸਪੋਰਟਰ ਗਾਲਾਂ ਕਾਹਦੇ ਲਈ ਕੱਢਦੇ ਆ। ਚਾਚਾ ਜੀ ਤੁਹਾਡੇ ਸਪੋਰਟਰ, ਹੁਣ ਇੱਕ ਗੱਲ ਦਾ ਚਲੋ ਮੈਂ ਇਸ ਤੋਂ ਅਗਲੀ ਗੱਲ ਦੁਬਾਰਾ ਸ਼ੁਰੂ ਕਰਦਾ। ਮੈਨੂੰ ਕੀ ਦਿੱਕਤ ਹੈ, ਹੁਣ ਤੁਹਾਡਾ ਕੋਈ ਸਪੋਰਟਰ ਮੈਨੂੰ ਮਾਂ ਭੈਣ ਦੀ ਗਾਲ ਕੱਢ ਦੇਵੇ ਤੇ ਤੁਸੀਂ ਜ਼ਿੰਮੇਦਾਰ ਹੈਗੇ ਹੋ? ਨਹੀਂ, ਜ਼ਿੰਮੇਦਾਰ ਮੈਂ ਤਾਂ ਨਹੀਂ ਹੈਗਾ। ਮੈਂ ਉਹ ਆਨਾ ਵੀ ਸਾਨੂੰ ਗਾਲਾਂ ਵੀ ਗਾਲਾਂ ਕੱਢਣ ਦਾ ਸਾਨੂੰ ਵੈਸੇ ਚਲੋ ਸਾਡੇ ਬੰਦੇ ਵੀ ਕੱਢ ਦਿੰਦੇ। ਪਹਿਲੀ ਤੇ ਗੱਲ ਆ ਬਾਬਾ ਜੀ ਵੀ ਮੇਰੀ ਗੱਲ ਸੁਣੋ, ਪਹਿਲੀ ਗੱਲ ਆਪਾਂ ਕਿਸੇ ਨੂੰ ਗਾਲ ਕੱਢਦੇ, ਚਲੋ ਇਹ ਵੀ ਛੱਡ ਤੂੰ, ਗਾਲਾਂ ਗੂਲਾਂ ਤੇ ਵੀ ਦਫਾ ਕਰੇ ਚੱਲਦਾ ਰਹਿੰਦਾ ਇਹ ਤੇ। ਹੁਣ ਵੇਖੋ ਜੇ ਮੈਂ ਇੱਕ ਮਿੰਟ, ਹਾਂਜੀ ਵੇਖੋ ਕਵਾਤਰੇ ਭਾਈ ਮੈਂ ਕੁਝ ਗਲਤ ਕਹਿਣਾ ਵਾ ਇਹ ਗੱਲ? ਮੈਂ ਇੱਕ ਗੱਲ ਹੋਰ ਕਹਿਣੀ ਹੈ ਜੀ ਤੁਹਾਨੂੰ। ਹਾਂਜੀ ਤੁਹਾਡਾ ਨਾਮ ਕੀ ਚਾਚਾ? ਬਘੇਲਾ ਸਿੰਘ, ਅੱਗੇ ਕੀ ਹੈ ਜੀ? ਮੇਰਾ ਨਾਂ ਅਸਲੀ ਨਾਮ ਮੇਰਾ ਬਲਜੀਤ ਸਿੰਘ ਆ। ਬਲਜੀਤ ਸਿੰਘ ਅੱਗੇ ਚਾਲ ਹਨਾ? ਹਾਂਜੀ। ਹੁਣ ਜੇ ਮੈਂ ਚਲੋ ਮੇਰੇ ਕੋਲ ਰੱਬ ਕਰੇ ਮੇਰੀ ਜ਼ੁਬਾਨ ਕੱਟੀ ਜਾਵੇ ਜੇ ਮੈਂ ਤੁਹਾਡੀ ਕਾਸਟ ਬਾਰੇ ਕੋਈ ਉਲਟਾ ਸਿੱਧਾ ਬੋਲਾਂ, ਕਿਉਂਕਿ ਚਹਿਲ ਪਰਿਵਾਰ ਹੋਰ ਵੀ ਦੁਨੀਆ 'ਚ ਬਹੁਤ ਨੇ। ਹਾਂਜੀ ਹਾਂਜੀ। ਤੁਸੀਂ ਇੱਕ ਪੋਸਟ ਲਿਖ ਕੇ ਪਾਈ ਅਨਮੋਲ ਕਬਾੜੀਆ, ਚਲੋ ਮੈਨੂੰ ਲੱਗਦਾ ਕਿ ਵਿਚਾਰੇ ਕਵਾਤਰੇ ਘੱਟ ਨੇ, ਕਵਾਤਰਿਆਂ ਨੇ ਆਵਾਜ਼ ਚੱਕੀ ਨਹੀਂ। ਤੁਹਾਨੂੰ ਕੀ ਲੱਗਦਾ ਜੇ ਮੈਂ ਇੱਕ ਅੱਧੀ ਪੋਸਟ ਤੁਹਾਡੇ ਚਹਿਲ ਤੇ ਜਾਂ ਕਿਸੇ ਹੋਰ ਕਾਸਟ ਤੇ ਪਾ ਦਿੰਦਾ, ਮੇਰਾ ਜਲੂਸ ਕੱਢ ਦੇਣਾ ਸੀ ਲੋਕਾਂ ਨੇ ਆ ਕੇ ਲੁਧਿਆਣੇ? ਕੱਢ ਦੇਣਾ ਸੀ ਕਿ ਨਹੀਂ ਕੱਢ ਦੇਣਾ ਸੀ? ਨਹੀਂ ਬਾਈ ਏਦਾਂ ਇੰਨੀ ਅਣਖ ਨਹੀਂ ਸਾਡੇ ਵਿੱਚ ਲੋਕਾਂ ਦੇ ਵਿੱਚ ਬਚੀ ਵੀ ਕਾਸਟਾਂ ਕੂਸਟਾਂ ਦੇ ਉੱਤੇ ਕਿਹਨਾਂ ਲੜਦੇ ਫਿਰੀਏ। ਅੱਛਾ ਵੈਸੇ ਆਪਾਂ ਦੱਸੀਏ ਤਾਂ ਵੈਸੇ ਇੱਕ ਆਪਾਂ ਮਤਲਬ ਭਰਾ ਬੈਠੇ ਆ ਸਮਾਜ ਦੇ ਵਿੱਚ ਸਾਡੇ। ਮੇਰੇ ਕੋਲ ਵੀ ਕਈ ਵਾਰ ਵੀਡੀਓ 'ਚ ਕੋਈ ਗਲਤੀ ਨਾਲ ਜ਼ੁਬਾਨ 'ਚੋਂ ਗੱਲ ਨਿਕਲ ਜਾਂਦੀ ਹੈ ਨਾ, ਮੇਰੇ ਤੇ ਵੀ ਕੰਪਲੇਂਟਾਂ ਹੋ ਜਾਂਦੀਆਂ ਕਿ ਇਹਦੇ ਤੇ 295 ਲਾਓ ਏਦਾਂ। ਹਾਂਜੀ ਨਹੀਂ ਚਲੋ ਇਹਨੂੰ ਬਾਬਾ ਆਪਾਂ ਗੱਲਬਾਤ ਛੱਡੀਏ, ਕਿਉਂਕਿ ਇਹ ਗੱਲ ਇਹ ਸਿਰ ਹੋ ਜਾਣਾ। ਚਲੋ ਮੈਂ ਬਾਈ ਸੌਰੀ ਮੰਗਦਾ ਜੇ ਤੇਰੇ ਕੋ ਮੇਰੇ ਕੋ ਕਿਤੇ ਲਿਖਿਆ ਗਿਆ ਤੇ ਮੈਂ ਸੌਰੀ ਫੀਲ ਕਰਦਾ ਤੇਰੇ ਕੋ। ਹੁਣ ਬਾਈ ਮੈਂ ਇੱਕ ਮਿੰਟ, ਹਾਂਜੀ ਵੇਖੋ ਹੁਣ ਬਾਬੇ ਗੱਲ ਕੀ ਹੈ? ਵੇਖੋ ਗੱਲਬਾਤ ਇਹ ਹੈਗੀ ਆ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਵਾਤਰੇ ਬਾਈ ਵੀ ਇੱਕ ਬੰਦਾ ਵਾ, ਜੀ ਚਾਚਾ ਜੀ, ਇੱਕ ਬੰਦਾ ਵਾ 2018 ਦੇ ਵਿੱਚ ਉਹਦੇ ਕੋਲੋਂ ਸਪਲੈਂਡਰ ਮੋਟਰਸਾਈਕਲ ਟੁੱਟਾ, ਠੀਕ ਹੈ ਚਾਚਾ ਜੀ, ਤੇ 2020 ਤੱਕ ਆਉਂਦਿਆਂ ਉਹ ਫਾਰਚੂਨਰਾਂ ਕੱਦੂਆਂ ਦੇ ਵਿੱਚ ਵਾੜ ਦਿੰਦੇ ਆ। ਚਾਚਾ ਜੀ ਮੈਂ ਕਿਸੇ ਬਾਰੇ ਗੱਲ ਨਹੀਂ ਕਰਦਾ। ਨਹੀਂ ਵੇਖੋ ਜੇ ਵੇਖੋ ਨਹੀਂ ਮੈਂ ਇੱਕੋ ਗੱਲ ਕਰਦਾ, ਮੈਂ ਤੁਹਾਨੂੰ ਦੱਸਣ ਲੱਗਾ। ਤੇ ਜੇ ਮੈਂ ਲੋਕਾਂ ਨੂੰ ਕੁਝ ਦੱਸ ਦਿੱਤਾ ਵੀ ਭਾਈ ਪੈਸੇ ਦੀ ਦੁਰਵਰਤੋਂ ਹੁੰਦੀ ਆ ਜਾਂ ਕੁਝ ਵੀ ਆ ਲਾ ਲਓ,
ਤੇ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਮੈਂ ਬਿਲਕੁਲ ਸਬੂਤਾਂ ਦੇ ਆਧਾਰ ਤੇ ਗੱਲਬਾਤ ਕੀਤੀ, ਕਿਉਂਕਿ ਤੁਹਾਡੇ ਬਾਰੇ ਅਸੀਂ ਕੋਈ ਗੱਲ ਨਹੀਂ ਕੀਤੀ ਇਦਾਂ ਦੀ ਵੀ ਮਤਲਬ ਵੀ ਤੁਸੀਂ ਫਲਾਣੇ ਕੋ ਪੈਸੇ ਖਾਦੇ। ਅਸੀਂ ਦੱਸਿਆ ਤੁਹਾਨੂੰ ਵੀ ਥੋੜਾ ਜਿਹਾ ਸਾਨੂੰ ਜਿਹੜੀਆਂ ਗੱਲਾਂ ਮੇਰੇ ਕੋ ਦੋ ਤਿੰਨ ਆਈਆਂ ਮੈਂ ਕਲੀਅਰ ਕੱਟ ਤੈਨੂੰ ਫੋਨ ਦੇ ਉੱਤੇ ਦੱਸੀਆਂ ਸੀ ਵੀ ਕਵਾਤਰਾ ਤੁਹਾਡੇ ਬਾਰੇ ਆਹ ਗੱਲਬਾਤ ਆ, ਤੈਨੂੰ ਅਸੀਂ ਇਸ ਕਰਕੇ ਪੁੱਛਦੇ ਆਂ ਵੀ ਭਾਈ ਤੂੰ ਦੱਸ ਵੀ ਆਹ ਗੱਲਾਂ ਹੈਗੀਆਂ ਜਾਂ ਨਹੀਂ। ਚਲੋ ਆਪਾਂ ਛੇੜਨੀਆਂ ਨਹੀਂ ਚਾਹੁੰਦੇ ਗੱਲਾਂ, ਹੁਣ ਉਹ ਫਿਰ ਲੰਮਾ ਹੋ ਜਾਣਾ ਕੰਮ। ਹੁਣ ਇੱਕ ਗੱਲ ਦੱਸੋ ਮੇਰੀ, ਹਾਂ ਵੇਖੋ ਇੱਕ, ਹਾਂਜੀ ਵੇਖੋ ਬਾਈ ਜੀ ਤੱਕ ਆਈਆਂ ਸੀ ਨਾ, ਉਹਦੇ ਤੋਂ ਮੈਨੂੰ ਇੱਕ ਗੱਲ ਅਜੇ ਵੀ ਯਾਦ ਹੈ। ਹਾਂਜੀ ਜੀ ਵੇਖੋ ਹੁਣ ਇੱਕ ਗੱਲ ਆ, ਹਾਂਜੀ ਵੇਖੋ, ਹਾਂਜੀ ਵੇਖੋ ਗੱਲ ਪਤਾ ਕੀ ਆ ਅਨਮੋਲ, ਵੇਖ ਕੰਮ ਤੁਹਾਡੀ ਟੀਮ ਵੀ ਜਿਹੜੀ ਆ ਨਾ, ਕੰਮ ਤੁਹਾਡੀ ਟੀਮ ਵੀ ਉਹ ਕਰਨ ਡਈ ਹੈ, ਕੰਮ ਸਾਡੀ ਟੀਮ ਵੀ ਉਹ ਕਰਨ ਡਈ ਆ। ਪਰ ਸਾਡੇ ਵਿੱਚ, ਤੁਹਾਡੇ ਤੇ ਸਾਡੇ ਵਿੱਚ ਫਰਕ ਕੀ ਆ? ਸਾਡੇ ਵਿੱਚ ਤੇ ਤੁਹਾਡੇ ਵਿੱਚ ਫਰਕ ਇੰਨਾ ਕੁ ਵਾ ਵੀ ਅਸੀਂ ਸਵੇਰੇ ਉੱਠਦੇ ਆਂ, ਸੈਲਫ ਮਾਰਦੇ ਆਂ ਤੇ 12 ਘੰਟੇ ਦੀ ਆਪਣੀ ਸ਼ਿਫਟ ਕਰਕੇ ਪੂਰੀ ਤੇ ਹਫਤੇ ਬਾਅਦ ਜਾਂ ਗੇੜੇ ਬਾਅਦ ਜਿਹੜਾ ਚੈੱਕ ਆਉਂਦਾ ਵਾ ਉਹਦੇ ਵਿੱਚੋਂ ਅਸੀਂ ਆਪਣਾ ਦਸਵੰਧ ਕੱਢ ਕੇ ਤੇ ਆਪਣਾ ਕੰਮ ਕਰਦੇ ਆਂ। ਠੀਕ ਹੈ ਜੀ? ਜੀ ਚਾਚਾ ਜੀ। ਹਾਂਜੀ, ਤੁਹਾਡਾ ਹੈਗਾ ਵੀ ਤੁਸੀਂ ਆਪਣਾ, ਅਸੀਂ ਆਪਣਾ ਸਮਾਂ, ਉਸ ਤੋਂ ਬਾਅਦ ਅਸੀਂ ਟੀਮ ਦੇ ਵਿੱਚ ਗੱਲਬਾਤ ਕਰਦੇ ਆਂ, ਉੱਥੇ ਮਤਾ ਪਾਉਂਦੇ ਆਂ, ਉੱਥੇ ਫਿਰ ਸਾਡੇ ਬੰਦੇ ਸਾਰੇ ਜਦੋਂ ਸੈਟੀਸਫਾਈ ਹੋ ਜਾਂਦੇ ਜਾਂ ਸਾਡਾ ਮਤਾ ਹੁੰਦਾ ਉਦੋਂ ਅਸੀਂ ਕਿਸੇ ਦਾ ਘਰ, ਇਲਾਜ, ਕਿਤਾਬਾਂ, ਦਵਾਈਆਂ, ਰਾਸ਼ਨ ਦੀ ਮਤਲਬ ਵੀ ਉਹ ਪੂਰਾ ਕਰਦੇ ਆਂ, ਕੰਪਲੀਟ ਕਰਦੇ ਆਂ। ਤੁਹਾਡਾ ਕੰਮ ਥੋੜਾ ਜਿਹਾ ਇਦਾਂ ਵਾ ਵੀ ਤੁਹਾਡੇ ਕੋਲ ਸਮਾਂ ਤੁਹਾਡਾ ਲੱਗਦਾ ਵਾ, ਤੁਸੀਂ ਜਾਣਾ ਵਾ, ਤੁਸੀਂ ਡੋਨਰ ਆਉਣੇ ਆ ਤੁਹਾਡੇ ਕੋਲੋਂ, ਤੁਸੀਂ ਪੇਸ਼ੈਂਟ ਆਉਣੇ ਆ, ਤੁਸੀਂ ਦੱਸ ਦੇਣਾ ਵੀ ਇਹਨੂੰ ਪੈਸੇ ਦੇਣੇ ਆ ਤੇ ਆਹ ਇਹਨਾਂ ਦੀ ਬਿਮਾਰੀ ਹੈ ਜਾਂ ਇਦਾਂ ਵਾ। ਜੀ ਚਾਚਾ ਜੀ। ਹਾਂਜੀ, ਹੁਣ ਵੇਖੋ ਡਿਫਿਕਲਟ ਜੌਬ ਕਰਨਾ ਦੀ ਤੁਹਾਡੀ ਹੈ ਜਾਂ ਸਾਡੀ ਆ? ਮੈਂ ਦਿੰਨਾ ਜਵਾਬ ਜੀ। ਚਾਚਾ ਜੀ ਤੁਹਾਡੀ ਉਮਰ ਕਿੰਨੀ ਆ? ਮੇਰੀ ਉਮਰ ਹੋਣੀ ਹੈ 42-43 ਸਾਲ। ਕਿੰਨੀ ਹੈ ਜੀ? 42-43 ਸਾਲ। 42 ਹਨਾ, 42 ਸਾਲ ਚਾਚਾ ਜੀ? ਹਾਂਜੀ। ਹੈਲੋ, ਹਾਂਜੀ ਹਾਂਜੀ। ਮੇਰੀ ਚਾਚਾ ਜੀ ਉਮਰ ਹੈ 26 ਸਾਲ। ਹਾਂਜੀ। ਹੁਣ ਜੇ ਮੈਂ ਸਵਾਲ ਪੁੱਛ, ਚਲੋ ਮੈਂ ਚੰਗਾ ਤਾਂ ਨਹੀਂ ਲੱਗਦਾ ਸਵਾਲ ਪੁੱਛਦਾ, ਤੁਸੀਂ ਆਪਣੀ 18 ਸਾਲ ਤੋਂ 26 ਸਾਲ ਦੀ ਉਮਰ ਤੱਕ ਕੀ ਕੀਤਾ ਜ਼ਿੰਦਗੀ 'ਚ? ਉਸ ਟਾਈਮ ਬੰਦਾ ਜਿਹੜੀ ਜਵਾਨੀ ਮੋਸਟਲੀ ਪੰਜਾਬ ਦੀ 18 ਤੋਂ ਹੈਲੋ 26। ਹਾਂਜੀ, ਮੈਂ ਆਵਾਜ਼ ਆਉਂਦੀ ਮੇਰੀ ਕਵਾਤਰਾ? ਹਾਂਜੀ, ਵਿੱਚ ਕੱਟ ਰਹੀ ਚਾਚਾ ਜੀ। ਹੁਣ ਇੱਕ ਮਿੰਟ ਮੈਂ ਗੱਡੀ ਸਾਈਡ ਤੇ ਲਾਵਾਂ, ਹੁਣ ਆ ਰਹੀ ਹੈ ਜੀ? ਹਾਂਜੀ ਹਾਂਜੀ। 18 ਤੋਂ 26 ਵਾਲੀ ਉਮਰ ਦੇ ਵਿੱਚ ਬੰਦਾ ਕੀ ਕਰਦਾ ਚਾਚਾ ਜੀ? ਜ਼ਿਆਦਾ ਸੰਖਿਆ ਦੇ ਵਿੱਚ 90% ਕਹਿ ਲਓ ਜਾਂ 80% ਕਹਿ ਲਓ। ਮੈਨੂੰ ਹੋਰ ਕਿਸੇ ਦਾ ਪਤਾ ਨਹੀਂ ਬਾਈ, ਮੈਂ 26 ਕੁ ਸਾਲ ਦੀ ਉਮਰ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਮੈਂ 14 ਸਾਲਾਂ ਦਾ ਸੀ ਬਾਈ ਜਦੋਂ ਦਾ ਕੰਮ ਕਰਨ ਡਿਆ। ਬਸ ਇਹ ਤੁਸੀਂ ਸਵਾਲ ਦਾ ਜਵਾਬ ਕਿਆ ਜ਼ਬਰਦਸਤ ਦਿੱਤਾ ਹੈ। ਕੀ ਚਾਚਾ ਜੀ ਮੇਰੇ ਘਰਦਿਆਂ ਨੂੰ ਉਮੀਦ ਨਹੀਂ ਮੇਰੇ ਤੋਂ ਕਿ ਮੇਰਾ ਮੁੰਡਾ ਵੀ ਕੰਮ ਕਰੇ, ਫੈਕਟਰੀ ਬੈਠੇ ਜਾਂ 4 ਪੈਸੇ ਕਮਾਵੇ ਜਾਂ ਕੁਝ ਵੀ ਹੈ? ਜੇ ਅਸੀਂ ਆਪਣੀ ਜਵਾਨੀ ਦਾ ਪੀਰੀਅਡ ਲਾਤਾ ਤਾਂ ਆਪਾਂ ਕਿੱਦਾਂ ਇੱਕ ਦੂਜੇ ਨਾਲ ਕੰਪੈਰੀਜ਼ਨ ਕਰ ਸਕਦੇ ਹਾਂ ਕਿ ਤੁਹਾਡੀ ਜੌਬ ਟਫ ਹੈ ਜਾਂ ਮੇਰੀ ਜੌਬ ਟਫ ਹੈ? ਜੇ ਤੁਸੀਂ ਮੈਨੂੰ ਕਹੋ ਕਿ ਕੁਆਤਰੇ ਤੂੰ ਮੇਰੀ ਜਗ੍ਹਾ ਲੈ ਲੈ, ਮੇਰਾ ਕੋਰਾ ਜਵਾਬ ਹੈ ਮੈਂ ਤੁਹਾਡੀ ਜਗ੍ਹਾ ਨਹੀਂ ਲੈ ਸਕਦਾ। ਤੇ ਜੇ ਮੈਂ ਕਹਾਂ ਤੁਸੀਂ ਮੇਰੀ ਜਗ੍ਹਾ ਲੈ ਲਵੋ, ਮੈਨੂੰ ਉਮੀਦ ਹੈ ਕਿ ਤੁਹਾਡਾ ਵੀ ਇਹੀ ਜਵਾਬ ਹੋਏਗਾ ਕਿ ਕੁਆਤਰੇ ਮੈਂ ਤੇਰੀ ਜਗ੍ਹਾ ਨਹੀਂ ਲੈ ਸਕਦਾ। ਨਹੀਂ ਵੇਖੋ ਬਾਈ ਜੀ, ਗੱਲਬਾਤ ਇਦਾਂ ਵਾ ਨਾ ਵੀ ਜੇ ਹੁਣ ਮੈਂ ਇੰਨੀ ਗੱਲ ਕਹਿਣਾ ਵੀ ਆਪਾਂ 10 ਦੇ 10 ਹੀ ਆਪਾਂ ਰਿਸਪੌਂਸੀਬਲ ਹੋ ਜਾਈਏ ਤੇ ਫਿਰ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ, ਜੇ ਤੁਹਾਨੂੰ ਨਹੀਂ ਲੱਗਦਾ ਵੀ ਫਿਰ ਤੁਹਾਡੇ ਲਈ ਈਜ਼ੀ ਹੋ ਜਾਂਦਾ ਥੋੜਾ ਜਿਹਾ? ਚਾਚਾ ਜੀ ਫਿਰ ਗੱਲ ਘੁੰਮ ਘੁਮਾ ਕੇ ਉੱਥੇ ਆ ਗਈ ਨਾ ਕੁਰਸੀਆਂ ਇਕੱਠੀਆਂ ਕਰਨ ਤੇ। ਮੈਂ ਤਾਂ ਪੰਜਾਬ 'ਚ ਇੱਕ ਗੱਲ ਹੋਰ ਕਹਿ ਦਿੰਦਾ, ਮੈਂ ਗੱਲ ਲੰਬੀ ਹੋ ਰਹੀ ਹੈ, ਕਿ ਤੁਹਾਡੇ ਪਿੰਡ 'ਚ ਜਿੰਨੇ ਵੀ ਮਰੀਜ਼ ਨੇ ਨਾ ਚਾਚਾ ਜੀ, ਤੁਹਾਡੀ ਟੀਮ ਜਿੰਨੀ ਵੀ ਹੈ, ਮੈਨੂੰ ਨਹੀਂ ਪਤਾ 100 ਬੰਦੇ 500 ਬੰਦੇ, ਤੁਸੀਂ ਨਾ ਸਾਰੇ ਆਪਣੇ ਪਿੰਡਾਂ ਦੀ ਮਰੀਜ਼ਾਂ ਦੀ ਜ਼ਿੰਮੇਵਾਰੀ ਮੈਨੂੰ ਦੇ ਦਿਓ। ਨਹੀਂ ਬਾਈ ਜੀ ਵੇਖੋ, ਉਹ ਤੇ ਫਿਰ ਜ਼ਿੰਮੇਵਾਰੀ ਮੈਂ ਤੁਹਾਨੂੰ ਜੇ ਮੈਂ ਦੇ ਦਿੰਦਾ ਵਾ ਜ਼ਿੰਮੇਵਾਰੀ ਤੇ ਫਿਰ ਮੈਂ ਤੇ ਅਨਰਿਸਪੌਂਸੀਬਲ ਹੋ ਗਿਆ ਨਾ ਫਿਰ। ਨਹੀਂ ਚਾਚਾ ਜੀ, ਏਦਾਂ ਨਹੀਂ। ਤੁਸੀਂ ਦੇਖੋ ਇੰਡੀਆ ਬੈਠੇ ਹੋ, ਤੁਹਾਡੇ ਨਾਲ ਸਤੀਸ਼ ਜੀ ਕੰਟੈਕਟ ਤੇ ਹੈਗੇ ਨੇ, ਹੋਰ ਵੀ 4 ਭਰਾ ਹੋਣਗੇ ਜਿਹੜੇ ਮੈਡੀਕਲ ਸੇਵਾ ਕਰਦੇ ਨੇ। ਹਾਂਜੀ। ਜੇ ਤੁਸੀਂ ਕੋਈ ਉੱਥੇ ਬਹਿ ਕੇ ਮਰੀਜ਼ ਦਾ ਆਪਣੇ ਪਿੰਡ ਦੇ ਇਲਾਜ ਕਰਾਉਣਾ, ਉਹਦਾ ਇਲਾਜ ਤੁਸੀਂ ਪਤਾ ਕੀਤਾ 50,000 ਰੁਪਏ ਦਾ। ਹਾਂਜੀ। ਜੇ ਮੈਂ ਤੁਹਾਡਾ ਉਹੀ ਇਲਾਜ ਉਹੀ ਹਸਪੀਟਲ ਦੇ ਵਿੱਚੋਂ 25,000 ਦਾ ਜਾਂ 30,000 ਦਾ ਕਰਾਦਾ ਤਾਂ ਤੁਹਾਡਾ ਦਾਨ ਦਾ ਪੈਸਾ ਬਚੇਗਾ। ਉਹ ਪੈਸੇ ਤੁਸੀਂ ਹੀ ਭੇਜਣੇ ਆ ਡਾਇਰੈਕਟ। ਮੈਨੂੰ ਸਿਰਫ ਮੈਨੇਜਮੈਂਟ ਦੇ ਦਿਓ ਕਿ ਕੁਆਤਰੇ ਆ ਰਿਪੋਰਟਾਂ, ਆਹ ਬਿਮਾਰੀ ਹੈ, ਅਸੀਂ ਇੰਨੇ ਦਾ ਖਰਚਾ ਪਤਾ ਕੀਤਾ, ਤੂੰ ਘੱਟ ਚ ਕਰਾ ਸਕਦਾ? ਨਹੀਂ, ਸਾਡੇ ਕੋ ਅਸੀਂ ਬਾਈ ਪਹਿਲੀ ਤੇ ਗੱਲ ਵੀ ਅਸੀਂ ਸਾਡਾ ਪੇਸ਼ੈਂਟ ਤੇ ਪਹਿਲੀ ਗੱਲ ਜਾਂ ਸਤੀਸ਼ ਕੋ ਜਾਂਦਾ ਜਾਂ ਜਾਂਦਾ ਗੁੱਗੂ ਕੋ। ਠੀਕ ਹੈ ਜੀ? ਤੇ ਅਸੀਂ
ਹਾਂਜੀ ਬਾਕੀ ਅਸੀਂ ਵੇਖੋ ਅਸੀਂ ਜੇ ਸਾਨੂੰ ਕਿਤੇ ਲੱਗੂਗਾ ਵੀ ਸਾਨੂੰ ਤੁਹਾਡੀ ਲੋੜ ਆ ਤੇ ਜ਼ਰੂਰ ਫੋਨ ਕਰਾਂਗੇ ਤੁਹਾਨੂੰ। ਪਰ ਤੁਸੀਂ ਇਸ ਗੱਲ ਨਾਲ ਤੁਸੀਂ ਵੇਖੋ ਜਾਨ ਆ ਜਾ। ਹਾਂਜੀ ਵੇਖੋ ਮੈਂ ਇਕਵਾਤਰੇ ਭਾਈ ਇਦਾਂ ਗੱਲਬਾਤ ਕਰਦਾ। ਮੈਂ ਹੁਣ ਨਾ ਰਵੀ ਸਿੰਘ ਦਾ ਕਾਫੀ ਦਿਨਾਂ ਤੋਂ ਵਿਰੋਧ ਕਰਨ ਡਿਆ। ਤੁਹਾਨੂੰ ਪਤਾ ਵਿਰੋਧ ਨਹੀਂ ਯਾਨੀ ਕਿ ਸਿੱਧਾ ਜਿਹਾ ਸਪਸ਼ਟ ਮਾਮਲਾ ਵਾ ਆਪਣਾ ਸਿੱਧਾ ਜਿਹਾ ਫੰਡਾ ਬਾਈ। ਸਾਡੀ ਕੌਮ ਦਾ ਪੈਸਾ ਵਾ ਤੇ ਸਾਡੀ ਕੌਮ ਦਾ ਪੈਸਾ ਸਾਡੀ ਕੌਮ ਨੂੰ ਲੋੜ ਵਾ ਤੇ ਸਾਡੀ ਕੌਮ ਦੇ ਉੱਤੇ ਲੱਗੇ। ਮੇਰਾ ਇਹ ਫੰਡਾ ਵਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਵੇਖੋ ਚਾਚਾ ਜੀ ਇਹ ਗੱਲਾਂ ਦੇਖੋ ਚਾਚਾ ਜੀ, ਮੈਂ ਬਹੁਤ ਛੋਟਾ, ਮੈਨੂੰ ਇਹ ਚੀਜ਼ਾਂ ਬਾਰੇ ਨਾ ਇੰਨਾ ਗਿਆਨ ਹੈ ਨਾ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਹੁਣ ਮੈਂ ਹਿੰਦੂ ਆ ਚਾਚਾ ਜੀ, ਮੈਂ ਹਿੰਦੂ ਪਰਿਵਾਰ 'ਚ ਜਨਮ ਲਿੱਤਾ ਹੋਇਆ। ਹਾਂਜੀ ਪਰ ਮੈਂ ਸੇਵਾ ਨਾਲ ਜੁੜਿਆ ਵਾਂ ਗੁਰਬਾਣੀ ਕਰਕੇ। ਹਾਂਜੀ ਔਰ ਮੈਂ ਗੱਲ ਹਰ ਵੀਡੀਓ 'ਚ ਕਹੀ ਆ, ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਕਹਿ ਦੇਣਾ ਲੋਕਾਂ ਦੇ ਦਿਮਾਗ 'ਚ ਪੈ ਜਾਵੇ ਹਾਂਜੀ ਕਿ ਮੈਂ ਇੱਕ ਹਿੰਦੂ ਪਰਿਵਾਰ 'ਚੋਂ ਹੋਣ ਵਾਲਾ ਬੰਦਾ। ਮੇਰੇ ਪਿਓ ਨੇ ਮੈਨੂੰ ਗੁਰਬਾਣੀ ਨਾਲ ਜੋੜਿਆ ਸੀ ਪੈਸੇ ਦੇ ਲਾਲਚ ਕਰਕੇ। ਹਾਂਜੀ ਕਹਿੰਦੇ ਤੂੰ satsang ਸੁਣਨਾ ਹੈ, ਤੇਰੀ ਪਾਕਟ ਮਨੀ 'ਚ ਮੈਂ 2250 ਰੁਪਏ ਮਹੀਨਾ ਵਧਾ ਦੂੰਗਾ। ਹਾਂਜੀ ਮੈਂ ਉਹ ਲਾਲਚ ਦੇ ਨਾਲ satsang ਸੁਣਨਾ ਸ਼ੁਰੂ ਕੀਤਾ, satsang ਦੇ ਅਮਲ ਕੀਤਾ। ਉਹ ਗੱਲ ਲੱਗ ਗਿਆ ਕਿ ਮੈਂ ਆਪਣੀ ਸ਼ਕਲ ਸੂਰਤ ਨਹੀਂ ਬਦਲ ਪਾਇਆ, ਕਿਉਂਕਿ ਮੈਨੂੰ ਆਪਣਾ ਮਨ ਬਦਲਣਾ ਜ਼ਿਆਦਾ ਵਧੀਆ ਲੱਗਿਆ ਸ਼ਕਲ ਸੂਰਤ ਨਾਲੋਂ। ਹਾਂਜੀ ਠੀਕ ਹੈ ਜੀ। ਤੇ 7 ਸਾਲ ਚਾਚਾ ਜੀ ਮੈਨੂੰ ਨਹੀਂ ਲੱਗਦਾ ਕਿ ਚਲੋ ਮੈਂ ਆਪਣੇ ਮੂੰਹ ਆਪਣੀ ਟੀਮ ਤਾਰੀਫ ਕਰਾਂ, ਮੇਰੀ ਟੀਮ ਦੇ ਸਾਰੇ ਮੁੰਡੇ 22 23 ਸਾਲ ਦੇ ਆ। ਹਾਂਜੀ ਠੀਕ ਹੈ ਜੀ। ਇੱਕ ਮਿੰਟ ਕਵਾਤਰੇ ਬਾਈ ਆ ਬਾਈ ਕੁਝ ਕਹਿਣ ਡੇ। ਕਵਾਤਰੇ ਨੇ ਉਹ ਕਰਤਾ, ਠੰਡਾ ਕਰਤਾ। ਬਾਈ ਠੰਡੇ ਦੀ ਗੱਲ ਨਹੀਂ ਗੀ। ਜਦੋਂ ਕਿਸੇ ਬੰਦੇ ਨਾਲ ਪਿਆਰ ਨਾਲ ਗੱਲ ਕਰੀਏ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਵਾਤਰੇ ਨੇ ਮੇਰੀ ਲੱਸੀ ਕਰਤੀ ਜਾਂ ਮੈਂ ਉਹਦੀ ਲੱਸੀ ਕਰ ਦਿੱਤੀ ਆ। ਵੀ ਤੁਸੀਂ ਸੋਚਦੇ ਹੋ ਤੁਹਾਡਾ ਹੁਣ ਤੁਹਾਨੂੰ ਮੇਰੇ ਹਿਸਾਬ ਨਾਲ ਇਹੋ ਗੱਲ ਚੁਭੀ ਜਾਣ ਡਈ ਵੀ ਮੈਂ ਕਵਾਤਰੇ ਦੇ ਨਾਲ ਮਤਲਬ ਵੀ ਕਿਉਂ ਪਿਆਰ ਨਾਲ ਗੱਲ ਕਰਨ ਡਿਆ ਜਾਂ ਥੋੜਾ ਜਿਹਾ ਇਹ ਗੱਲਾਂ ਨਹੀਂ ਸੁਣਨੀਆਂ ਚਾਚਾ ਜੀ। ਇਹਦਾ ਮੈਂ ਜਵਾਬ ਦੇ ਦਿੰਦਾ। ਜਦੋਂ ਮੈਂ ਕੱਲ ਤੁਹਾਡੀ ਵੀਡੀਓ ਪਾਈ ਨਾ, ਨਾਮ ਲੈ ਕੇ ਰਿਕੁਐਸਟ ਕੀਤੀ, ਮੈਨੂੰ 100 ਫੋਨ ਆਇਆ ਕਿ ਤੂੰ ਪਾਗਲ ਹੈ, ਤੈਨੂੰ ਕੀ ਲੋੜ ਹੈ ਸਾਬਤ ਕਰਨ ਦੀ, ਤੂੰ ਕਿਉਂ ਇੰਨਾ ਕਲਪ ਰਿਹਾ। ਮੈਂ ਕਿਹਾ ਯਾਰ ਦੇਖੋ ਮੇਰੇ ਵੱਡੇ ਭਰਾ ਨੇ, ਮੈਂ ਕਿਹਾ ਜੇ ਕੋਈ ਗੱਲ ਕੱਲ ਨੂੰ ਚਾਚਾ ਜੀ ਮੈਂ ਕੋਈ ਨਵਾਂ, ਹੁਣ ਦੇਖੋ NGO ਪਰਮਾਤਮਾ ਦੀ ਕਿਰਪਾ ਨਾਲ ਵਧੀਆ ਡੋਨਰ ਜੁੜ ਗਏ, ਵਧੀਆ ਟੀਮ ਬਣ ਗਈ, ਹੁਣ ਮੈਂ ਬੰਦ ਕਰਦਾ ਤਾਂ ਚੰਗਾ ਲੱਗਦਾ ਨਹੀਂ। ਹਾਂਜੀ ਨਹੀਂ ਠੀਕ ਆ। ਵੇਖੋ ਬੰਦ ਕਰਨ ਨੂੰ ਤੇ ਬਾਬੇ ਆਪਾਂ ਵੀ ਨਹੀਂ ਕਹਿੰਦੇ, ਠੀਕ ਆ। ਪਰ ਗੱਲਬਾਤ ਆਪਾਂ ਜਿਹੜੀ ਕਰਦੇ ਆ ਹੁਣ, ਜਿਹੜੀ ਮੈਨੂੰ ਕਿਉਂਕਿ ਮੇਰੇ ਨਾਲ ਜਿੰਨਾ ਕੁ ਹਿਸਾਬ ਕਿਤਾਬ ਤੇ ਤੇਰਾ ਰਿਹਾ, ਤੈਨੂੰ ਸਾਰਾ ਕੁਛ ਹੀ ਜਿਹੜਾ ਵਾ ਨਾ ਆਪਾਂ ਦੱਸ ਦਿੱਤਾ ਵੀ ਹਾਂ ਵੀ ਬਾਈ ਐਸ ਕਰਕੇ ਜਿਹੜਾ ਵਾ ਨਾ ਮਤਲਬ ਵੀ ਆਪਾਂ ਤੇਰੇ ਨਾਲ ਥੋੜੀ ਜਿਹੀ ਨਾਰਾਜ਼ਗੀ ਆਪਣੀ ਹਨਾ। ਬਾਕੀ ਤੈਨੂੰ ਇੱਕ ਗੱਲ ਬਾਬੇ ਤੈਨੂੰ ਪਿੱਛੇ ਜੇ ਹਾਂਜੀ ਤੁਸੀਂ ਨਾ ਮੇਰੇ ਵੱਡੇ ਭਰਾ ਹੋ। ਹਾਂਜੀ ਮੈਂ ਨਾ ਆਪਣਾ ਸੀਨਾ ਚੀਰ ਕੇ ਨਹੀਂ ਖਾ ਸਕਦਾ ਕਿ ਮੈਂ ਅੰਦਰੋਂ ਕੀ ਆ। ਹੋ ਸਕਦਾ ਮੇਰੀ ਬੋਲੀ 'ਚ ਕਮੀ ਹੋਵੇ, ਪਰ ਮੈਂ ਦਿਲੋਂ ਦੀ ਗੱਲ ਕਹਿਣਾ ਕਿ ਮਤਲਬ ਹੁਣ ਮੈਂ ਇਹ ਗੱਲ ਕੈਮਰੇ ਇੱਥੇ ਕੀ ਬੋਲਾਂ ਹੁਣ ਇਹਦੇ ਵੀਡੀਓ ਅੱਗੇ। ਚਲੋ ਮੈਂ ਵੀ ਸਾਰਾ ਦਿਨ ਹਨਾ ਆਪਣੀ ਜਵਾਨੀ ਦਾ ਬਹੁਤ ਕੀਮਤੀ ਵਕਤ ਲਾਇਆ ਕਰਾਂ, ਗੇੜੀਆਂ ਮਾਰਾਂ, ਐਸ਼ ਕਰਾਂ, ਪਰ ਫਿਰ ਵੀ ਇੰਨਾ ਕੁਛ ਇਸ ਉਮਰ ਦੇ ਵਿੱਚ ਝੇਲ ਕੇ ਜੇ ਮੈਂ ਬੈਠਾ ਹੁਣ ਤੱਕ ਤਾਂ ਉਹ ਪਰਮਾਤਮਾ ਦੀ ਕਿਰਪਾ ਹੈ। ਹਾਂਜੀ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਦਿਲ 'ਚ ਕੋਈ ਵੀ ਗੱਲ ਹੁੰਦੀ, ਤੁਸੀਂ ਪੋਸਟ ਪਾਉਣ ਤੋਂ ਪਹਿਲਾਂ ਕੁਝ ਵੀ ਤੁਸੀਂ ਪੋਸਟਾਂ ਪਾਈਆਂ ਕਿ ਇਹਨੇ ਉਹਨੂੰ ਕਹਿਤਾ ਕਿ ਨਹੀਂ ਤੁਸੀਂ ਇਹ ਧਰਮ ਦੇ ਹੋ, ਮੈਂ ਤਾਂ ਨਹੀਂ ਹੈਲਪ ਕਰਨੀ। ਪਿੱਛੇ ਵੀ ਗੱਲ ਚਲਾਈ ਸੀ ਤੁਸੀਂ ਕਿ ਉਹ ਫਲਾਣਾ ਬੰਦਾ ਦੂਜੇ ਧਰਮ ਦਾ ਸੀਗਾ ਤਾਂ ਨਹੀਂ ਹੈਲਪ ਕੀਤੀ। ਮੈਨੂੰ ਬਾਹਰੋਂ ਫੋਨ ਆਉਂਦੇ ਨੇ ਕਿ ਯਾਰ ਤੂੰ ਪੰਜਾਬੀਆਂ ਦਾ ਪੈਸਾ ਪ੍ਰਵਾਸੀਆਂ ਤੇ ਲਾਈ ਜਾਂਦਾ। ਸਾਡੇ ਗੁਰੂ ਸਾਹਿਬ ਨੇ ਤਾਂ ਕਦੀ ਸਾਨੂੰ ਸਿਖਾਇਆ ਹੀ ਨਹੀਂ ਕਿ ਤੁਸੀਂ ਬਸ ਆਪਣੀ ਬੰਦਿਆਂ ਦੇ ਪੈਸੇ ਲਾਓ, ਦੂਜਾ ਬੰਦਾ ਮਰਨ ਦਿਓ। ਨਹੀਂ ਬਾਈ ਨਹੀਂ ਇੱਥੇ ਫਿਰ ਤੈਨੂੰ ਕਵਾਤਰਾ ਤੇਰੀ ਥੋੜੀ ਜੀ ਤੇਰੀ ਘਾਟ ਵਾ ਤੇਰੀ ਜਾਣਕਾਰੀ ਦੇ ਵਿੱਚ। ਸਾਡੇ ਗੁਰੂ ਨੇ ਇੰਨੀ ਗੱਲ ਕਹੀ, ਦਾਨ ਕੀ ਹੋਏ ਨਹੀਂ ਕੋ ਭਲੋ। ਤੁਹਾਨੂੰ ਗੁਰੂ ਸਾਹਿਬ ਨੇ ਇੰਨੀ ਗੱਲ ਕਹੀ ਆ ਵੀ ਜਿਹੜਾ ਮੇਰਾ ਸਿੱਖ ਵਾ ਉਹ ਸਿੱਖਾਂ ਨੂੰ ਦਾਨ ਕਰੂਗਾ ਤੇ ਮੈਨੂੰ ਭਲਾ ਜੇ ਮੰਨਦਾ। ਚਲੋ ਇੱਕ ਗੱਲ ਦਾ ਹੋਰ ਫਿਰ ਚਾਚਾ ਜੀ ਮੈਨੂੰ ਜਵਾਬ ਦਿਓ ਕਿ ਇੰਨੇ ਸਾਲਾਂ ਤੋਂ ਉੱਥੇ ਮੈਂ ਹਸਪੀਟਲ ਬੈਠਾ, ਉੱਥੇ ਮੇਰੇ ਕੋਲ ਕਈ ਵਾਰ ਕੋਈ ਮਰੀਜ਼ ਹੈਲਪ ਲੈਣ ਆਉਂਦਾ। ਹਾਂਜੀ ਮੈਂ 20 ਵਾਰ ਵੀਡੀਓ 'ਚ ਕਹਿਤਾ ਕਿ ਜਿੰਨੇ ਆਪਣੇ ਧਰਮ ਨੇ, ਜੇ ਆਪਣੇ ਧਰਮ ਦੇ ਲੋਕ ਸਾਂਭ ਲੈਣ ਮਰੀਜ਼, ਭਾਵੇਂ ਉਹ ਹਿੰਦੂ ਧਰਮ ਹੈ ਜਾਂ ਗੋਤ ਵਾਲੇ ਆਪਣੀ ਗੋਤ ਸਾਂਭ ਲੈਣ, ਹਿੰਦੂ ਸਾਂਭ ਲੈਣ, ਸਾਰੇ ਕਰ ਲੈਣ, ਤਾਂ ਫਿਰ ਤਾਂ ਕੋਈ ਰੌਲਾ ਹੀ ਨਾ ਰਵੇ ਨਾ। ਹਾਂਜੀ ਤੇ ਇਹੋ ਗੱਲ ਤੇ ਮੈਂ ਕਹਿੰਦਾ ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਅਸੀਂ ਆਨੇ ਆ ਵੀ ਜਿਹੜੇ ਹਿੰਦੂ ਆ ਉਹ ਆਪਣੇ ਹਿੰਦੂਆਂ ਦੇ ਉੱਤੇ ਪੈਸਾ ਖਰਚ ਕਰ ਲੈਣ ਤੇ ਜਿਹੜੇ ਸਿੱਖ ਵਾ ਸਿੱਖਾਂ ਦਾ ਪੈਸਾ ਸਿੱਖਾਂ ਤੇ ਖਰਚ ਹੋਵੇ। ਬਸ ਇਹੀ ਜਿਹੜੀ ਆ ਮੇਰੀ ਤੇ ਥਿਊਰੀ ਇਹੋ ਆ। ਅੱਛਾ ਜੀ ਦੇਖੋ ਮੇਰੀ ਥਿਊਰੀ ਨਹੀਂ ਇਹ ਹੈਗੀ। ਮੇਰੀ ਥਿਊਰੀ ਇਹ ਹੈ ਕਿ ਜੇ ਮੇਰਾ ਕੋਈ ਡੋਨਰ ਆਂਦਾ ਉੱਥੇ ਹੈਲਪ ਕਰਨ, ਕੋਈ 50,000 ਰੁਪਏ ਲੈ ਕੇ ਆਇਆ ਉੱਥੇ, ਉਹਨੇ ਮੈਨੂੰ ਕਦੀ ਨਹੀਂ ਪੁੱਛਿਆ ਕਿ ਮੈਂ ਯਾਰ ਫਲਾਣੇ ਬੰਦੇ ਦੀ ਮਦਦ ਕਰਨੀ ਹੈ। ਉਹ ਅੱਖਾਂ ਬੰਦ ਕਰਕੇ ਮੈਨੂੰ ਪੁੱਛਦਾ ਕਿ ਯਾਰ ਕਿਹੜਾ ਮਰੀਜ਼ ਦੁਖੀ ਹੈ, ਲੋੜਵੰਦ ਕੌਣ ਹੈ। ਮੈਂ ਕਿਹਾ ਜੀ ਆਹ ਬੈਠੇ ਆ, ਉਹ ਵੰਡ ਕੇ ਉਹਨਾਂ ਨੂੰ ਪੈਸੇ ਦੇ ਦਿੰਦੇ ਆ।
ਹੁਣ ਇਹਦੇ ਵਿੱਚ ਮੈਂ ਇਹ ਚੀਜ਼ਾਂ ਨਹੀਂ ਨਾ ਕਰ ਸਕਦਾ ਕਿ ਤੁਸੀਂ ਇਹਨਾਂ ਦੀ ਹੈਲਪ ਨਾ ਕਰੋ, ਤੁਸੀਂ ਉਹਨਾਂ ਦੀ ਹੈਲਪ ਨਾ ਕਰੋ। ਨਹੀਂ ਤੇ ਹੁਣ ਬਾਬਾ ਫਿਰ ਹੈਲਪ ਕਰਨ ਦੀ ਗੱਲਬਾਤ ਇਹ ਆ ਤੇ ਜਿਹੜੇ ਸਾਡੇ ਜਿੱਦਾਂ ਹੁਣ ਅਸੀਂ ਹਿਮਾਚਲ ਦੇ ਵਿੱਚ ਇੰਨੀ ਮਦਦ ਕੀਤੀ ਸਾਡੀ ਕੌਮ ਨੇ, ਉੱਤਰਾਖੰਡ ਦੇ ਵਿੱਚ ਇੰਨੀ ਮਦਦ ਕੀਤੀ, ਕੇਰਲਾ ਦੇ ਵਿੱਚ ਇੰਨੀ ਮਦਦ ਕੀਤੀ, ਤੇ ਜਿਹੜੀ ਹੁਣ ਸਾਡੇ ਨਾਲ ਹਿਮਾਚਲ 'ਚ ਹੋਈ ਆ ਉਹਦੇ ਬਾਰੇ ਫਿਰ ਕਿੱਦਾਂ ਕਰਾਂਗੇ ਆਪਾਂ? ਚਾਚਾ ਜੀ ਹੁਣ ਜਿਹੜੀ ਚੀਜ਼ ਬਾਰੇ ਮੈਨੂੰ ਗਿਆਨ ਨਹੀਂ, ਜਿਹੜੀ ਚੀਜ਼ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਨਹੀਂ ਕਰ ਸਕਦਾ, ਉਹ ਚੀਜ਼ ਬਾਰੇ ਮੈਂ ਕਿੱਦਾਂ ਬੋਲ ਸਕਦਾ? ਮੈਂ ਤਾਂ ਇਹ ਕਹਿ ਸਕਦਾ ਕਿ ਜੇ ਮੇਰੀ ਸੇਵਾ 'ਚ ਕੋਈ ਕਮੀ ਹੈ, ਕਿਤੋਂ ਤੁਹਾਨੂੰ ਲੱਗਦਾ ਹੈ ਕਿ ਕੁਆਤਰੇ ਆਹ ਚੀਜ਼ ਸੁਧਾਰ, ਮੈਂ ਸੁਧਾਰ ਸਕਦਾ। ਤੇ ਨਹੀਂ ਗੱਲ ਸੁਧਾਰ ਸਕਦਾ ਵਾ, ਤੁਸੀਂ ਸੁਧਾਰ ਸਕਦੇ ਹੋ। ਵੇਖੋ ਮੈਂ ਤੁਹਾਨੂੰ ਆਨਾ ਵੀ ਤੁਸੀਂ ਜਿੱਥੇ ਕੋਈ ਸੁਧਾਰ ਕਰਨ ਦੀ ਹੈਗੀ ਆ, ਪਰ ਤੁਹਾਨੂੰ ਕੀ ਲੱਗਦਾ ਵੀ ਮੈਂ ਤੁਹਾਡੀ NGO ਦੇ ਖਿਲਾਫ ਕੋਈ ਗੱਲਬਾਤ ਕਰਦਾ ਵਾਂ ਜਾਂ ਕਿੱਦਾਂ? ਮੈਂ ਤੇ ਸਿੱਧੀ ਜੀ ਗੱਲ, ਮੇਰਾ ਤੇ ਸਿੱਧੀ ਜੀ ਗੱਲ ਕਹਿੰਦਾ ਵੀ ਇੱਕੋ ਵੇਖੋ ਨਾ ਤੇ ਵੇਖ ਕੁਆਤਰਾ, ਨਾ ਤੇ ਮੈਂ ਤੁਹਾਡਾ ਜਿਹੜਾ ਵਾ ਨਾ, ਆਪਾਂ ਨਾ ਤੇ ਤੇਰੀ ਕੋਈ ਸੰਸਥਾ ਖੋਲਣ ਦੇ ਉੱਤੇ ਮੈਨੂੰ ਕੋਈ ਫਰਕ ਵਾ, ਨਾ ਤੇਰੀ ਬੰਦ ਹੋਣ ਦੇ ਉੱਤੇ ਮੈਨੂੰ ਕੋਈ ਫਰਕ ਵਾ। ਮੈਂ ਤੇ ਜਿਹੜੀ ਗੱਲਬਾਤ ਕਰਨੀ ਆ, ਮੈਂ ਤੇ ਆਪਣਾ ਵੇਖੋ, ਮੈਂ ਤੇ ਆਪਣਾ ਰੌਲਾ ਪਾਈ ਜਾਣਾ, ਕਿਉਂਕਿ ਜੇ ਆਪਾਂ ਵੇਖੀ ਜਾਈਏ ਵੀ ਹਾਂ ਵੀ ਮੈਂ ਤੇ ਹਮੇਸ਼ਾ, ਮੈਂ ਤੇ ਆਖਰੀ ਮਰਦੇ ਸਾਹ ਦੇ ਵਿੱਚ ਵੀ ਜਿਹੜੀ ਮਤਲਬ ਵੀ ਮੇਰੇ ਮੂੰਹ ਦੇ ਵਿੱਚੋਂ ਗੱਲਬਾਤ ਉਹ ਨਿਕਲੂਗੀ ਤੇ ਮੈਂ ਤੇ ਇੱਕੋ ਹੀ ਗੱਲ ਕਹੂੰਗਾ ਕਿ ਬਾਈ ਸਿੱਖਾਂ ਦਾ ਪੈਸਾ ਸਿੱਖਾਂ ਦੇ ਉੱਤੇ ਹੀ ਖਰਚ ਹੋਣਾ ਚਾਹੀਦਾ, ਕਿਉਂਕਿ ਸਾਡੇ ਆਪਣੇ ਲੋਕਾਂ ਨੂੰ ਲੋੜ ਵਾ। ਸਾਡੇ ਲੋਕਾਂ, ਜਿੰਨਾ ਚਿਰ ਸਾਡੇ ਜੋ ਲੋਕਾਂ ਨੂੰ ਇੰਨਾ ਲੱਗੂਗਾ ਸਾਨੂੰ ਵੀ ਸਾਡੇ ਲੋਕਾਂ ਨੂੰ ਲੋੜ ਨਹੀਂ ਹੈਗੀ, ਤੇ ਉਦੋਂ ਆਪਾਂ ਬਾਹਰ ਜਿਹੜਾ ਵਾ ਉਹ ਕੁਝ ਨਾ ਕੁਝ ਕਰ ਲਾਂਗੇ। ਚਾਚਾ ਜੀ ਇਹ ਮੁੱਦਾ ਹੋਰ ਹੈ, ਇਹ ਤੁਸੀਂ ਕਰੋ, ਇਹ ਤੁਹਾਡੀ ਸੋਚ ਆ ਨਾ, ਇਹਦੇ ਤੇ ਨਹੀਂ ਬੋਲ ਸਕਦਾ। ਮੇਰਾ ਮੁੱਦਾ ਇਹ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਫਰਕ ਨਹੀਂ ਪੈਂਦਾ NGO ਬੰਦ ਹੋਵੇ ਚੱਲੇ, ਹਾਂਜੀ ਬਿਲਕੁਲ ਨਹੀਂ, ਮੈਨੂੰ ਨਹੀਂ ਕੋਈ, ਮੇਰੀ ਗੱਲ ਸੁਣੋ, ਮੈਨੂੰ ਨਹੀਂ ਫਰਕ ਪੈਂਦਾ ਬਾਈ ਕੋਈ ਵੀ। ਵੇਖੋ, ਜਾਂ ਤੁਸੀਂ ਆਪਣਾ ਕੰਮ ਕਰਨਾ, ਮੈਂ ਆਪਣਾ ਕੰਮ ਕਰਨਾ, ਮੈਂ ਆਪਣਾ ਕੰਮ ਵੀ ਕਰਨ ਡਿਆ ਨਾਲ, ਮੈਂ ਲੋਕਾਂ ਨੂੰ ਇੱਕੋ ਗੱਲ ਕਹਿਣਾ ਬਈ ਆਪਣੇ ਪਿੰਡ ਦੇ ਵਿੱਚ ਕੰਮ ਕਰ ਲਓ ਜਾਂ ਆਪਣੇ ਉੱਥੇ ਕਰ ਲਓ, ਹਨਾ? ਤੇ ਤੁਸੀਂ ਆਪ ਇਹੀ ਗੱਲ ਕਹਿੰਦਾ ਕਿ ਆਪਣੇ ਪਿੰਡ ਸਾਂਭੋ, ਆਪਣੀ ਗਲੀ ਸਾਂਭੋ, ਆਪਣੇ ਰਿਸ਼ਤੇਦਾਰ ਸਾਂਭੋ, ਛੱਡੋ ਗਲੀ ਗਵਾਂਢ ਵੀ। ਤੁਹਾਡੇ ਰਿਸ਼ਤੇਦਾਰੀ 'ਚ ਜੇ ਕੋਈ ਬੰਦਾ ਮਰ ਰਿਹਾ, ਦੁਖੀ ਹੈ, ਉਹਨੂੰ ਛੱਡ ਕੇ ਤੁਸੀਂ ਬਾਹਰ ਸੇਵਾ ਕਰ ਰਹੇ ਹੋ ਤਾਂ ਉਹ ਲਾਹਨਤ ਹੈ ਆਪਣੇ ਤੇ। ਤੇ ਫਿਰ ਤੁਹਾਨੂੰ ਮੇਰੇ ਤੇ ਲਾਈਵ ਕਰਨ ਦੀ ਕੀ ਲੋੜ ਪੈ ਗਈ? ਮੈਨੂੰ ਨਾਲ ਤੁਹਾਨੂੰ ਲੱਗਦਾ ਸੀ ਵੀ ਮੈਂ ਤੁਹਾਡੀ ਦੀ ਸੰਸਥਾ ਦੇ ਉੱਤੇ ਕੋਈ ਸਵਾਲ ਕਰੂੰਗਾ ਜਾਂ ਕਿੱਦਾਂ ਵੀ ਤੁਹਾਨੂੰ ਕੋਈ ਅਕਾਊਂਟ ਖਲਾਉਣ ਦੇ ਉੱਤੇ ਕੋਈ ਗੱਲਬਾਤ ਕਰੂੰਗਾ? ਲਾਈਵ ਦੀ ਕੀ ਗੱਲ ਕੀਤੀ? ਮੈਂ ਕਿਹਾ ਜੀ ਅਸੀਂ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ। ਹੁਣ ਕੀ ਹੁੰਦਾ, ਕਈ ਵਾਰੀ ਚਾਚਾ ਜੀ ਕੱਲ ਨੂੰ ਕੋਈ ਮਰੀਜ਼ ਤੁਹਾਨੂੰ ਫੋਨ ਕਰ ਦੇਵੇ, ਅਨਮੋਲ ਨੇ ਮੇਰੇ ਪੈਸੇ ਖਾ ਲਏ ਜਾਂ ਇਦਾਂ ਹੋ ਗਿਆ ਉਦਾਂ ਹੋ ਗਿਆ, ਤੁਸੀਂ ਫਿਰ ਕੱਲ ਨੂੰ ਚੱਕ ਕੇ ਕੋਈ ਪੋਸਟ ਪਾ ਦਿਓ, ਤਾਂ ਉਸ ਤੋਂ ਵਧੀਆ ਮੈਂ ਹੁਣ ਜਿਹੜਾ ਇੱਕ ਜਰੀਆ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ, ਕੱਲ ਨੂੰ ਸਾਲ ਬਾਅਦ 2 ਸਾਲਾਂ ਬਾਅਦ ਫਿਰ ਕੋਈ ਮੁੱਦਾ ਛਿੜੇ, ਤਾਂ ਉਸ ਤੋਂ ਵਧੀਆ ਨਹੀਂ ਮੈਂ ਪਹਿਲਾਂ ਹੀ, ਜੇ ਹੁਣ ਤੁਹਾਡੇ ਦੋਸਤ ਤਾਂ ਹੋਣੇ ਹੀ ਆ ਲੁਧਿਆਣੇ 'ਚ, ਪੰਜਾਬ 'ਚ, ਜੇ ਕੋਈ ਇੱਕ ਮੈਂਬਰ ਆਪਾਂ ਚੱਕ ਕੇ ਪਹਿਲਾਂ ਹੀ ਵਿੱਚ ਮੇਰੇ ਨਾਲ ਜੋੜ ਦਈਏ, ਸ਼ਾਮ ਨੂੰ ਜਾਂ ਮੇਰੇ ਗਰੁੱਪ ਆ ਜਾਵੇ, ਉਹਨੂੰ ਸਾਰਾ ਕੁਝ ਪਤਾ ਰਵੇ, ਨਾਲ ਤਾਂ ਇੱਕ ਸੇਵਾਦਾਰ ਹੋ ਗਿਆ, ਉੱਤੋਂ ਉਹਨੂੰ ਸਾਰੀ ਨਜ਼ਰ ਰਹੇਗੀ ਕਿ NGO ਕਿੱਦਾਂ ਚੱਲ ਰਹੀ ਹੈ, ਕਿਹੜੇ ਮਰੀਜ਼ਾਂ ਨੇ ਹੈਲਪ ਕਿਉਂ ਨਹੀਂ ਕੀਤੀ, ਕਿਹਦੀ ਕੀਤੀ। ਮੈਂ ਇਸ ਕਰਕੇ ਲਾਈਵ ਪਾਇਆ ਸੀ, ਹੋਰ ਮੇਰਾ ਲਾਈਵ ਪਾਉਣ ਦੀ ਕੋਈ ਮਨਸ਼ਾ ਨਹੀਂ। ਹਾਂਜੀ ਵੇਖੋ, ਗੱਲਬਾਤ ਪਤਾ ਕੀ ਆ, ਤੁਹਾਡਾ ਥੋੜਾ ਜਿਹਾ ਵੇ ਹੋਰ ਵਾ, ਸਾਡਾ ਰਸਤਾ ਥੋੜਾ ਜਿਹਾ ਹੋਰ ਵਾ, ਠੀਕ ਆ ਜੀ? ਸਾਡਾ ਰਸਤਾ ਇਹ ਆ ਵੀ ਅਸੀਂ ਚਾਹੁੰਦੇ ਆ ਵੀ ਸਾਡੇ ਲੋਕ ਜਾਗਰੂਕ ਹੋਣ, ਸਾਡੇ ਲੋਕ ਵੇਖੋ, ਤੁਹਾਨੂੰ ਲੱਗਦਾ ਵਾ ਵੀ ਜਿਹੜਾ ਬੰਦਾ ਪੈਸੇ ਕਮਾਉਣ ਡਿਆ ਵਾ ਤੇ ਉਹਨੂੰ ਪੈਸੇ ਕਮਾਉਂਦੇ ਹੋਏ ਨੂੰ ਇੰਨੀ ਅਕਲ ਹੈਗੀ ਆ ਵੀ ਉਹ ਜੇ ਮਹੀਨੇ ਦਾ $10,000 ਕਮਾਉਣ ਡਿਆ ਵਾ ਤੇ ਜੇ ਉਹਨੇ $1,000 ਕੱਢਣਾ ਵਾ ਦਸਵੰਧ, ਤੇ ਤੁਹਾਨੂੰ ਲੱਗਦਾ ਵੀ ਉਹਦੇ ਕੋਲੋਂ ਮਤਲਬ ਵੀ ਉਹਨੂੰ ਕਿਸੇ ਵਿਚੋਲੇ ਦੀ ਲੋੜ ਆ? ਚਾਚਾ ਜੀ ਕਈ ਵਾਰ ਪਤਾ ਕੀ ਹੁੰਦਾ, ਜਿੱਦਾਂ ਤੁਸੀਂ ਗੱਲ ਕਹੀ ਪਿੱਛੇ ਕਿ ਪਿੰਡ 'ਚ ਆਪਣੇ ਪਿੰਡ ਸਾਂਭੋ, ਹੁਣ ਕਈ ਵਾਰ ਕੋਈ NRI ਬਾਹਰੋਂ ਆਉਂਦਾ, ਹਾਂਜੀ, ਹੁਣ ਮੇਰੇ ਕੋਲ ਮੈਂ ਕੱਲ ਇੱਕ ਵੀਡੀਓ ਪਾਈ ਸੀ ਚਾਚਾ ਜੀ ਪੇਜ ਤੇ, ਆਪਣੇ ਉਹ ਦੇਖਿਓ। ਕਈ ਵਾਰ ਨਾ ਜਿਹੜਾ ਆਮ ਬੰਦਾ ਹੁੰਦਾ ਨਾ ਚਾਚਾ ਜੀ, ਡੋਨਰ ਜਿਹਨੇ ਡੋਨੇਸ਼ਨ ਕਰਨੀ ਹੁੰਦੀ ਹੈ, ਉਹ ਤੁਹਾਡੇ ਵਰਗਾ ਤੇ ਮੇਰੇ ਵਰਗਾ ਐਕਸਪੀਰੀਅੰਸ ਨਹੀਂ ਹੁੰਦਾ ਜ਼ਿੰਦਗੀ 'ਚ ਕਿ ਮਰੀਜ਼ ਫੇਕ ਵੀ ਹੁੰਦੇ ਆ ਜਾਂ ਚਾਲੂ ਵੀ ਹੁੰਦੇ ਆ ਜਾਂ ਝੂਠ ਵੀ ਬੋਲਦੇ ਆ। ਉਹ ਵਿਚਾਰਾ ਕਹਿੰਦਾ ਮੇਰਾ 50,000 ਰੁਪਇਆ 10 ਮਿੰਟਾਂ 'ਚ ਜਾਂ ਘੰਟੇ 'ਚ ਸੇਵਾ ਲੱਗ ਜਾਵੇ। ਉਹਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਜਾ ਕੇ ਮਰੀਜ਼ ਨੂੰ ਮਿਲੇ, ਉਹਦੇ ਘਰ ਜਾਵੇ, ਡਾਕਟਰ ਨੂੰ ਮਿਲੇ, ਬਾਰਗੇਨਿੰਗ ਕਰੇ, ਪੈਸੇ ਜਮ੍ਹਾਂ ਕਰਾਉਣ ਜਾਵੇ। ਤਾਂ ਉਹ ਸਾਨੂੰ ਕਹਿੰਦਾ ਕਿ ਤੁਸੀਂ ਮਰੀਜ਼ ਦੇ ਘਰ ਇਨਕੁਆਇਰੀਆਂ ਕਰਦੇ ਹੋ, ਸਾਡੇ ਕੋਲ ਇੱਕ ਮਰੀਜ਼ ਦੀ ਇਨਕੁਆਇਰੀ ਹੁੰਦੀ ਚਾਚਾ ਜੀ, ਘਰ ਦੀ, ਡਾਕਟਰ ਦੀ, ਰਿਪੋਰਟਾਂ ਦੀ, ਕਿਉਂ ਇਲਾਜ ਕਰਾ ਰਹੇ ਹੋ, ਇੱਥੋਂ ਕਿਉਂ ਕਰਾ ਰਹੇ ਹੋ, ਏਦਾਂ ਕਿਉਂ ਨਹੀਂ ਕਰਾ ਰਹੇ, ਆਹ ਦਵਾਈ ਕਿਉਂ ਦੇ ਰਹੇ ਹੋ। ਇਸ ਕਰਕੇ ਜਿਹੜਾ ਦਾਨ ਦੇਣ ਵਾਲਾ ਬੰਦਾ ਉਹ ਸਾਡਾ ਪਲੇਟਫਾਰਮ ਯੂਜ਼ ਕਰਦਾ ਹੈ, ਨਾ ਕਿ ਦਾਨ ਸਾਨੂੰ ਦੇਣ ਦੀ ਬਜਾਏ। ਠੀਕ ਹੈ ਜੀ। ਨਹੀਂ ਹੁਣ ਤੁਹਾਨੂੰ ਕੀ ਲੱਗਦਾ ਫਿਰ? ਤੁਸੀਂ ਇੰਨੀ ਗੱਲ ਦੱਸੋ ਨਾ ਵੀ ਤੁਹਾਨੂੰ ਕੀ ਲੱਗਦਾ ਵਾ ਵੀ ਜਿਹੜੀ ਮੈਂ ਗੱਲ ਕਰਦਾ ਵਾਂ ਉਹ ਗਲਤ ਵਾ? ਕਿਤੇ ਲੱਗਦਾ ਤੁਹਾਨੂੰ, ਕਿਤੇ ਲੱਗਦਾ ਵੀ ਜਿਹੜੀ ਗੱਲ ਮੈਂ ਕਰਦਾ ਸ਼ਾਇਦ ਤੁਹਾਨੂੰ ਕਿਤੇ ਗਲਤ ਲੱਗਦੀ ਹੋ? ਮੈਨੂੰ ਦੱਸੋ ਨਾ ਵੀ ਮੈਂ ਉੱਤੇ ਅੱਗੇ ਮੈਂ ਕੋਸ਼ਿਸ਼ ਕਰੂੰਗਾ ਉੱਤੇ ਸੁਧਾਰ ਕਰਨ ਦੀ। ਚਾਚਾ ਜੀ ਦੁਨੀਆ ਦੇ ਵਿੱਚ ਨਾ ਸਾਡੇ ਸਾਰਿਆਂ ਦਾ, ਜਿੰਨੇ ਵੀ ਦੁਨੀਆ 'ਚ ਲੋਕ ਜਿੰਦਾ ਨੇ, ਹਾਂਜੀ, ਕਿਸੇ ਦਾ ਵੀ ਫਿੰਗਰਪ੍ਰਿੰਟ ਨਹੀਂ ਮਿਲਦਾ।
ਫਿੰਗਰਪ੍ਰਿੰਟ ਸਭ ਦੇ ਅਲੱਗ-ਅਲੱਗ ਨੇ, ਸਭ ਦੀ ਸੋਚ ਵੀ ਅਲੱਗ-ਅਲੱਗ, ਸਭ ਦੇ ਵਿਚਾਰ ਅਲੱਗ-ਅਲੱਗ ਨੇ, ਸਭ ਦੇ ਮਕਸਦ ਅਲੱਗ-ਅਲੱਗ ਨੇ। ਮੇਰੇ ਸਿਰਫ ਲਾਈਵ ਕਰਨ ਦਾ ਮਤਲਬ ਇਹ ਸੀਗਾ ਕਿ ਕੱਲ ਨੂੰ ਮਹੀਨੇ ਬਾਅਦ 2 ਮਹੀਨਿਆਂ ਬਾਅਦ ਤੁਸੀਂ ਕੋਈ, ਜਿੱਦਾਂ ਹੁਣ ਤੁਹਾਡੇ ਮਨ 'ਚ ਸਵਾਲ ਸੀ ਕਿ ਨਾਮ ਕਿਉਂ ਬਦਲਿਆ, ਮੈਂ ਤੁਹਾਨੂੰ ਕਲੀਅਰ ਕਰਤਾ ਕਿ ਮੇਰੀ ਐਨਜੀਓ ਦਾ ਤਰੀਕਾ ਉਹੀ ਹੈ। ਨਾਮ ਬਦਲਣ ਦਾ ਸਿਰਫ ਕਾਰਨ ਸੀਗਾ ਕਿ ਵੀ ਡੂ ਨਾਟ ਬੋਲਣ 'ਚ ਵੱਡਾ ਹੈ, ਤੇ ਦੂਜਾ ਮੈਂ ਅਨਮੋਲ ਨਾਮ ਨਹੀਂ ਵਰਤਣਾ ਚਾਹੁੰਦਾ, ਕਿਉਂਕਿ ਐਨਜੀਓ 'ਚ ਕੰਮ ਜੇ ਸਾਰੇ ਕਰ ਰਹੇ ਨੇ, ਅਨਮੋਲ ਦੀ ਨਾਮ ਦੀ ਮਸ਼ਹੂਰੀ, ਅਨਮੋਲ ਨਾਮ ਕਿਉਂ ਆਵੇ। ਬਿਲਕੁਲ। ਜਿੱਦਾਂ ਤੁਹਾਡੇ ਮਨ 'ਚੋਂ ਡਾਊਟ ਸੀ ਨਾ, ਨਹੀਂ ਮੇਰੇ ਮਨ ਦੇ ਵਿੱਚ ਡਾਊਟ ਕੋਈ ਨਹੀਂ। ਮੈਨੂੰ ਤੇ ਕਿਸੇ ਬੰਦੇ ਨੇ ਮੈਂਸ਼ਨ ਕੀਤਾ ਤੇਰੀ ਪੋਸਟ ਦੇ ਉੱਤੇ ਵੀ ਬਾਈ ਤੁਹਾਡਾ ਨਾਂ ਲੈ ਕੇ ਉਹਨੇ ਕੀਤਾ ਵਾ, ਲਾਈਵ ਕੀਤਾ। ਮੈਂ ਤੇ ਤਦ ਕਰਕੇ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਵੀ ਮੇਰਾ ਤੇ ਇਹ ਮਸਲਾ ਵਾ ਵੀ ਜੇ 10 ਦੇ 10 ਭਰਾ ਹੀ ਮਤਲਬ ਵੀ ਆਪਣੀ ਜ਼ਿੰਮੇਵਾਰੀ ਸਮਝ ਲੈਣ ਤੇ ਫਿਰ ਵਿਚੋਲੇ ਦੀ ਲੋੜ ਕੀ ਆ। ਚਾਚਾ ਜੀ ਜਿਹੜੇ ਗੱਲ ਤੁਸੀਂ ਕਰ ਰਹੇ ਹੋ ਨਾ, ਇਹ ਹੋ ਸਕਦਾ ਆਉਣ ਵਾਲੇ ਟਾਈਮ 50 ਸਾਲਾਂ 'ਚ 500 ਸਾਲਾਂ 'ਚ ਪੋਸੀਬਲ ਨਹੀਂ ਹੋਣੀ। ਜਿਵੇਂ ਮੈਂ ਕਹਿ ਸਕਦਾ ਕਿ ਕਰਪਸ਼ਨ ਖਤਮ ਹੋ ਜਾਵੇ ਤਾਂ 5 ਸਾਲਾਂ 'ਚ ਹੋ ਜਾਏਗੀ। ਨਹੀਂ 5 ਸਾਲਾਂ 'ਚ ਗੱਲ ਕਰਪਸ਼ਨ ਦੀ ਨਹੀਂ ਗੀ, ਪਰ ਇਹਦਾ ਮਤਲਬ ਇਹ ਆ ਵੀ ਜੇ ਕਰਪਸ਼ਨ 5 ਸਾਲ 'ਚ ਨਹੀਂ ਖਤਮ ਹੋ ਰਹੀ ਤੇ ਫਿਰ ਸਾਨੂੰ 5 ਸਾਲ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਚਾਚਾ ਜੀ ਮੇਰੀ ਗੱਲ ਫਿਰ ਪਹਿਲੀ ਗੱਲ ਤੇ ਆ ਗਈ, ਜੇ ਮੈਂ ਕੁਰਸੀਆਂ ਇਕੱਠੀਆਂ ਕੀਤੀਆਂ ਸੀ ਇਸ ਉਮੀਦ 'ਚ ਕੀਤੀਆਂ ਸੀ ਸਰਕਾਰ ਕੰਮ ਕਰੇਗੀ। ਮੇਰੇ ਕੋਲ ਕੱਲ ਵੀ ਮਰੀਜ਼ ਆਇਆ, ਲਾਈਵ ਦੇਖ ਲਿਓ ਮੇਰਾ ਜਰੂਰ। ਉਹਦੇ 'ਚ ਸਰਕਾਰੀ ਹਸਪੀਟਲ ਦੇ ਡਾਕਟਰ ਨੇ ਦਵਾਈ ਲਿਖੀ ਮਰੀਜ਼ ਨੂੰ। 25 ਦਿਨ ਹੋ ਗਏ ਸਰਕਾਰ ਬਣੀ ਚਾਚਾ ਜੀ, ਠੀਕ ਹੈ, ਧਿਆਨ ਨਾਲ ਸੁਣਿਓ ਇਹ ਗੱਲ ਸਾਰੇ। ਹਾਂਜੀ 25 ਦਿਨ ਹੋ ਗਏ ਚਾਚਾ ਜੀ ਸਰਕਾਰ ਬਣੀ ਨੂੰ। ਇੱਕ ਡਾਕਟਰ ਨੂੰ ਮਰੀਜ਼ ਨੇ ਦਵਾਈ ਲਿਖ ਕੇ ਦਿੱਤੀਆਂ 8 ਦਵਾਈਆਂ। ਕੀ 8 ਦਵਾਈਆਂ ਸਰਕਾਰੀ ਹਸਪੀਟਲ ਦੇ ਅੰਦਰੋਂ ਜਾ ਕੇ ਲੈ ਲੈ। ਹਾਂਜੀ ਜਦੋਂ ਪਹਿਲੇ ਦਿਨ ਸਰਕਾਰ ਬਣੀ ਸੀ ਉਦੋਂ ਵੀ ਉਹ ਬੰਦਾ ਜਾ ਕੇ ਦਵਾਈ ਲੈਣ ਗਿਆ ਸੀ ਤੇ ਉਹਨੂੰ 8 ਦਵਾਈਆਂ ਦੇ ਵਿੱਚੋਂ ਸਿਰਫ 2 ਦਵਾਈਆਂ ਮਿਲੀਆਂ, ਬਾਕੀ 6 ਦਵਾਈਆਂ ਤੇ ਕਾਟਾ ਮਾਰਦਾ ਕਿ ਅੰਦਰ ਇਹ ਦਵਾਈ ਹੈ ਨਹੀਂ। ਠੀਕ ਹੈ ਜੀ। ਤੇ ਕੱਲ ਉਹ ਬੰਦਾ ਮੇਰੇ ਕੋਲ ਆਇਆ, ਲਾਈਵ ਵੀਡੀਓ ਦੇ ਵਿੱਚ ਮੈਂ ਦਿਖਾਈ ਪਰਚੀ, ਬੋਲਿਆ ਵੀ ਕਿ 8 ਦਵਾਈਆਂ ਡਾਕਟਰ ਨੇ ਫਿਰ ਲਿਖ ਕੇ ਦਿੱਤੀਆਂ, ਹੁਣ 8 ਹੀ ਹੈ ਨਹੀਂ ਅੰਦਰ। ਹਾਂਜੀ ਤਾਂ ਜਦੋਂ ਤੱਕ ਸਰਕਾਰ ਆਪਣਾ ਕੰਮ ਨਹੀਂ ਕਰਦੀ ਜਾਂ ਸਰਕਾਰ ਆਪਣੀ ਫਾਰਮ ਦੇ ਵਿੱਚ ਨਹੀਂ ਆਂਦੀ ਜਾਂ ਕੰਮ, ਉਦੋਂ ਤੱਕ ਉਹ ਬੰਦੇ ਜਿਹੜੇ ਮਰ ਰਹੇ ਨੇ ਬਿਨਾਂ ਦਵਾਈਆਂ ਤੋਂ, ਉਹਨਾਂ ਦਾ ਕੀ ਕੀਤਾ ਜਾਵੇ, ਹੱਲ ਦੱਸੋ। ਨਹੀਂ ਵੇਖੋ ਗੱਲਬਾਤ ਪਤਾ ਕੀ ਹੈ ਬਾਬਾ, ਵੇਖੋ ਜਿਹੜੀ ਗੱਲਬਾਤ ਤੁਸੀਂ ਸੋਚਦੇ ਹੋ, ਜੇ ਤੁਹਾਡਾ 2 ਸਾਲ ਦੇ ਵਿੱਚ ਵੀ ਜਿਹੜਾ ਵਾ ਉਹ ਮਤਲਬ ਵੀ ਤੁਹਾਡਾ ਸਿਸਟਮ ਨਹੀਂ ਸਮਝਦਾ, ਫਿਰ ਤੁਸੀਂ ਇਸ ਸਿਸਟਮ ਦੇ ਬਾਰੇ ਗੱਲਬਾਤ ਕਰੋਗੇ, ਬਾਤ ਚੁੱਕੋਗੇ ਇਹਦੇ ਬਾਰੇ। ਯਾਰ ਚਾਚਾ ਜੀ ਮੇਰੀ 7 ਸਾਲਾਂ 'ਚ ਕੋਈ ਵੀਡੀਓ ਤਾਂ ਦੱਸੋ ਜਿਹਦੇ 'ਚ ਮੈਂ ਸਰਕਾਰ, ਚਲੋ ਛੱਡੋ ਸਾਰੀ ਗੱਲਾਂ ਛੱਡੋ, ਜਿਹੜੇ ਹਸਪੀਟਲ ਦੇ ਵਿੱਚ ਮੈਂ ਬਹਿਨਾ, ਮੈਨੂੰ ਅੱਜ ਉਹਦੇ 'ਚੋਂ ਵੀ ਕੱਢਣ ਦੇ ਵਾਰੰਟ ਆ ਗਏ ਕਿ ਬਾਈ ਇੱਥੋਂ ਨਿਕਲਦਾ। ਕਾਰਨ ਸੁਣ ਲਓ ਹੁਣ। ਸਿਵਲ ਦੇ ਵਿੱਚ ਇੱਕ ਲੈਬ ਖੁੱਲੀ ਹੈ ਕ੍ਰਿਸ਼ਨਾ ਡਾਇਗਨੋਸਟਿਕ। ਹਾਂਜੀ ਉਹ ਪ੍ਰਾਈਵੇਟ ਦੇ ਨਾਲ ਸਰਕਾਰ ਦਾ ਮੇਲ ਹੋਇਆ। ਹਾਂਜੀ ਉਹਦੇ ਵਿੱਚ 12 ਰੁਪਏ ਦੇ ਵਿੱਚ ਚਾਚਾ ਜੀ ਬਲੱਡ ਟੈਸਟ ਹੁੰਦਾ, 12 ਰੁਪਏ ਦੇ ਵਿੱਚ। ਹਾਂਜੀ ਉਹੀ ਬਲੱਡ ਟੈਸਟ ਬਾਹਰ ਹੁੰਦਾ ਹੈ 400 ਰੁਪਏ ਦਾ, 500 ਰੁਪਏ ਦਾ। ਹਾਂਜੀ ਤਾਂ ਮੈਨੂੰ ਹੁਣ ਡਾਕਟਰ ਦਾ ਫੋਨ ਆਇਆ ਕਿ ਜੇ ਤੂੰ ਮਸ਼ਹੂਰੀ ਸਿਵਲ ਦੀ ਕਰਨੀ ਹੈ, ਤੂੰ ਲੈਬ ਉਹਦੀ ਮਸ਼ਹੂਰ ਕਰਨੀ ਹੈ, ਫਿਰ ਉੱਥੇ ਜਾ ਕੇ ਬਹਿ ਜਾ ਰਾਤ ਨੂੰ। ਹਾਂਜੀ ਤੇ ਜੇ ਮੈਂ ਸਿਸਟਮ ਦੇ ਖਿਲਾਫ ਬੋਲਦਾ ਹਾਂ ਚਾਚਾ ਜੀ, ਹਸਪੀਟਲਾਂ 'ਚ ਮੈਂ ਤਾਂ ਹੀ ਬੈਨ ਹੁੰਦਾ ਨਾ। ਨਹੀਂ ਸਿਸਟਮ ਦੇ ਖਿਲਾਫ ਵੇਖੋ ਗੱਲਬਾਤ ਪਤਾ ਕੀ ਆ, ਹੁਣ ਜਿੱਦਾਂ ਸਿਸਟਮ ਤੁਸੀਂ ਕਹਿੰਦੇ ਹੋ ਵੀ ਆਪ ਦੇ ਆਉਣ ਦੇ ਨਾਲ ਸਿਸਟਮ ਜਿਹੜਾ ਵਾ ਸੁਧਰ ਜੂਗਾ ਜਾਂ ਬਣ ਜੂਗੀ ਗੱਲਬਾਤ। ਜੇ 2 ਸਾਲ ਤੱਕ 3 ਸਾਲ ਤੱਕ ਚਾਚਾ ਜੀ ਮੈਂ ਉਮੀਦ ਕਰ ਰਿਹਾ, ਕਹਿ ਨਹੀਂ ਰਿਹਾ, ਮੈਂ ਉਮੀਦ ਕਰ ਰਿਹਾ ਕਿ ਬਦਲ ਜਾਏਗਾ, ਲੱਗ ਰਿਹਾ ਮੈਨੂੰ। ਪਰ 25 ਦਿਨ ਹੋ ਚੁੱਕੇ ਆ, ਮੈਨੂੰ ਕੋਈ ਸੁਧਾਰ ਨਹੀਂ ਨਜ਼ਰ ਆ ਰਿਹਾ। ਹਾਂਜੀ ਨਹੀਂ ਬਸ ਦਵਾਈ ਪਹਿਲੇ ਦਿਨ 2 ਨਹੀਂ ਮਿਲੀਆਂ, ਅੱਜ ਹੁਣ 1 ਵੀ ਨਹੀਂ ਮਿਲੀ। ਠੀਕ ਆ ਨਹੀਂ ਤੇ ਇੱਕ ਗੱਲ ਯਾਰ, ਇੱਕ ਤੇ ਆ ਪਤਾ ਨਹੀਂ ਤੇਰੇ ਬੰਦੇ ਸਪੋਰਟਰ ਕਹੀ ਜਾਣ ਡੇ ਆ ਵੀ ਬਘੇਲੇ ਨੂੰ ਗੱਲ ਨਹੀਂ ਆਉਂਦੀ। ਗੱਲ ਨਹੀਂ ਯਾਰ, ਹੁਣ ਮੈਂ ਤੈਨੂੰ ਗਾਲਾਂ ਕੱਢਾਂ ਜਾਂ ਕੁਛ ਮੈਂ ਮਤਲਬ ਵੀ ਰਫ ਬੋਲਾਂ ਜਾਂ ਤੈਨੂੰ ਤੇ ਫਿਰ ਗੱਲ ਮਤਲਬ ਵੀ ਆਉਂਦੀ। ਜੇ ਮੈਂ ਤੇਰੇ ਨਾਲ ਪਿਆਰ ਨਾਲ ਗੱਲ ਕਰਨ ਡਿਆ, ਇਹਨਾਂ ਨੂੰ ਇਹ ਵੀ ਨਹੀਂ ਪਚਣ ਡਈ ਯਾਰ। ਮੈਨੂੰ ਸੱਚ ਉਹ ਨਹੀਂ, ਮੈਂ ਤੇ ਆਪਣੇ ਬੰਦਿਆਂ ਨੇ, ਮੈਂ ਤੇ ਗੱਲ ਸੁਣ ਕੇ ਵਾਤਰੇ, ਮੈਂ ਤੇ ਸਿਰਫ ਅੱਜ ਤੇਰੇ ਲਾਈਵ ਦਾ ਕਰਕੇ ਤੈਨੂੰ ਨਾਲ ਲੈ ਕੇ ਆਇਆ ਹਾਂ ਵੀ ਆਪਾਂ ਗੱਲਬਾਤ ਕਰਨੀ ਆ। ਵੀ ਜੇ ਤੈਨੂੰ ਕਿਤੇ ਲੱਗਦਾ ਵੀ ਮੈਂ ਗਲਤ ਆ ਤੇ ਮੇਰੀ ਗਲਤੀ ਸਿਰਫ ਇਹੋ ਹੀ ਆ ਬਾਈ ਵੀ ਆਪਾਂ ਹੈਗੇ ਆ ਥੋੜੇ ਜਿਹੇ ਕੱਟੜ ਪ੍ਰਵਿਰਤੀ ਦੇ। ਚਾਚਾ ਜੀ ਮੇਰੀ ਤੁਹਾਡੀ ਗਲਤੀ ਪਤਾ ਕੀ ਮੇਰੇ ਹਿਸਾਬ ਨਾਲ? ਕੱਟੜ ਪ੍ਰਤੀ ਬੰਦਾ ਚਲੋ ਆਪਣੇ ਆਪਣੇ ਵਿਚਾਰ ਨੇ, ਮੈਂ ਉਹਦੇ ਤੇ ਨਹੀਂ ਬੋਲਦਾ। ਹਾਂਜੀ ਤੁਹਾਡੀ ਗਲਤੀ ਸਿਰਫ ਇਹ ਹੈ ਕਿ ਤੁਸੀਂ ਬੰਦੇ ਨੂੰ ਬਿਨਾ ਮਿਲੇ ਵਰਤੇ ਜਿਹੜੇ ਸਟੇਟਮੈਂਟ ਦੇ ਦਿੰਦੇ ਹੋ ਨਾ, ਹਾਂਜੀ ਉਹ ਗਲਤ ਹੈ ਬਸ। ਹੋਰ ਤੁਹਾਡੇ 'ਚ ਕੋਈ ਕਮੀ ਨਹੀਂ, ਤੁਸੀਂ ਵਧੀਆ ਬੋਲਦੇ ਹੋ, ਵਧੀਆ ਲੋਕਾਂ ਦੀ ਹੈਲਪ ਕਰਦੇ ਹੋ। ਵੇਖੋ ਸਟੇਟਮੈਂਟ ਦੀ ਗੱਲਬਾਤ ਆ ਕਵਤਰ, ਇੱਕ ਮਿੰਟ ਮੇਰੀ ਗੱਲ ਸੁਣੋ। ਸਟੇਟਮੈਂਟ ਦੀ ਗੱਲਬਾਤ ਆ ਵੀ ਜਾਂ ਤੇ ਹੋਵੇ ਨਾ ਜਾਂਚਿਆ ਪਰਖਿਆ ਨਾ ਹੋਵੇ ਬੰਦਾ। ਹੁਣ ਚਾਚਾ ਜੀ ਮੇਰੇ ਖਿਲਾਫ ਕਿਹੜਾ ਸਬੂਤ ਆ ਗਿਆ ਸੀ ਜਿਹੜਾ ਤੁਸੀਂ ਮੇਰੀ ਇੰਨੀ ਸੋਸ਼ਲ ਮੀਡੀਆ ਤੇ ਰਗੜੀ ਰੱਖਿਆ ਮੈਨੂੰ ਮਹੀਨਾ? ਨਹੀਂ ਉਹ ਕਈ ਪਤਾ
ਕਈ ਵਾਰੀ ਚਾਚਾ ਜੀ ਤੁਸੀਂ ਤਾਂ 7 ਸਮੁੰਦਰ ਪਾਰ ਬੈਠੇ ਹੋ। ਲੁਧਿਆਣੇ 'ਚ ਬੰਦਿਆਂ ਨੇ ਮੇਰਾ ਜਲੂਸ ਕੱਢਿਆ ਤੁਹਾਡਾ ਨਾਮ ਲੈ ਲੈ ਕੇ ਕਿ ਇਹਦੀ ਕਰੇਟਾ ਗੱਡੀ ਸਚਿਨ ਦੇ ਨਾਮ ਤੇ ਆ। ਮੇਰੇ ਪਿਓ ਦੇ ਨਾਮ ਤੇ ਮੇਰੀ ਗੱਡੀ ਹੈ। ਮੇਰੀ ਫਰਮ 1999 ਦੀ ਮੇਰੀ ਫਰਮ ਰਜਿਸਟਰਡ ਹੈ, ਉਦੋਂ ਜਦੋਂ ਮੈਂ 4 ਸਾਲ ਦਾ ਸੀ। ਚੱਲ ਇੱਕ ਗੱਲ ਤੇ ਮੇਰੀ ਗੱਲ ਸੁਣ, ਉਦੋਂ ਇੱਕ ਗੱਲ ਤੇ ਦੱਸ ਮਾੜੀ ਜੀ ਮੈਨੂੰ, ਉਹ ਸਚਿਨ ਕਿੱਥੇ ਗਿਆ? ਸੱਚ ਲੱਭਾ ਹੀ ਨਹੀਂ ਮੁੜ ਕੇ। ਚਾਚਾ ਜੀ ਫੇਰ ਉਹੀ ਗੱਲ, ਮੈਨੂੰ ਹੁਣ ਮੈਂ ਆਪਣੀ ਗੱਲਾਂ ਦਾ ਜਵਾਬ ਦਵਾਂ ਕਿ ਕਿਸੇ ਦੀ ਗੱਲਾਂ ਦਾ ਜਵਾਬ ਦਵਾਂ? ਮੇਰਾ ਲਾਈਫ ਮੇਰੇ ਕਰਕੇ ਆ। ਹੁਣ ਵੀ ਤੁਸੀਂ ਯਕੀਨ ਮੰਨੋ, ਤੁਸੀਂ ਮੰਨਣਾ ਨਹੀਂ, ਮੈਨੂੰ ਆਪਣੇ ਪੇਰੈਂਟਸ ਦੀ ਕਸਮ ਲੱਗੇ, ਹੁਣ ਵੀ ਮੈਂ ਗੱਡੀ 'ਚ ਬੈਠਾ ਬਾਹਰ ਤੇ ਅੰਦਰ ਐਸਪੀਓ ਬਰਾਏ ਸਾਹਿਬ ਵੇਟ ਕਰ ਰਹੇ ਨੇ, ਮੈਂ ਉਹਨਾਂ ਨੂੰ ਮਿਲਣਾ। ਸੋਚੋ ਤੁਹਾਡੀ ਕਿੰਨੀ ਤਵੱਜੋ ਹੈ। ਨਹੀਂ ਬਾਬਾ ਜੀ ਵੇਖੋ ਪਰ ਆਪਾਂ ਮੇਰੀ ਗੱਲ ਸੁਣ, ਪਤਾ ਗੱਲ ਕੀ, ਜੇ ਤੇ ਤੁਸੀਂ ਕੰਮ ਕਰਦੇ ਹੋ ਸਹੀ ਕਰੋਗੇ ਜਾਂ ਕਿਦਾਂ, ਤੇ ਆਪਾਂ ਵੀ ਭਾਈ ਐਪਰੀਸ਼ੀਏਟ ਕਰਾਂਗੇ। ਮੈਂ ਤੇ ਪਹਿਲਾਂ ਵੀ ਗੋਲਡੀ ਹੁਣ ਨੂੰ ਇੰਨੀ ਗੱਲ ਕਹੀ ਸੀ ਵੀ ਯਾਰ ਤੇ ਤੁਹਾਡੀ ਗਲਤੀ ਆ ਤੇ ਤੁਸੀਂ ਗਲਤੀ ਮੰਨ ਜੋ, ਤੇ ਆਪਾਂ ਇਸ ਗੱਲ ਨੂੰ ਵਧਾਈਏ ਹੀ ਨਾ ਕਦੀ ਵੀ। ਚਾਚਾ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਘਰੋਂ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਮੈਂ ਗਲਤੀ ਸਿਰਫ ਇੱਕ ਮੰਨ ਸਕਦਾ ਆਪਣੀ ਕਿ ਮੈਂ ਭੌਂਕੜ ਆ, ਬੋਲਣ ਦੀ ਅਕਲ ਮੈਨੂੰ ਥੋੜੀ ਜਿਹੀ ਘੱਟ ਹੈ। ਹੋਰ ਇਮਾਨਦਾਰੀ ਦੇ ਵਿੱਚ ਜੇ ਕੋਈ ਮੇਰੀ ਕਮੀ ਆ ਜਾਵੇ, ਜਾਂ ਮੈਂ 7 ਸਾਲਾਂ 'ਚ ਫੇਮ ਕਮਾਉਣਾ ਹੋਵੇ, ਇਲੈਕਸ਼ਨ ਲੜਨੇ ਹੋਣ, ਫਿਲਮਾਂ 'ਚ ਆਉਣਾ ਹੋਵੇ, ਉਹ ਗੱਲਾਂ ਸਾਰੀਆਂ ਬੇਤੁਕੀਆਂ ਯਾਰ। ਜੇ ਬੰਦਾ 7 ਸਾਲ ਆਪਣੀ ਜਵਾਨੀ ਦੇ ਲਾ ਚੁੱਕਾ ਹੈ, ਤੁਸੀਂ ਉਹਨੂੰ ਕਮੈਂਟ ਕਰ ਰਹੇ ਹੋ ਫੇਮ ਲਈ ਕਰ ਰਿਹਾ, ਤੇ ਫੇਮ ਲਈ ਤਾਂ ਸਾਰਿਆਂ ਦੇ ਦਰਵਾਜ਼ੇ ਖੁੱਲੇ ਨੇ। ਫੇਸਬੁੱਕ ਆਈਡੀਆਂ ਬਣਾਓ, ਫੇਮ ਖੱਟੋ। ਨਹੀਂ ਵੇਖੋ ਜਿਹੜੀ ਤੇਰੀ ਪਰਸਨਲ ਲਾਈਫ ਆ ਕਵਤਰਾ, ਉਹਦੇ ਤੇ ਸਾਡਾ ਕੋਈ ਅਧਿਕਾਰ ਨਹੀਂ ਨਾ ਹੈਗਾ। ਜਿਹੜਾ ਵੇਖੋ ਤੂੰ ਫਿਲਮਾਂ 'ਚ ਕੰਮ ਕਰ, ਤੂੰ ਐਕਟਿੰਗ ਕਰ, ਮਤਲਬ ਵੀ ਕਿਸੇ ਵੀ ਬੰਨੇ ਤੂੰ ਜਾ ਸਕਦਾ, ਉਹਦੇ ਤੇਰੀ ਪਰਸਨਲ ਲਾਈਫ ਆ ਨਾ, ਉੱਤੇ ਤੇ ਅਸੀਂ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਕੋਈ ਵੀ, ਹੈਨਾ। ਹੁਣ ਚਾਚਾ ਜੀ ਇੰਦੀ ਜੈਸਵਾਲ ਨੇ, ਉਹ ਬਾਈ ਨੇ ਇੰਨਾ ਬੋਲਿਆ ਲਾਈਵ 'ਚ, ਇਹਦਾ ਮੈਂ ਭੇਤ ਖੋਲੂੰਗਾ। ਉਹ ਬੰਦਾ ਬੈਠਾ 7 ਸਮੁੰਦਰਾਂ ਪਾਰ। ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇੰਨੇ ਸਾਲ ਹੋ ਗਏ ਚਾਚਾ ਜੀ ਮੈਨੂੰ ਰੋਜ਼ ਹਸਪੀਟਲ ਬਹਿੰਦੇ, ਇਹਨਾਂ ਦਾ ਕੋਈ ਯਾਰ ਦੋਸਤ ਮਿੱਤਰ ਉੱਥੇ ਆ ਕੇ ਕਿਉਂ ਨਹੀਂ ਮੇਰੇ ਨਾਲ ਬਹਿੰਦਾ ਕਿ ਯਾਰ ਏਦਾਂ ਤੈਨੂੰ ਫੜੀਏ ਹੁਣ ਲਾਈਵ ਆਪਾਂ। ਉਹ ਕਹਿੰਦਾ ਤੂੰ ਸੋਸ਼ਲ ਮੀਡੀਆ ਤੋਂ ਪੈਸੇ ਕਮਾਈ ਜਾਂਦਾ। ਉਹਨੂੰ ਪੁੱਛੋ ਕਿ ਕਿੰਨਾ ਸੌਖਾ ਤਰੀਕਾ ਚਾਚਾ ਜੀ, ਨਾਲ ਸੋਸ਼ਲ ਮੀਡੀਆ ਤੋਂ ਪੈਸੇ ਆ ਰਹੇ ਨੇ, ਨਾਲੇ ਮਰੀਜ਼ਾਂ ਦੀ ਹੈਲਪ ਹੋ ਰਹੀ ਹੈ, ਉਹਦੇ 'ਚ ਵੀ ਢਿੱਡ ਪੀੜ ਹੋ ਰਿਹਾ। ਨਹੀਂ ਉਹਦੇ ਵਿੱਚ ਮੈਂ ਤੇ ਕੋਈ ਗੱਲਬਾਤ ਨਹੀਂ ਕੀਤੀ ਵੀ ਤੂੰ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣਾ ਵਾ ਜਾਂ ਕਿੱਦਾਂ ਕਮਾਉਣਾ ਵਾ। ਉਹ ਤੇ ਤੇਰਾ ਐਫਰਟ ਆ ਨਾ, ਤੂੰ ਮਤਲਬ ਵੀ ਕਿੰਨਾ ਕਰਦਾ ਹਨਾ। ਹੁਣ ਜਿਹੜੀ ਗੱਲਬਾਤ ਆ ਨਾ, ਜਿੱਦਾਂ ਤੁਸੀਂ ਕਿਹਾ ਵੀ ਬਘੇਲਾ ਹੁਣੇ ਦੱਸਦੇ ਜਾਂ ਮੈਨੂੰ ਵੀ ਅਸੀਂ ਆ ਕੰਮ ਕਰੀਏ ਜਾਂ ਆਪਣਾ ਬੰਦਾ ਦੇ ਦਿਓ, ਸਾਡੇ ਵਿੱਚ ਬੰਦਾ ਫਿੱਟ ਕਰ ਦਿਓ ਕੋਈ ਆਪਣਾ, ਤੇ ਮੈਂ ਦੱਸ ਦੂੰਗਾ ਹਨਾ। ਵੇਖੋ ਪਹਿਲੀ ਤੇ ਗੱਲ ਆ ਵੀ ਮੇਰੇ ਕੋਲੋਂ ਕੋਈ ਵੀ ਬੰਦਾ ਪੱਕਾ ਨਹੀਂ ਮੈਂ ਰੱਖਿਆ, ਠੀਕ ਆ ਚਾਚਾ ਜੀ। ਉਹ ਗੱਲ ਦਾ ਮਤਲਬ ਪੱਕਾ ਕਿਉਂ ਸੀ? ਉਹ ਤੁਹਾਡੇ ਲਈ ਨਹੀਂ ਸੀ, ਸਾਰਿਆਂ ਲਈ ਸੀ। ਨਹੀਂ ਵੇਖੋ ਚਾਚਾ ਜੀ 10 ਬੰਦਿਆਂ ਨੇ ਮੇਰੇ ਖਿਲਾਫ ਵੀਡੀਓ ਪਾਈ, ਮੈਂ 4 ਤਾਂ ਨਾਮ ਲਿੱਤੇ, ਕੋਈ ਮੈਨੂੰ 4 ਯਾਦ ਸੀ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਕਵਤਰਾ, ਜਿਹੜੀ ਉਹਨਾਂ ਨੇ ਤੈਨੂੰ ਕੀ ਬੋਲਿਆ ਕੀ ਨਹੀਂ, ਪਰ ਤੈਨੂੰ ਮੇਰੇ ਬਾਰੇ ਬੋਲਿਆ ਜੋ ਮੈਂ ਤੈਨੂੰ ਦੱਸਦਾ। ਮੇਰਾ ਇੰਡੀਆ ਦੇ ਵਿੱਚ ਇੱਕ ਵੀ ਬੰਦਾ ਜਿਹੜਾ ਨਾ ਉਹ ਪੱਕਾ ਨਹੀਂ ਹੈਗਾ। ਉਹ ਕੀ ਮੈਂ ਕਿ ਮੇਰੇ ਕੰਮ ਕਰਾਉਣ ਦੀ, ਮੇਰੀ ਗੱਲ ਸੁਣੋ, ਮੇਰੇ ਕੰਮ ਕਰਾਉਣ ਦੀ ਮੈਂ ਤੁਹਾਡਾ ਭਤੀਜਾ ਨਹੀਂ ਬੈਠਾ। ਨਹੀਂ ਹਾਂ ਮੈਂ ਉਦਾਂ ਗੱਲ ਕਰਦਾ। ਵੇਖੋ ਮੇਰੀ ਗੱਲ ਸੁਣ, ਮੇਰੀ ਪਤਾ ਕੀ ਗੱਲਬਾਤ, ਮੈਂ ਪੋਸਟ ਪਾ ਕੇ ਪੁੱਛਦਾ ਹੁੰਨਾ ਕਈ ਵਾਰੀ ਵੀ ਫਲਾਨੇ ਇਲਾਕੇ ਦੇ ਵਿੱਚੋਂ ਬੰਦਾ ਕੌਣ ਹੈਗਾ, ਉੱਥੋਂ ਕੋਈ ਨਾ ਕੋਈ ਆਪਾਂ ਨੂੰ ਫੇਸਬੁੱਕ ਵਾਲਾ ਸੱਜਣ ਆਪਣਾ ਦੱਸ ਦਿੰਦਾ। ਉਸ ਬੰਦੇ ਨੂੰ ਹੀ ਮੈਂ ਜ਼ਿੰਮੇਵਾਰੀ ਦੇ ਦਿੰਦਾ ਵੀ ਭਾਈ ਐਸ ਘਰ ਦੀ ਜ਼ਿੰਮੇਵਾਰੀ ਤੇਰੀ, ਉਹ ਤੈਨੂੰ ਪੈਸੇ ਆਉਣੇ, ਤੂੰ ਪੈਸੇ ਮੈਨੂੰ ਦੁਕਾਨ ਵਾਲੇ ਦਾ ਅਕਾਊਂਟ ਨੰਬਰ ਲੈ ਦੇ, ਦੁਕਾਨਾਂ ਦੇ ਉੱਤੇ ਹੀ ਪੈਸੇ ਭੇਜਣੇ ਅਸੀਂ, ਉੱਥੋਂ ਬੰਦਾ ਸਮਾਨ ਚੁੱਕ ਕੇ ਐਂਡ ਦੇ ਉੱਤੇ ਉਹ ਬੰਦਾ ਪੂਰਾ ਕਰ ਦਿੰਦਾ। ਉਹਨੂੰ ਪੁੱਛੀਦਾ ਭਾਈ ਤੇਰਾ ਖਰਚਾ ਕਿੰਨਾ ਆਇਆ, ਜਾਣ ਦਾ ਆਉਣ ਦਾ, ਤੇਰਾ ਤੇਲ ਕਿੰਨੇ ਦਾ ਲੱਗਾ, ਤੂੰ ਰੋਟੀ ਕਿੱਥੋਂ ਖਾਧੀ, ਉਹ ਮੁੜ ਕੇ ਬਾਅਦ ਦੇ ਵਿੱਚ ਉਹਨੂੰ ਅਸੀਂ ਸਾਰਾ ਹਿਸਾਬ ਕਿਤਾਬ ਦੇ ਦਿੰਦਾ ਵੀ ਭਾਈ ਆਹ ਤੇਰਾ 10,000 ਖਰਚਾ ਹੋਇਆ, ਤੇਰਾ 15,000 ਖਰਚਾ ਹੋਇਆ, ਆਹ 15,000 ਤੇਰਾ, ਤੇ ਇੰਨੇ ਪੈਸੇ ਤੂੰ ਬਾਕੀ ਘਰਾਂ ਵਾਲਿਆਂ ਨੂੰ ਦੇ ਦੇਣੇ। ਚਾਚਾ ਜੀ ਤੁਹਾਨੂੰ ਇਸ ਕੰਮ ਲਈ ਸੌਖਾ ਕਰ ਦਿੰਦਾ। ਚਲੋ ਮੇਰੀ ਔਕਾਤ ਤਾਂ ਹੈ ਨਹੀਂ ਗੱਲ ਬੋਲਣ ਦੀ, ਛੋਟਾ ਮੂੰਹ ਬੜੀ ਬਾਤ। ਤੁਹਾਨੂੰ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ, ਪਰ ਚਲੋ ਤੁਸੀਂ ਜਿੱਦਾਂ ਦੇ ਹੈਗੇ ਹੋ ਤੁਸੀਂ ਹੈਲੋ, ਤੁਹਾਨੂੰ ਮੇਰੀ ਕਿਤੇ ਵੀ ਲੋੜ ਪਈ ਨਾ ਚਾਚਾ ਜੀ, ਕਿਤੇ ਵੀ ਲੋੜ ਪਈ ਮੇਰੀ, ਪੂਰੇ ਦੁਨੀਆ ਦੇ ਵਿੱਚੋਂ ਕਿਸੇ ਵੀ ਸ਼ਹਿਰ 'ਚ ਬੰਦਾ ਚਾਹੀਦਾ ਹੋਵੇ, ਕਿਤੇ ਕੋਈ ਤੁਹਾਡਾ ਕੰਮ ਅੜ ਜਾਵੇ, ਮੇਰਾ ਫੋਨ ਨੰਬਰ ਤੁਹਾਡੇ ਕੋਲ ਪਰਸਨਲ ਹੈਗਾ, ਜਦੋਂ ਮਰਜ਼ੀ ਮੈਸੇਜ ਪਾ ਦਿਓ, ਤੁਹਾਡਾ ਕੰਮ ਹੋ ਜਾਏਗਾ ਚਾਚਾ ਜੀ। ਮੈਂ ਕੋਈ ਤੇਲ ਦੇ ਪੈਸੇ ਨਹੀਂ ਲਵਾਂਗਾ, ਕੋਈ ਰੋਟੀ ਦੇ ਪੈਸੇ ਨਹੀਂ ਲਵਾਂਗਾ, ਸਾਰਾ ਕੁਝ ਆਪਣੀ ਜੇਬੋਂ ਲਾ ਕੇ ਉੱਥੇ ਜਾਊਂਗਾ ਜਾਂ ਆਪਣਾ ਮੁੰਡਾ ਭੇਜੂੰਗਾ। ਨਹੀਂ ਬਾਬੇ, ਉਹ ਤੇ ਚਲੋ ਤੁਹਾਡੀ ਚੜ੍ਹਦੀ ਕਲਾ ਵਾ। ਆਪਾਂ ਪਤਾ ਬਾਬਾ ਕੀ ਕਰਦੇ ਆ, ਸਾਡੇ ਕੋਲੋਂ ਨਾ ਕੁਝ ਬੰਦੇ ਜਿਹੜੇ ਹੈਗੇ ਆ ਨਾ, ਆਪਣੇ ਕੋਲੋਂ ਕੁਝ ਬੰਦੇ ਇਦਾਂ ਦੇ ਵੀ ਹੈਗੇ ਜਿਹੜੇ ਲੋੜਵੰਦ ਵਾ,
ਜਿਨ੍ਹਾਂ ਦੇ ਕੋਲੋਂ ਕੋਈ ਕੰਮ ਨਹੀਂ ਹੈਗਾ ਤੇ ਕਈ ਵਾਰੀ ਆਪਾਂ ਉਹਨਾਂ ਬੰਦਿਆਂ ਨੂੰ ਕਹਿ ਦਈਦਾ ਭਾਈ ਤੁਸੀਂ ਆਹ ਸਾਡਾ ਕੰਮ ਕਰੋ ਤੇ ਅਸੀਂ ਤੁਹਾਨੂੰ ਇਸ ਕੰਮ ਦਾ ਪੇ ਕਰ ਦਾਂਗੇ ਤੇ ਤੁਸੀਂ ਕੰਮ ਇੱਕ ਤੇ ਉਹਨਾਂ ਨੂੰ ਕੁਝ ਕਰਕੇ ਉਹ ਰੁਜ਼ਗਾਰ ਬਣਾ ਲੈਂਦੇ ਆ ਤੇ ਕੁਝ ਕਰਕੇ ਕੁਝ ਉਹਨਾਂ ਦੀ ਇਸ ਤਰੀਕੇ ਨਾਲ ਅਸੀਂ ਹੈਲਪ ਵੀ ਕਰ ਦਿੰਨੇ ਉਹਨਾਂ ਨੂੰ ਵੀ ਨਹੀਂ ਇੰਨੀ ਗੱਲ ਲੱਗਦੀ ਵੀ ਮੈਨੂੰ ਕਿਸੇ ਨੇ ਕਈ ਬੰਦੇ ਖੁਦਗਰਜ਼ ਜੇ ਖੁਦਦਾਰ ਜੇ ਹੁੰਦੇ ਆ ਉਹ ਬੰਦੇ ਇੰਨੀ ਗੱਲ ਕਹਿ ਦਿੰਦੇ ਹਾਂ ਵੀ ਉਹ ਕਹਿ ਦਿੰਦੇ ਵੀ ਅਸੀਂ ਪੈਸੇ ਅਸੀਂ ਕਈਆਂ ਬੰਦਿਆਂ ਨੂੰ ਪੁੱਛੀਦਾ ਆਪਣੇ ਸੱਜਣਾਂ ਨੂੰ ਵੀ ਆਹ ਯਾਰ ਪੈਸੇ ਇੰਨੇ ਤੁਹਾਨੂੰ ਭੇਜ ਦਿੰਨੇ ਤੈਨੂੰ ਲੋੜ ਤੇ ਉਹ ਕਹਿੰਦੇ ਨਹੀਂ ਯਾਰ ਅਸੀਂ ਚੰਗੇ ਨਹੀਂ ਲੱਗਦੇ ਤੇ ਉਹਨਾਂ ਕੋਲ ਫਿਰ ਨਾ ਕੋਈ ਕੰਮ ਕਰਵਾ ਲਈਦਾ ਤੇ ਗੱਲ ਚਾਚਾ ਜੀ ਬਹੁਤ ਵਧੀਆ ਗੱਲ ਹੈ ਪਰ ਫਿਰ ਵੀ ਜੇ ਕਿਤੇ ਮੇਰੀ ਲੋੜ ਪੈਂਦੀ ਹੈ ਕੋਈ ਸਵਾਲ ਹੁੰਦਾ ਤਾਂ ਮੈਨੂੰ WhatsApp ਰਿਕਾਰਡਿੰਗ ਪਾ ਦਿਆ ਕਰੋ 24 ਘੰਟਿਆਂ ਦੇ ਵਿੱਚ ਤੁਹਾਨੂੰ ਸਾਰੇ ਮੈਂ ਜਵਾਬ ਭੇਜ ਦਿਆ ਕਰੂੰਗਾ ਤੇ ਮੈਂ ਫਿਰ ਲਾਈਵ ਕੈਮਰੇ ਤੇ ਕਹਿਣਾ ਲਾਈਵ ਵੀਡੀਓ 'ਚ ਕਿ ਜਿੰਨੇ ਵੀ ਤੁਹਾਡੇ ਕੇਸ ਨੇ ਪੰਜਾਬ ਦੇ ਵਿੱਚ ਮੈਨੂੰ ਕੋਈ ਤੁਹਾਡੀ ਡੋਨੇਸ਼ਨ ਨਹੀਂ ਚਾਹੀਦੀ ਕੋਈ ਤੁਹਾਡੇ ਕੋਲ ਪੋਸਟ ਨਹੀਂ ਚਾਹੀਦੀ ਤੁਹਾਨੂੰ ਕੋਈ ਮੈਡੀਕਲੀ ਮੇਰੇ ਤੋਂ ਕੰਮ ਹੈ ਮੈਂ ਅਨਮੋਲ ਕੁਆਤਰਾ ਜਵਾਨ ਦਿੰਨਾ ਤੁਹਾਡੇ ਪੰਜਾਬ 'ਚ ਸਾਰੇ ਕੇਸ ਛੱਡ ਕੇ ਪਹਿਲਾਂ ਮੈਂ ਤੁਹਾਡੇ ਪਿੰਡਾਂ ਦੇ ਤੁਹਾਡੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੇ ਬੰਦਿਆਂ ਲਈ ਕੰਮ ਕਰਨਾ ਮੈਂ ਸਭ ਤੋਂ ਪਹਿਲਾਂ ਉਹਨਾਂ ਦੀ ਹੈਲਪ ਕਰਾਉਂਗਾ ਹਾਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਬਾਕੀ ਪਤਾ ਗੱਲ ਕੀ ਆ ਵੇਖ ਕਵਤਰੇ ਆਪਾਂ ਕੋਈ ਲੜਨ ਕਰਕੇ ਤੇਰੇ ਨਾਲ ਨਹੀਂ ਕੋਈ ਵੀ ਗੱਲਬਾਤ ਕੀਤੀ ਜਾਂ ਕੋਈ ਮੈਂ ਕਾਲ ਨਹੀਂ ਕੀਤੀ ਜਾਂ ਤੈਨੂੰ ਮਤਲਬ ਲੜਨ ਵਾਸਤੇ ਕੋਈ ਨਹੀਂ ਕੀਤੀ ਕੁਝ ਨਾ ਅਸਲ ਦੇ ਵਿੱਚ ਇਦਾਂ ਦੀ ਗੱਲਬਾਤ ਹੁੰਦੀ ਹੈ ਵੀ ਕੁਝ ਬੰਦੇ ਨਾ ਜਿਹੜੇ ਹੁੰਦੇ ਆ ਉਹਨਾਂ ਨੂੰ ਸਾਰਥਕ ਗੱਲਾਂ ਸੁਣਨ ਦੀ ਨਾ ਆਦਤ ਨਹੀਂ ਹੁੰਦੀ ਹਨਾ ਜਿੱਦਾਂ ਆਪਾਂ ਹੁਣ ਗੱਲਬਾਤ ਕਰਨ ਡਏ ਆ ਉਹ ਹੁੰਦਾ ਮੈਂ ਜਾਂ ਤੇ ਇਕੱਲਾ ਲਾਈਵ ਬੈਠਾ ਹੁੰਦਾ ਤੇ ਮੈਂ ਗਾਲਾਂ ਤੈਨੂੰ ਕੱਢੀ ਜਾਂਦਾ ਤੇ ਗਾਲਾਂ ਸ਼ਾਇਦ ਉਹਨਾਂ ਨੂੰ ਇਹੋ ਕੁਝ ਹੀ ਚੰਗਾ ਲੱਗਣਾ ਸੀ ਹਨਾ ਤੇ ਬਾਕੀ ਵੇਖੋ ਜਿੱਦਾਂ ਹੁਣ ਤੁਸੀਂ ਮੈਨੂੰ ਕਹਿੰਦੇ ਨਾ ਪੋਸਟ ਪਾਤੀ ਮੈਂ ਅੱਜ ਵੀ 2 ਪੋਸਟਾਂ ਪਾਈਆਂ ਸੀ ਤੇ ਗੱਲਬਾਤ ਇਦਾਂ ਕਿ ਜੇ ਤੁਸੀਂ ਮੈਨੂੰ ਪੁੱਛ ਲੈਂਦੇ ਵੀ ਹਾਂ ਵੀ ਚਾਚਾ ਆਹ ਗੱਲ ਆ ਮੈਂ ਆਹ ਕੰਮ ਕਰਨ ਲੱਗਾ ਵਾਂ ਤੇ ਹੋ ਸਕਦਾ ਮੇਰੀ ਗੱਲ ਸੁਣੋ ਕੱਲ ਚਾਚਾ ਜੀ ਪਤਾ ਹੀ ਚੱਕਰ ਹੈ ਮੈਂ ਕੱਲੇ ਜੇ ਤੁਹਾਡਾ ਨਾਮ ਲੈ ਕੇ ਪਾਈ ਹੋਵੇ ਨਾ ਫਿਰ ਮੈਂ ਗਲਤੀ ਮੰਨਦਾ ਮੈਂ ਸਾਰਿਆਂ ਨੂੰ ਕਿਹਾ ਕਿ ਮੇਰੇ ਖਿਲਾਫ ਜੇ 20 ਬੰਦਿਆਂ ਨੇ ਵੀਡੀਓਜ਼ ਤੁਹਾਨੂੰ ਵੀ ਪਤਾ ਚਾਚਾ ਜੀ ਮੇਰੇ ਖਿਲਾਫ ਸਿਸਟਮ ਚੱਲਦਾ ਰਹਿੰਦਾ ਮੇਰੀ ਨਾਲ ਦੀ ਗਲੀ ਚੋਂ ਚੱਲਦਾ ਰਹਿੰਦਾ ਤੁਸੀਂ ਦੱਸੋ ਤੁਸੀਂ ਤਾਂ ਚਲੋ ਅਮਰੀਕਾ ਬੈਠੇ ਹੋ ਮੇਰੀ ਨਾਲ ਦੀ ਗਲੀ ਵਾਲੇ ਮੇਰੇ ਖਿਲਾਫ ਪਾਉਂਦੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਭਰਾਵਾ ਤੁਸੀਂ ਤਾਂ 2 ਗਲੀਆਂ 'ਚ ਰਹਿੰਦੇ ਹੋ ਤੁਸੀਂ ਤਾਂ ਆਜੋ ਸ਼ਾਮ ਨੂੰ ਹੁਣ ਜੇ ਚਾਚਾ ਜੀ ਅੱਜ ਹੁੰਦੇ ਇੰਡੀਆ ਤਾਂ ਤੁਸੀਂ ਮੈਨੂੰ ਜ਼ਰੂਰ ਮਿਲਦੇ ਇੱਕ ਵਾਰੀ ਮਿਲਦੇ ਕਿ ਨਹੀਂ ਨਹੀਂ ਮਿਲਦੇ ਤਾਂ ਬਾਬਾ ਆਪਾਂ ਚਲੋ ਸਾਰਿਆਂ ਨੂੰ ਹੀ ਆਪਾਂ ਉੱਥੇ ਤੁਰੇ ਫਿਰੀਦਾ ਸੀ ਉੱਥੇ ਵੀ ਆਪਾਂ ਇੰਡੀਆ ਵੀ ਕਾਫੀ ਆਪਾਂ ਪਰਿਵਾਰਾਂ ਦੀਆਂ ਕੋਈ ਬੰਦਾ ਆਪਾਂ ਨੂੰ ਕਹਿੰਦਾ ਸੀ ਤਾਂ ਆਪਾਂ ਪਤਾ ਕਰਕੇ ਅਗਲੇ ਨੂੰ ਵੈਰੀਫਿਕੇਸ਼ਨ ਕਰਕੇ ਦਿੰਦੇ ਰਹੇ ਆ ਇੰਡੀਆ ਵੀ ਤੇ ਬਾਕੀ ਬਾਈ ਗੱਲਬਾਤ ਪਤਾ ਕੀ ਹੁੰਦੀ ਆ ਵੇਖੋ ਮੇਰਾ ਹੁਣ ਮੈਂ ਕਵਾਤਰਾ ਤੈਨੂੰ ਦੱਸਾਂ ਵੀ ਮੇਰਾ ਮਸਲਾ ਇਹ ਨਹੀਂ ਹੈਗਾ ਵੀ ਕੌਣ ਕਿੱਦਾਂ ਕੰਮ ਕਰਨ ਡਿਆ ਮੇਰੀ ਦੌੜ ਹੈਗੀ ਆ ਪਹਿਲੀ ਤੇ ਗੱਲ ਆ ਵੀ ਡੋਨਰਾਂ ਤੱਕ ਵੀ ਡੋਨਰ ਜਿਹੜਾ ਆਪਣਾ ਪੈਸਾ ਵਾ ਉਹ ਆਪਣੇ ਪਿੰਡਾਂ ਦੇ ਖਰਚ ਲੈਣ ਦੂਜੀ ਗੱਲਬਾਤ ਮੇਰਾ ਰੌਲਾ ਇਸ ਗੱਲ ਦਾ ਜ਼ਿਆਦਾ ਤੇ ਇਹਨਾਂ ਨਾਲ ਸ਼ੁਰੂ ਕੀਤੀ ਸੀ ਨਾ ਲੁਧਿਆਣਿਓਂ ਕੀਤੀ ਸੀ ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦਾ ਤੁਸੀਂ ਸਿਰਫ ਗੱਲਾਂ ਨਾਲ ਕਹਿ ਰਹੇ ਹੋ ਸਾਰਿਆਂ ਨੂੰ ਕਿ ਕਰੋ ਮੈਂ ਇਹਨੂੰ ਤੁਹਾਨੂੰ ਇਹਦੀ ਲਾਈਵ ਐਗਜ਼ਾਮਪਲ ਦਿੰਦਾ ਮੈਂ ਜਦੋਂ ਲੁਧਿਆਣਿਓਂ ਸ਼ੁਰੂ ਕੀਤੀ ਸੀ ਨਾ NGO ਹੁਣ ਪਹਿਲਾਂ ਹੀ ਤਾਂ ਮੈਂ ਮੇਰੇ ਕੋਲ ਇਹਨੇ ਬੰਦੇ ਨਹੀਂ ਸੀਗੇ ਕਿ ਮੈਂ ਗਲੀ ਮਹੱਲਾ ਬੰਦੇ ਬਿਠਾਦਾ ਆਪਣੇ ਹਨਾ ਕਿ ਲੈ ਵੀ ਤੂੰ ਬੰਦਾ ਇਸ ਮਹੱਲੇ ਦਾ ਤੂੰ ਆਪਣਾ ਮਹੱਲਾ ਸੰਭਾਲ ਤਾਂ ਮੈਂ ਹੌਲੀ ਕੰਮ ਕਰਨਾ ਸੀਗਾ ਨਾ ਤਾਂ ਮੈਂ ਸ਼ਹਿਰ ਵੰਡ ਲਏ ਮੈਂ ਲੁਧਿਆਣਾ ਮੈਂ ਸਾਂਭ ਰਿਹਾ ਮੋਗਾ ਆਸ਼ੂ ਵੀਰ ਸਾਂਭ ਰਿਹਾ ਈਸ਼ੂ ਦੁਰਾਹਾ ਸਾਂਭ ਰਿਹਾ ਉਹ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਜਿੱਦਾਂ ਹੁਣ ਸਾਰੇ ਸ਼ਹਿਰ ਵੰਡ ਲਏ ਕੱਲ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੌਲੀ ਗਲੀ ਵੰਡ ਦਾਂਗੇ ਮਹੱਲਾ ਵੰਡ ਦਾਂਗੇ ਤੁਹਾਡਾ ਇਹ ਵੀ ਜਿਹੜਾ ਉਹ ਗਿਲਾ ਸ਼ਿਕਵਾ ਵੀ ਦੂਰ ਕਰਾਂਗੇ ਟੈਨਸ਼ਨ ਨਾ ਲਓ ਹਾਂ ਨਹੀਂ ਬਿਲਕੁਲ ਗੱਲ ਤੇ ਵੇਖੋ ਇਦਾਂ ਨਾ ਹੁਣ ਜਿਹੜੇ ਰੌਲੇ ਦੀ ਗੱਲ ਆ ਨਾ ਅਨਮੋਲ ਮੈਂ ਰੌਲੇ ਦੀ ਗੱਲ ਕਰਦਾ ਵੀ ਜਿਹੜਾ ਆਪਣਾ ਰੌਲਾ ਚੱਲਦਾ ਰੌਲਾ ਬਾਈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਸਾਨੂੰ ਇਹੋ ਹੀ ਚਾਹੀਦਾ ਵੀ ਪਹਿਲਾਂ ਅਸੀਂ ਆਪਣੇ ਪੰਜਾਬ ਦੀ ਗੱਲਬਾਤ ਕਰੀਏ ਤੇ ਲਾਂਭ ਦੀ ਜਿਹੜੀ ਬਾਹਰ ਦੀ ਗੱਲਬਾਤ ਆ ਉਹ ਆਪਾਂ ਬਾਅਦ ਚ ਕਰੀਏ ਕਿਸੇ ਬੰਨੇ ਜੇ ਪੰਜਾਬੋਂ ਬਾਹਰ ਨੂੰ ਪਹਿਲ ਪੰਜਾਬ ਨੂੰ ਤੇ ਪੰਜਾਬ ਦੇ ਮੇਰੀ ਪਹਿਲ ਹੁਣ ਮੈਂ ਕੋਈ ਗੱਲਾਂ ਬੋਲ ਕੇ ਇੱਥੇ ਦੱਸ ਨਹੀਂ ਸਕਦਾ ਕਿਉਂਕਿ ਲਾਈਵ ਆ ਤੁਹਾਡਾ ਤੁਹਾਨੂੰ ਉਹ ਵੀ ਦੱਸੂਗਾ ਇਕੱਲੇ ਚ ਕਿ ਮੇਰੀ ਪੰਜਾਬ ਨੂੰ ਆਪਣੇ ਲੋਕਾਂ ਨੂੰ ਕੀ ਪਹਿਲ ਹੈ ਕੀ ਦੂਲ ਹੈ ਕੀ ਦੀਲ ਹੈ ਹਨਾ ਕਿਉਂਕਿ ਫਿਰ ਮੈਂ ਤੇ ਹੋਰ ਕੋਈ ਚਾਚਾ ਜੀ ਗੱਲ ਤਾਂ ਨਹੀਂ ਮੈਂ ਮਾੜਾ ਜਿਹਾ ਮੇਲਾ ਮੈਨੂੰ ਵਿੱਚ 25 ਮਿਸ ਕਾਲਾਂ ਆ ਗਈਆਂ ਮੈਂ ਮਾੜਾ ਜਿਹਾ ਕਰ ਲਾਂ ਨਹੀਂ ਕੋਈ ਗੱਲ ਨਹੀਂ ਤੁਸੀਂ ਜਾਓ ਹੁਣ ਕੋਈ ਗੱਲ ਨਹੀਂ ਬਾਬੇ ਬਾਕੀ ਇਹੋ ਹੀ ਆ ਭਰਾ ਮੇਰੇ ਬਸ ਅਸੀਂ ਤੇ ਇੱਕੋ ਹੀ ਗੱਲ ਆਨੇ ਆ ਵੀ ਜੇ ਕੋਈ ਤੁਹਾਡੇ ਕੋਲੋਂ ਬੰਦਾ ਆਉਂਦਾ ਵਾ ਤੇ ਬਿਨਾਂ ਹਰੇਕ ਬੰਦੇ ਦਾ ਕੋਈ ਵੀ ਤੁਸੀਂ ਕਰਨਾ ਪੱਖਪਾਤ ਤੋਂ ਬਿਨਾਂ ਭਾਵੇਂ ਤੁਹਾਨੂੰ ਜੇ ਵੈਰੀਫਿਕੇਸ਼ਨ ਤੁਹਾਡੀ ਹੁੰਦੀ ਤੇ ਉਹਦਾ ਬਿਨਾਂ ਪੱਖਪਾਤ ਤੋਂ ਕੰਮ ਕਰੋ ਤੇ ਕੰਮ ਪਹਿਲੀ ਗੱਲ ਤਾਂ ਤੁਹਾਨੂੰ ਪ੍ਰਾਇੋਰਟੀ ਜਦੋਂ ਤੱਕ ਮੇਰੇ ਸਾਹ ਨੇ 50 ਸਾਹ ਨੇ ਕਿ 5000 ਸਾਹ ਨੇ ਮੈਂ ਬਿਨਾਂ ਪਾਰਸ਼ੈਲਿਟੀ ਤੋਂ ਕੰਮ ਕਰਦਾ ਆਇਆ ਤਾਂ ਬਿਨਾਂ ਪਾਰਸ਼ੈਲਿਟੀ ਤੋਂ ਹੀ ਕਰੂੰਗਾ ਬਿਲਕੁਲ ਗੱਲ ਪਤਾ ਕੀ ਹੈ ਬਾਬਾ ਇਦਾਂ ਵਾ ਵੀ ਜਿਹੜੀ ਤੁਹਾਡੀ ਪ੍ਰਾਇੋਰਟੀ ਆ ਨਾ ਉਹ ਪਹਿਲਾਂ ਤੁਹਾਡੀ ਚਾਹੀਦੀ ਆ ਪੰਜਾਬੀਆਂ ਨੂੰ ਆਪਣਿਆਂ ਨੂੰ ਚਾਚਾ ਜੀ ਉਹ ਤਾਂ ਹੁਣ ਉੱਥੇ ਜਿਹੜਾ ਬੰਦਾ ਸਾਡੇ ਕੋਲ ਹੁਣ ਜੇ ਮੈਂ ਗੱਲ ਕਹਾਂ ਕਿ ਮੈਂ ਪ੍ਰਾਇੋਰਟੀ ਪਹਿਲਾਂ ਉਧਰ ਹੀ ਦਿੰਨਾ ਫਿਰ ਹੁਣ ਇਹ ਗੱਲ ਸਾਬਤ ਕਰਨ ਲਈ ਤਾਂ ਉੱਥੇ ਬੰਦਾ ਬੈਠਣਾ ਪੈਣਾ ਨਾ ਨਾਲ ਸਾਡੇ ਹਾਂਜੀ ਇਹ ਤਾਂ ਹੁਣ ਗੱਲਾਂ ਨਾਲ ਤਾਂ ਮੈਂ ਜੋ ਮਰਜ਼ੀ ਕਹੀ ਜਾਵਾਂ ਕਿ ਮੈਂ ਦੁੱਧ ਦਾ ਧੁਲਿਆ
ਸਾਰਿਆਂ ਨੇ ਲਾਈਵ ਸੁਣਨ ਵਾਲਿਆਂ ਦਾ ਮੰਨ ਨਹੀਂ ਲੈਣਾ, ਉਹਨਾਂ ਨੇ ਕਹਿਣਾ ਸਬੂਤ ਕੀ ਹੈ। ਤੁਹਾਡੇ ਦਿਲ 'ਚ ਵੀ ਹੋਊਗਾ ਕਿ ਤੂੰ ਪਹਿਲ ਪੰਜਾਬੀਆਂ ਨੂੰ ਦਿੰਦਾ, ਸਬੂਤ ਕੀ ਹੈ। ਉਹ ਸਬੂਤ ਤਾਂ ਹੀ ਦਿੱਤਾ ਜਾਊਗਾ ਕਿ ਉੱਥੇ ਬੰਦਾ ਸ਼ਾਮ ਨੂੰ ਮੇਰੇ ਕੋਲ 2 ਘੰਟੇ ਬੈਠੇ ਦੇਖੇ ਕਿ ਮੈਂ ਪਹਿਲ ਕਿਹਨੂੰ ਦਿੰਦਾ। ਹਾਂਜੀ ਨਹੀਂ, ਵਧੀਆ ਗੱਲ ਆ ਬਾਬੇ, ਕਰੋ ਕੰਮ। ਬਾਕੀ ਭਾਈ ਜੇ ਤੇ ਤੁਸੀਂ ਜਿਹੜਾ ਲਾਈਵ ਦੇ ਵਿੱਚ ਕੀਤਾ ਤੇ ਮੈਨੂੰ ਇਸ ਗੱਲ ਨਾਲ ਕਵਤਰਾ ਕੋਈ ਮਤਲਬ ਨਹੀਂ ਹੈਗਾ। ਤੁਸੀਂ ਰਜਿਸਟਰਡ ਕਰਾਉਂਦੇ ਹੋ, ਤੁਸੀਂ ਖੋਲਦੇ ਹੋ। ਹੁਣ ਆਪਾਂ ਤੇ ਜਿਹੜੇ ਹੁਣ ਪਨੀਤ ਹੋਣੀ, ਗੋਲਡੀ ਹੋਣੀ, ਦੂਜੇ ਆਪਣੇ ਮਨਦੀਪ ਹੋਣੀ ਦੁਬਾਰਾ ਲੱਗੇ ਆ ਕੰਮ ਕਰਨ। ਇਹ ਉਹੀ ਮਨਦੀਪ ਆ ਜਿਹਨੇ ਜੈਤੋ ਸਰਜੇ ਇਸ ਕਰਕੇ ਘਰ ਬਣਾਉਣ ਤੋਂ ਮਨਾ ਕਰ ਦਿੱਤਾ ਸੀ ਵੀ ਮੇਰੇ ਕੋਲੋਂ ਪੈਸੇ ਹੈ ਨਹੀਂ, ਤੇ ਮੁੜ ਕੇ ਬਾਅਦ ਦੇ ਵਿੱਚ ਮੋਰਚੇ ਦੇ ਵਿੱਚ ਆਣ ਕੇ 20 ਲੱਖ ਰੁਪਈਆ ਦੇ ਵੀ ਗਿਆ। ਕਹਿੰਦਾ ਇਹ ਮੇਰੇ ਕੋਲੋਂ ਸੰਗਤ ਦਾ ਪਿਆ ਸੀ ਤੇ ਮੈਂ ਸੰਗਤ ਵਾਲਿਆਂ ਚੋਂ ਦੇ ਚੱਲਿਆ, ਹਨਾ। ਸੋ ਗੱਲਬਾਤ ਜਿੱਥੇ ਕਰਦਾ ਤੁਹਾਨੂੰ ਇਧਰੋਂ ਸਹੀ ਹੋ ਕੇ ਤੇ ਮਾਫੀ ਚਾਹਨਾ। ਠੀਕ ਆ, ਕੋਈ ਗੱਲ ਨਹੀਂ ਬਾਬੇ। ਓਕੇ ਹਾਂਜੀ ਬਾਬੇ, ਹੁਣ ਆ ਜੋ ਜਰਾ ਕ ਦੂਜਾ ਕੋਈ ਭਾਊ ਹੁਣ ਜਿਨ੍ਹਾਂ ਨੂੰ ਜਿਆਦੀ ਕੋਈ ਖੁਰਕ ਆਵਾਜ਼ ਉਹ ਤੁਹਾਡੀ ਭਾਸ਼ਾ ਦੇ ਵਿੱਚ ਗੱਲ ਕਰ ਲੈਂਦੇ ਆ ਬਾਈ। ਹੁਣ ਕਿਉਂਕਿ ਮੇਰਾ ਉਹਦੇ ਨਾਲ ਕੋਈ ਰੌਲਾ ਤੇ ਇਦਾਂ ਦਾ ਹੈ ਨਹੀਂ ਸੀ। ਮੈਂ ਤੇ ਗੱਲਬਾਤ ਇਹੋ ਹੀ ਕਰਤੀ ਸੀ ਵੀ ਬਾਈ ਉਹਨੇ ਮੇਰਾ ਨਾਂ ਲੈ ਕੇ ਕੀਤੀ ਸੀ, ਵਾਇਰਲ ਕੀਤੀ ਸੀ ਤੇ ਸੋ ਇੱਕ ਵੀਡੀਓ ਬਣਾਈ ਸੀ ਤੇ ਮੈਂ ਕਿਹਾ ਚੱਲ ਜਵਾਬ ਦੇ ਦਈਏ। ਹੁਣ ਜਦੋਂ ਅਗਲਾ ਬੰਦਾ ਕੋਈ ਪਿਆਰ ਨਾਲ ਗੱਲਬਾਤ ਕਰਦਾ, ਤਰੀਕੇ ਨਾਲ ਗੱਲਬਾਤ ਕਰਦਾ, ਤੇ ਮੈਂ ਉਹਦੇ ਨਾਲ ਤਰੀਕੇ ਨਾਲ ਗੱਲਬਾਤ ਕਰਨ ਲੱਗਾ ਵਾਂ ਤੇ ਤੁਹਾਨੂੰ ਮਤਲਬ ਵੀ ਸ਼ਾਇਦ ਉਹ ਕੁਝ ਨਹੀਂ ਜੋ ਤੁਸੀਂ ਕਿਤੇ ਅਸੈਪਟ ਕੀਤਾ ਉਹ ਕੁਝ ਨਹੀਂ ਵੇਖਣ ਨੂੰ ਮਿਲਿਆ। ਤੇ ਗੱਲਬਾਤ ਭਾਊ ਜੀ ਇਹੋ ਹੀ ਆ ਵੀ ਆਪਣੇ ਕੋਲੋਂ ਗੱਲ ਹੁਣ ਉਹੀ ਗੱਲਬਾਤ ਹੁਣ ਫੇਰ ਖੜਦੀ ਆ ਕਿ ਆਪਾਂ ਨੂੰ ਸਿੱਖਾਂ ਲਈ ਕੰਮ ਕੀਤਾ ਚੰਗਾ ਲੱਗਦਾ, ਆਪਾਂ ਨੂੰ ਨਹੀਂ ਹੋਰ ਕਿਸੇ ਕਮਿਊਨਿਟੀ ਲਈ ਕੰਮ ਕੀਤਾ ਚੰਗਾ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਉਹਦੇ ਕਾਰਨ ਬੜੇ ਆ। ਉਹਦੇ ਕਾਰਨ ਸਾਡੇ ਭਰਾਵਾਂ ਦੀ ਮੰਦੀ ਹਾਲ ਆ, ਉਹਦਾ ਕਰਕੇ ਆਪਾਂ ਰਵੀ ਦਿਵਾਲੇ ਹੋਏ ਆ। ਤੇ ਨਾ ਤੇ ਜਿੱਦਣ ਬਾਕੀ ਕੁਝ ਬੰਦੇ ਕਹਿੰਦੇ ਵੀ ਹਾਂ ਵੀ ਬਘੇਲੇ ਹੋਣੀ ਬੋਲਦੇ ਜਾਂ ਇਦਾਂ ਕਰਦੇ ਉਦਾਂ ਕਰਦੇ, ਤੇ ਜਿੱਦਣ ਬਘੇਲਾ ਟਰੱਕ ਦੀ ਸੀਟ ਤੋਂ ਉੱਠ ਕੇ ਤੇ ਦਫ਼ਤਰ ਕਿਤੇ ਬਹਿ ਜੂਗਾ ਬਣਾ ਕੇ ਵੀ ਲਿਆਓ ਪੈਸੇ ਦਿਓ ਤੇ ਮੈਂ ਅੱਗੇ ਲੋਕਾਂ ਨੂੰ ਦਿੰਨਾ ਵਾ, ਤੇ ਉਦਣ ਮੈਨੂੰ ਬੇਸ਼ੱਕ ਦੇ ਨਹੀਂ ਛਿੱਤਰ ਲਾ ਕੇ ਮਾਰ ਦਿਓ। ਪਰ ਜੇ ਮੈਂ ਕਮਾਈ ਕਰਕੇ ਜਾਂ ਮੇਰੀ ਟੀਮ ਜਿਹੜੀ ਆ ਉਹ ਕਮਾਈ ਕਰਕੇ ਜੇ ਆਪਣੇ ਦਸਵੰਧ ਦੇ ਵਿੱਚੋਂ ਕੰਮ ਕਰਦੀ ਆ ਤਾਂ ਫਿਰ ਤੁਹਾਨੂੰ ਹੱਕ ਨਹੀਂ ਬਣਦਾ ਵੀ ਤੁਸੀਂ ਗਲਤ ਮਲਤ ਬੋਲੋ ਕੁਝ ਵੀ। ਮੈਂ ਆਪਾਂ ਨੂੰ ਸੋ ਕੋਈ ਚੱਕਰ ਨਹੀਂ, ਇਹ ਗੋਲਡੀ ਹੋਣੀ ਵੀ ਆਪਣੇ ਪੰਜਾਬ ਦੇ ਹੀ ਬੰਦੇ ਆ। ਜੇ ਗਲਤ ਕਰਨਗੇ, ਕੋਈ ਵੀ ਗਲਤ ਕਰੂਗਾ ਜਿਹੜਾ ਪੰਜਾਬ ਪ੍ਰਤੀ ਜਾਂ ਆਪਣੇ ਲੋਕਾਂ ਪ੍ਰਤੀ ਜਿਹੜੇ ਆ ਉਹ ਨਾ ਸੁਹਿਰਦ ਹੋਣਗੇ, ਨਾ ਆਪਣੇ ਲੋਕਾਂ ਦੇ ਵਿੱਚ ਮਤਲਬ ਚੱਲਣਗੇ, ਤੇ ਫਿਰ ਉਹਨਾਂ ਦਾ ਵਿਰੋਧ ਬਣਦਾ। ਤੇ ਜੇ ਮੈਂ ਕੱਲ ਨੂੰ ਇਦਾਂ ਦਾ ਕੁਝ ਕਰਦਾ ਵਾਂ, ਮੈਂ ਜੇ ਇਦਾਂ ਦੀ ਕੋਈ ਗੱਲਬਾਤ ਕਰਦਾ ਵਾਂ ਵੀ ਤੁਹਾਨੂੰ ਲੱਗਦਾ ਵਾ ਵੀ ਮੈਂ ਗਲਤ ਕਰਨ ਡਿਆ ਜਾਂ ਆਪਣੇ ਭਰਾਵਾਂ ਦਾ ਹੱਕ ਮਾਰਨ ਡਿਆ ਵਾਂ ਜਾਂ ਆਪਣੇ ਭਰਾਵਾਂ ਦਾ ਦਸਵੰਧ ਕਿਤੇ ਗਲਤ ਤਰੀਕੇ ਨਾਲ ਵਰਤਣ ਡਿਆ, ਤਾਂ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਤੁਸੀਂ ਮੇਰੇ ਨਾਲ ਉਹੀ ਵਰਤਾਓ ਕਰੋ ਜਿਹੜਾ ਮੈਂ ਦੂਜੇ ਬੰਦਿਆਂ ਨਾਲ ਕਰਦਾ ਰਿਹਾ। ਸੋ ਜਿੰਨਾ ਚਿਰ ਅਸੀਂ 10 ਦੇ 10 ਜਿਹੜੀ ਗੱਲ ਮੈਂ ਕਵਾਤਰ ਨਾਲ ਵੀ ਉਹ ਗੱਲ ਕਰਕੇ ਹਟਿਆ ਕਿ ਸਾਨੂੰ 10 ਦੇ 10 ਨੂੰ ਰਿਸਪੌਂਸੀਬਲ ਬਣਨਾ ਪੈਣਾ। ਸਾਨੂੰ ਜੇ 10 ਦੇ ਵਿੱਚੋਂ 2 ਵੀ ਅਨਰਿਸਪੌਂਸੀਬਲ ਆ ਨਾ, ਤੇ ਉਹਨਾਂ ਬੰਦਿਆਂ ਨੂੰ ਸਮਝਾਉਣਾ ਪਊਗਾ ਵੀ ਬਾਈ ਜੀ ਜਿੱਦਾਂ ਤੁਸੀਂ ਕਮਾਈ ਕਰਦੇ ਹੋ, ਜਿੱਦਾਂ ਤੁਸੀਂ ਮਤਲਬ ਵੀ ਪੈਸੇ ਆਪਣੇ ਕਮਾਉਂਦੇ ਹੋ, ਤੁਹਾਨੂੰ ਤੁਹਾਨੂੰ ਇਦਾਂ ਹੀ ਪੈਸਾ ਜਿਹੜਾ ਵਾ ਤੁਹਾਨੂੰ ਭੇਜਣਾ ਵੀ ਚਾਹੀਦਾ ਪਰਿਵਾਰਾਂ ਤੱਕ। ਹੁਣ ਸਾਡੇ ਕੰਮ ਕਰਨ ਦਾ ਤਰੀਕਾ ਕੀ ਆ, ਸਾਰੇ ਜਿਹੜੀ ਮੇਰੀ ਟੀਮ ਆ ਉਹਨਾਂ ਸਾਰਿਆਂ ਨੂੰ ਕੰਮ ਕਰਨ ਦਾ ਤਰੀਕਾ ਪਤਾ ਵਾ। ਸਾਨੂੰ ਹੁਣ ਜਦੋਂ ਤੁਸੀਂ ਇੱਥੋਂ ਦਸਵੰਧ ਆਪਣਾ ਭੇਜਦੇ ਹੋ, ਕੋਈ ਵੀਡੀਓ ਵੇਖ ਕੇ ਭੇਜਦੇ ਹੋ, ਅਮਰ ਬੜਾ ਨਹੀਂ ਰਾਜੀਨਾਮਾ ਨਹੀਂ ਕੋਈ ਬਾਬੇ ਯਾਰ, ਇਹਨਾਂ ਨਾਲ ਕਿਤੇ ਆਪਣਾ ਕੋਈ ਵੱਟ ਦਾ ਰੌਲਾ ਵਾ ਕਿਤੇ। ਹਾਂਜੀ ਮੈਂ ਤੁਹਾਨੂੰ ਇੱਕ ਮਿੰਟ ਉਹ ਇਹ ਗੱਲ ਵੱਲ ਵੀ ਆਉਂਦੇ ਆ। ਵੇਖੋ ਗੱਲ ਪਤਾ ਕੀ ਹੈ ਬਾਬੇ, ਗੱਲ ਇੱਕ ਤਾਂ ਮੇਰਾ ਨਾ ਮੂਡ ਅੱਜ ਕੂਲ ਜਿਹਾ ਵਾ ਥੋੜਾ ਜਿਹਾ ਨਾ, ਮੈਨੂੰ ਛੁੱਟੀਆਂ ਮਿਲਣ ਵਾਲੀਆਂ 4-5 ਅਗਲੇ ਹਫਤੇ, ਤੇ ਮੈਂ ਥੋੜਾ ਜਿਹਾ ਮਤਲਬ ਵੀ ਖੁਸ਼ੀ ਜਿਹੇ ਦਾ ਮੂਡ ਵਾ ਇਸ ਕਰਕੇ। ਤੇ ਹਾਂਜੀ ਮੈਂ ਗੱਲਬਾਤ ਹੁਣ ਜਿਹੜੀ ਕਰਦੇ ਸੀ ਵੀ ਸਾਡੇ ਦਸਵੰਧ ਕੱਢਣ ਦਾ ਤਰੀਕਾ ਕੀ ਆ, ਵੀ ਅਸੀਂ ਪਹਿਲੀ ਤੇ ਗੱਲ ਆ ਵੀ ਕਿਸੇ ਬੰਦੇ ਨੂੰ ਕੰਪੈਲ ਨਹੀਂ ਕਰਦੇ ਆਪਣੀ ਟੀਮ ਦੇ ਵਿੱਚ ਵੀ ਤੂੰ ਇੰਨਾ ਦਸਵੰਧ ਕੱਢਣਾ ਵਾ। ਸਾਡੇ ਬੰਦੇ ਜਿਹੜੇ ਆ ਮਤਲਬ ਵੀ ਆਪਣੀ ਮਰਜ਼ੀ ਦੇ ਨਾਲ ਭਾਵੇਂ ਕੋਈ $10 ਕੱਢੇ, ਕੋਈ 20 ਕੱਢੇ, 100 ਕੱਢੇ, 500, 1500, 5000 ਵਾਲੇ ਵੀ ਹੈਗੇ ਬੰਦੇ ਵੀ ਜਿਹੜੇ $2-3 ਹਜ਼ਾਰ ਮਹੀਨੇ ਦਾ ਕੱਢ ਦਿੰਦੇ ਆ।
ਉਹਨਾਂ ਦੇ ਨਾਲ ਹੀ ਸਾਡਾ ਜਿਹੜਾ ਵਾ ਉਹ ਜਿਹੜੇ 2-4 ਬੰਦੇ ਆ ਤੇ ਉਹ ਮਤਲਬ ਵੀ ਕਰ ਦਿੰਦੇ ਆ ਮਦਦ ਇੰਨੀ ਕੁ ਵੀ 1 ਲੱਖ 2 ਲੱਖ ਦੀ ਉਹਨਾਂ ਦੀ ਡੋਨੇਸ਼ਨ ਮਹੀਨੇ ਦੀ ਹੈਗੀ ਆ। ਤੇ ਉਹਦੇ ਵਿੱਚ ਇਹ ਆ ਵੀ ਸਾਡੇ ਜਿਹੜੇ ਹੁਣ ਬੰਦੇ ਆ ਅਸੀਂ ਜਿੰਨੇ ਕੁ ਉਹਨਾਂ ਬੰਦਿਆਂ ਨੂੰ ਪਤਾ ਵਾ ਵੀ ਇਹ ਜਿਹੜਾ ਹਿਸਾਬ ਕਿਤਾਬ ਆ ਇਹ ਕਿੱਥੇ ਸੇਵਾ ਕਿਹੜਾ ਬੰਦਾ ਲੱਗਾ ਭੇਜਣ। ਹੁਣ ਜੇ ਅਸੀਂ ਪੋਸਟ ਪਾਈਏ ਕੋਈ, ਉਹ ਪੋਸਟ ਪਾ ਕੇ ਅਸੀਂ ਪੈਸਾ ਮੰਗੀਏ, ਮੰਨ ਲਓ ਜਿੱਦਾਂ ਇਹ ਗੋਲਡੀ ਹੋਣੀ ਜਾਂ ਪਨੀਤ ਹੋਣੀ ਜਾਂ ਮਨਦੀਪ ਹੋਣੀ ਕਰਦੇ ਆ, ਤੇ ਉਹਦੇ ਵਿੱਚ ਜਾਂ ਖਾਲਸਾ ਐਡ ਕੋਈ ਪ੍ਰੋਜੈਕਟ ਦੱਸਦੀ ਆ ਆਪਣਾ, ਤੇ ਉਹਦੇ ਵਿੱਚ ਜਦੋਂ ਪੈਸੇ ਭੇਜਦੇ ਤੁਹਾਨੂੰ ਤੇ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੰਨੇ ਕਿੰਨੇ ਹੋਰ ਪੈਸੇ ਭੇਜੇ ਆ। ਕਿਸੇ ਬੰਦੇ ਨੂੰ ਵੀ ਨਹੀਂ ਪਤਾ ਵੀ ਹੋਰ ਬੰਨਿਆਂ ਤੋਂ ਪੈਸੇ ਕਿੰਨੇ ਆਏ ਆ। ਉਹ ਫਿਰ ਇੱਥੇ ਆਣ ਕੇ ਘਪਲਾ ਹੋ ਜਾਂਦਾ। ਹੁਣ ਦੂਜੀ ਗੱਲਬਾਤ ਇਹ ਆ ਵੀ ਸਾਡਾ ਜਿਹੜਾ ਕੰਮ ਕਰਨ ਦਾ ਤਰੀਕਾ ਵਾ, ਜਿਹੜੀ ਅਸੀਂ ਗੱਲਬਾਤ ਕਹਿੰਦੇ ਵੀ ਤੁਸੀਂ ਬਣਾਓ ਟੀਮਾਂ ਬਣਾਓ, ਸਾਡੇ ਕੰਮ ਕਰਨ ਦਾ ਤਰੀਕਾ ਇਹ ਆ ਵੀ ਉਸ ਗਰੁੱਪ ਦੇ ਵਿੱਚ ਪੋਸਟ ਪੈਣੀ ਆ, ਉਹਦੇ ਵਿੱਚ ਦੱਸਿਆ ਜਾਣਾ ਵੀ ਆਹ ਕੰਮ ਆਇਆ ਵਾ, ਕਿੰਨੇ ਕਿੰਨੇ ਚੱਕਣਾ। ਹੁਣ ਸਾਡੇ 3 ਘਰ ਸ਼ੁਰੂ ਹੋਣੇ ਆ, ਇੱਕ ਅੱਜ ਸ਼ੁਰੂ ਹੋ ਗਿਆ, ਇੱਕ ਕੱਲ ਨੂੰ ਸ਼ੁਰੂ ਹੋਣਾ, ਇੱਕ 11 ਤਰੀਕ ਨੂੰ ਘਰ ਸ਼ੁਰੂ ਹੋਣਾ। ਹੁਣ ਉਹਨਾਂ ਘਰਾਂ ਦੇ ਵਿੱਚ ਸਾਡੇ ਬੰਦਿਆਂ ਨੂੰ ਕੀ ਆ ਵੀ ਸਾਡੇ ਮਤਲਬ ਜਿਹੜਾ ਹੁਣ ਠੱਕਰ ਸੰਧੂ ਵਾਲਾ ਘਰ ਬਣਿਆ, ਜਿੱਦਾਂ ਠੱਕਰ ਸੰਧੂ ਵਾਲਾ ਘਰ ਬਣਿਆ, ਉਹਦੇ ਵਿੱਚ ਸਾਡੇ 3 ਬੰਦਿਆਂ ਦਾ ਐਫਟ ਲੱਗਣਾ, ਸਰਪੰਚ ਦਾ, ਭੁਜੰਗ ਦਾ ਤੇ ਇੱਕ ਸਾਡੇ ਟੀਮ ਦਾ ਮੈਂਬਰ ਹੋਰ ਵਾ। ਉਹਨਾਂ 3 ਬੰਦਿਆਂ ਨੇ ਪੈਸੇ ਭੇਜਣੇ। ਸਾਰੇ ਬੰਦਿਆਂ ਨੂੰ ਪਤਾ ਵੀ ਉਹਨਾਂ 3 ਬੰਦਿਆਂ ਪੈਸੇ ਭੇਜੇ ਆ। ਕਿਸੇ ਵੀ ਚੌਥੇ ਬੰਦੇ ਨੇ ਉੱਥੇ ਪੈਸਾ ਨਹੀਂ ਭੇਜਣਾ। ਸਾਰਿਆਂ ਨੂੰ ਪਤਾ ਲੱਗ ਜਾਣਾ ਨਾ ਵੀ ਉਹਨੇ ਭੇਜਿਆ। ਹੁਣ ਜਿਹੜਾ ਸਾਡਾ ਅੰਮ੍ਰਿਤਸਰ ਵਾਲਾ ਕੁੜੀ ਵਾਲਾ ਮਕਾਨ ਸ਼ੁਰੂ ਹੋਇਆ, ਉਹਦੇ ਵਿੱਚ ਵੀ ਅਜੇ ਤੱਕ 3 ਬੰਦਿਆਂ ਪੈਸੇ ਭੇਜੇ ਆ। ਅਮਰਿੰਦਰ ਨੇ ਭੇਜੇ ਆ, ਗਗਨ ਨੇ ਭੇਜੇ ਆ, ਤੇ ਮੇਰੇ ਹਿਸਾਬ ਨਾਲ ਇੱਕ ਮੁੰਡਾ ਹੋਰ ਵਾ, ਉਹਨੇ ਭੇਜੇ ਆ, ਮੈਨੂੰ ਉਹਦਾ ਨਾਮ ਵਿਸਰ ਗਿਆ। ਉਹਨਾਂ ਬੰਦਿਆਂ ਨੂੰ ਪਤਾ ਵਾ ਵੀ ਹਾਂ ਵੀ ਇਹਨਾਂ 3 ਬੰਦਿਆਂ ਕਾਰਨ ਜਿਹੜਾ ਤੀਜਾ ਸਾਡਾ ਘਰ ਸ਼ੁਰੂ ਹੋਣਾ ਵਾ, ਉਹਦੀ ਸਾਡੀ ਟੀਮ ਦੀ ਜਿਹੜੀ ਓਹਾਇਓ ਵਾਲੀ ਟੀਮ ਆ, ਉਹਨਾਂ ਨੇ ਸਾਰਾ ਉਹਦਾ ਮਤਲਬ ਵੀ ਉਹਨਾਂ ਨੇ ਕਰਨਾ। ਉਹ ਜਾਣਨ ਜਿੰਨੇ ਉਹਨਾਂ ਪੈਸੇ ਇਕੱਠੇ ਕਰਨੇ। ਸਾਨੂੰ ਪਤਾ ਵੀ ਉਹਨਾਂ ਬੰਦਿਆਂ ਕਰਨੇ, ਸਾਡਾ ਕੋਈ ਹੈ ਨਹੀਂ। ਸਾਨੂੰ ਪਤਾ ਕਿੱਥੇ ਕਿੰਨੇ ਲੱਗਣ ਡਏ, ਕਿੰਨੇ ਹੋ ਰਹੇ ਸਾਨੂੰ। ਦੂਜੀ ਗੱਲਬਾਤ, ਅਸੀਂ ਪੈਸੇ ਜ਼ਿਆਦਾ ਇਕੱਠੇ ਨਹੀਂ ਕਰਦੇ। ਅਸੀਂ 2 ਜਾਂ 2.5 ਲੱਖ ਰੁਪਈਆ ਇੱਕ ਬੰਨੇ ਸਾਈਡ ਤੇ ਕਰਕੇ ਰੱਖਦੇ, ਪਰ ਐਮਰਜੈਂਸੀ ਲਈ ਕਿ ਕਿਸੇ ਸ਼ਹੀਦ ਪਰਿਵਾਰ ਦੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਹੋਰ ਨੂੰ ਲੋੜ ਪੈ ਜੇ ਤੇ ਉੱਥੇ ਸਾਨੂੰ ਐਮਰਜੈਂਸੀ ਭੇਜਣੀ ਪੈਣ। ਮਨਪ੍ਰੀਤ ਬਾਈ ਇਦਾਂ ਕਰ ਵੀ ਉਹ ਜਿਹੜਾ ਲੰਨ ਤੂੰ ਮੈਨੂੰ ਫੜਾਉਣ ਦੀ ਗੱਲ ਕਰਨ ਡਿਆ ਨਾ, ਉਹ ਲੰਨ ਫੜ ਕੇ ਤੇ ਆਪਣੀ ਭੈਣ ਦੇ ਘੂਸੇ 'ਚ ਦੇ ਦੇ, ਉੱਥੇ ਠੰਡ ਪਵੇ, ਕਿਉਂਕਿ ਉੱਥੇ ਜ਼ਿਆਦੀ ਲੋੜ ਆ ਵੀਰ। ਮੈਨੂੰ ਨਹੀਂ ਕੀ ਲੋੜ। ਕਵਾਤਰਾ ਤੁਹਾਨੂੰ ਪਸੰਦ ਆ, ਠੀਕ ਹੈ ਨਾ। ਉੱਥੇ ਵਧੀਆ, ਨਾਲੇ ਫੱਬਣਾ ਉੱਥੇ ਹੀ ਆ। ਮੇਰੇ ਹੱਥ ਦੇ ਨਾਲੋਂ ਉੱਥੇ ਜ਼ਿਆਦਾ ਵਧੀਆ ਲੱਗਣਾ ਵੀਰ। ਰੱਖ ਕੇ ਤੇ ਵੇਖ ਮਾੜਾ ਜਾ ਉੱਥੇ, ਨਾਲੇ ਤੇਰੀ ਭੈਣ ਖੁਸ਼ ਹੋ ਜਾਊਗੀ ਵੀ ਬਾਈ ਮੈਨੂੰ ਮੇਰੇ ਹੱਥ ਦੇ ਵਿੱਚ ਆਈ ਤੇ ਮੇਰੇ ਹੱਥ 'ਚ ਕਾਗਜ਼ ਆ ਕੇ ਜਾਂ ਉਹ ਆ ਗਿਆ ਚੀਜ਼, ਕੋਈ ਗੱਲਬਾਤ, ਠੀਕ ਹੈ ਨਾ। ਨਾਲੇ ਤੇਰੀ ਭੈਣ ਖੁਸ਼ ਹੋ ਜਾਊਗੀ। ਪਤਾ ਨਹੀਂ ਕਦੋਂ ਦੀ ਤਰਸੀ ਹੋਣੀ ਆ ਉਹ ਇਸ ਚੀਜ਼ ਨੂੰ। ਸੋ ਗੱਲਬਾਤ ਇਦਾਂ ਵਾ, ਅਸੀਂ ਟੀਮਾਂ ਬਣਾਉਣ ਤੇ ਬਾਬਾ ਜੀ ਇਸ ਕਰਕੇ ਜ਼ੋਰ ਦਿੰਦੇ ਆ ਵੀ ਟੀਮਾਂ ਬਣਾਓ, ਤੁਹਾਨੂੰ ਸਾਰਾ ਕੁਝ ਤੁਹਾਡੇ ਕਲੀਅਰ ਹੋਊਗਾ ਤੇ ਤੁਹਾਨੂੰ ਪਤਾ ਹੋਊਗਾ ਵੀ ਇਹ ਕਿੱਥੇ ਕਿੱਥੇ ਮਤਲਬ ਵੀ ਜਿੱਦਾਂ ਤੁਸੀਂ ਵਰਤਿਆ ਵਾ ਪੈਸਾ, ਕਿੱਦਾਂ ਆਇਆ ਵਾ ਤੁਹਾਡੇ ਕੋਲ। ਤੁਸੀਂ ਮਤਲਬ ਵੀ ਸੈਟੀਸਫਾਈ ਤੇ ਹੋਵੋਗੇ ਨਾ, ਤੁਹਾਨੂੰ ਪਤਾ ਤੇ ਹੋਊਗਾ ਨਾ ਵੀ ਕਿਸੇ ਨਾ ਕਿਸੇ ਬੰਨੇ ਮਤਲਬ ਵੀ ਸਾਡੇ ਕੋਲ ਗਲਤ ਨਹੀਂ ਕੋਈ ਕੰਮ ਹੋਇਆ। ਤੇ ਦੂਜੀ ਗੱਲਬਾਤ ਇਹ ਆ ਬਾਈ ਜੀ ਵੀ ਆਪਣੇ ਭਰਾਵਾਂ ਦੀ ਗੱਲਬਾਤ ਆਪਾਂ ਕਿਉਂ ਕਰਦੇ ਆ? ਆਪਣੇ ਭਰਾਵਾਂ ਦੀ ਗੱਲਬਾਤ ਅਸੀਂ ਇਹ ਕਰਕੇ ਕਰਦੇ ਆ ਵੀ ਸਾਡੇ ਬੰਦਿਆਂ ਦਾ ਬੜਾ ਬੁਰਾ ਹਾਲ ਆ ਯਾਰ। ਮੈਂ ਤੁਹਾਨੂੰ ਹੁਣ ਕਈ ਵਾਰੀ ਮੈਂ ਫੋਟੋਆਂ ਪਾਉਣ ਨੂੰ ਫਿਰਦਾ ਨਾ, ਪਰ ਆਈਡੀ ਬੰਦ ਹੋ ਜਾਂਦੀ, ਫਾਇਦਾ ਕੋਈ ਨਹੀਂ। ਤੇ ਉਹ ਆਈਡੀ ਬੰਦ ਹੋਣ ਦਾ ਕਰਕੇ ਮੁੜ ਕੇ ਤੁਹਾਡੇ ਤੱਕ ਰਾਬਤਾ ਨਹੀਂ ਰਹਿੰਦਾ। ਤੁਹਾਡਾ ਕਰਕੇ ਹੀ ਅਸੀਂ ਇੱਥੇ ਭੱਜੇ ਫਿਰਦੇ ਆ ਯਾਰ। ਜਿੰਨਾ ਹੁਣ ਆਪਾਂ ਨੂੰ ਤੁਹਾਡਾ ਆਸਰਾ ਵਾ, ਤੁਹਾਡੇ ਨਾਲ ਗੱਲਾਂ ਬਾਤਾਂ, ਆਪਾਂ ਇੱਥੇ ਆਉਨੇ ਆ ਗੱਲਬਾਤ ਕਰਨ, ਤੁਹਾਡੇ ਨਾਲ ਟਾਈਮ ਪਾਸ ਵਧੀਆ ਹੁੰਦਾ ਵਾ ਸਾਡਾ। ਬਹੁਤ ਸਾਰੇ ਭਰਾ ਆਪਣੇ ਨਾਲ ਜੁੜੇ ਆ, ਫੋਨ ਕਾਲਾਂ ਕਰਦੇ, ਕੁਝ ਲੱਗੇ ਰਹੀਦਾ ਵਾ, ਕੁਝ ਪੰਜਾਬ ਲਈ ਕੁਝ ਨਾ ਕੁਝ ਕਰਦੇ ਰਹੀਦਾ ਵਾ। ਆਪਾਂ ਆਪਣੇ ਭਰਾਵਾਂ ਦੀ ਕੰਮ ਕਰਦੇ ਆ। ਹਰ ਮਹੀਨੇ ਜਿੰਨਾ ਕੁ ਐਫਰਟ ਆਪਣੇ ਕੋਲ ਹੁੰਦਾ ਵਾ ਆਪਾਂ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਮਹਾਰਾਜ ਦੀ ਕਿਰਪਾ ਨਾਲ ਅਮਰੀਕਾ ਦੀ ਵਾਰੀ ਆਪਣੀ ਡੋਨੇਸ਼ਨ ਮੈਨੂੰ ਲੱਗਦਾ ਵੀ
14-15 ਲੱਖ ਦੇ ਕਰੀਬ ਚੱਲ ਜੂਗੀ, ਕਿਉਂਕਿ ਵਧੀਆ ਬੰਦਿਆਂ ਨੇ ਕੰਮ ਕੀਤਾ। ਜਿੰਨਾ ਬੰਦੇ ਕੰਮ ਕਰਦੇ ਉਹਨਾਂ ਜ਼ਿਆਦਾ ਦਸਵੰਧ ਵੀ ਉਹਨਾਂ ਵਧੀਆ ਕੱਢਦੇ ਆ। ਸੋ ਗੱਲਬਾਤ ਇਹੋ ਹੀ ਆ ਵੀ ਜਿਹੜੇ ਮੇਰੇ ਖਾਸ ਕਰ ਵੀਰ ਬਾਹਰ ਜੁੜੇ ਆ, ਜੇ ਬਾਹਰ ਬੈਠੇ ਆ, ਉਹ ਜੇ ਤੁਹਾਨੂੰ ਆਪਣੇ ਭਰਾਵਾਂ ਦੀ ਬਾਹ ਫੜਨ ਲੱਗਿਆ, ਜੇ ਕਿਤੇ ਤੁਹਾਨੂੰ ਤੰਗੀ ਪੇਸ਼ੀ ਆਉਂਦੀ, ਆਪਾਂ ਸਾਥ ਵੀ ਦੇਵਾਂਗੇ ਤੁਹਾਡਾ, ਠੀਕ ਹੈ ਜੀ। ਸੋ ਇੰਨੀਆਂ ਕੁ ਬੇਨਤੀਆਂ ਹੁੰਦੀਆਂ ਵਾ ਵੀ ਕਵਾਤਰੇ ਹੋਣਾ ਨਾਲ ਆਪਣਾ ਰੌਲਾ ਕੋਈ ਨਹੀਂ। ਕਵਾਤਰੇ ਨੇ ਆਪਣੇ ਦੇ ਗੱਲਬਾਤ ਆਪਣੇ ਨਾਲ ਕੀਤੀ ਸੀ, ਨਾ ਉਹਦੀ NGO ਖੋਲਣ ਨਾਲ ਆਪਾਂ ਨੂੰ ਪ੍ਰੋਬਲਮ ਆ, ਨਾ ਉਹਦੀ NGO ਜਿਹੜੀ ਆ ਆਪਾਂ ਨੂੰ ਬੰਦ ਕਰਾਉਣਾ ਚਾਹੁੰਦੇ ਆ। ਅਸੀਂ ਸਿਰਫ ਇਹੋ ਚਾਹੁੰਦੇ ਆ ਵੀ ਕੁਝ ਗੱਲਾਂ ਆਪਣੇ ਕੋਲ ਸਾਹਮਣੇ ਆਈਆਂ ਸੀ ਵੀ ਉਹਦੇ ਵਿੱਚ ਕਵਾਤਰੇ ਨੇ ਕੁਝ ਆਪਣੇ ਪਰਿਵਾਰ ਜੋੜ ਦਿੱਤੇ, ਤੋਂ ਮਤਲਬ ਵੀ ਮੋੜ ਦਿੱਤੇ ਸੀ ਪਰਿਵਾਰਾਂ ਨੂੰ। ਕੁਝ ਇੰਨੀ ਗੱਲ ਕਹਿਤੀ ਸੀ ਕਿ ਤੁਸੀਂ ਮਤਲਬ ਵੀ ਤੁਹਾਡੇ ਕੋਲ 2 ਏਕੜ ਜ਼ਮੀਨ ਹੈਗੀ ਜਾਂ ਕੁਝ, ਉਹਦਾ ਕਰਕੇ ਆਪਾਂ ਇਹਨੂੰ ਟਾਰਗੇਟ ਕੀਤਾ ਹੈ। ਤੇ ਸਾਹਮਣੇ ਕੀਤਾ ਸੀ ਯਾਰ, ਅਸੀਂ ਕੁਝ ਲੋਕ ਨਹੀਂ ਕੀਤਾ, ਠੀਕ ਹੈ ਨਾ ਜੀ। ਸੋ ਬਾਬਿਓ ਬਸ ਇੰਨੀਆਂ ਗੱਲਾਂ ਕਰਨੀਆਂ, ਚਲੋ ਨਾਲੇ ਤੁਹਾਡਾ ਟਾਈਮ ਪਾਸ ਹੋ ਗਿਆ, ਨਾਲੇ ਮੈਂ ਘੰਟਾ ਇੱਕ ਤੁਹਾਡੇ ਨਾਲ ਗੱਲਾਂ ਬਾਤਾਂ ਮਾਰ ਲਈਆਂ। ਆਪਣਾ ਮਨ ਤੋਂ ਹੋਰ ਥਾਂ ਹੋ ਜਾਂਦਾ, ਕਿਉਂਕਿ ਆਪਣੇ ਕੋਲ ਨਾ ਤਾਂ ਇੱਥੇ ਬਾਈ ਫੈਮਿਲੀ ਆ ਤੇ ਨਾ ਆਪਣਾ ਕੋਈ ਸੱਜਣਾ ਮੇਰਾ ਇੱਥੇ। ਤੇ ਕਿਤੇ 2-3 ਹਫ਼ਤੀ ਬਾਅਦ 20-25 ਦਿਨਾਂ ਬਾਅਦ ਗੁਰੂ ਘਰ ਚਲ ਜਾਈਦਾ, ਤੇ ਉੱਥੇ 4 ਸਿੰਘ ਮਿਲ ਪੈਂਦੇ ਆ ਤੇ ਗੱਲਾਂ ਬਾਤਾਂ ਮਾਰ ਲਈਦੀਆਂ। ਨਹੀਂ ਤੇ ਆਪਣੀ ਤੇ ਦੌੜੀ ਤੁਹਾਡੇ ਤੱਕ ਆ, ਆਪਣੇ ਟਰੱਕ ਹੀ ਆਪਣਾ ਹੈਗਾ, ਇਹਦੇ ਵਿੱਚ ਹੀ ਪੈ ਜਾਈਦਾ ਵਾ। ਮਨਪ੍ਰੀਤ ਗਿੱਲ, ਮੈਂ ਨਹੀਂ ਬਾਈ ਰੋਣ ਡਿਆ, ਮੈਨੂੰ ਨਾ ਅਸਲ ਦੇ ਵਿੱਚ ਗਿੱਲ ਸਾਹਿਬ ਤੁਹਾਡੀ ਭੈਣ ਦਾ ਵਿਛੋੜਾ ਹੀ ਮੈਨੂੰ ਮਤਲਬ ਵੀ ਇੰਨਾ ਲੱਗਾ ਵਾ ਨਾ, ਮੈਂ ਉਹਦੀ ਬਿਰਹੋਂ 'ਚ ਹੀ ਥੋੜਾ ਜਿਹਾ ਰੋਈ ਜਾਣ ਡਿਆ ਵੀਰੇ, ਠੀਕ ਹੈ ਨਾ। ਉਹ ਜਦੋਂ ਦੀ ਤੁਸੀਂ ਇੱਥੋਂ ਸੱਦ ਲਈ ਆ ਭੈਣ, ਜਦੋਂ ਮੇਰਾ ਜੀ ਨਹੀਂ ਲੱਗਦਾ। ਹਾਂ ਗੱਲ ਵਾ ਮਨਪ੍ਰੀਤ ਬਾਈ, ਉਹਨੂੰ ਭੇਜੋ ਤੇ ਮੈਂ ਰੋਣਾ ਚੁੱਪ ਕਰਾਂ। ਗੱਲ ਹੈ ਹੋਈ ਆ ਵੀ ਮੈਨੂੰ ਸਾਲਾ ਮੇਰੀ ਬਿਰਹੋਂ ਲੱਗੀ ਆ ਉਹਦੀ, ਹੋਰ ਨਹੀਂ ਕੋਈ ਗੱਲ। ਠੀਕ ਹੈ ਨਾ ਬਾਈ, ਤੇ ਤੁਸੀਂ ਇਦਾਂ ਕਰੋ, ਉਹਨੂੰ ਜ਼ਿਆਦਾ ਟਾਈਮ ਉੱਥੇ ਨਾ ਰੋਕ ਕੇ ਰੱਖੋ, ਉਹਨੂੰ ਭੇਜੋ ਇੱਥੇ। ਮੈਂ ਇਕੱਲਾ ਬੋਰ ਹੋ ਗਿਆ ਵਾਂ, ਮੈਂ ਤਾਂ ਇੱਥੇ ਖਿਡੌਣੇ ਨਾਲ ਖੇਡਦਾ ਫਿਰਦਾ ਬਾਈ, ਠੀਕ ਹੈ ਨਾ। ਰੋਣ ਮੈਂ ਹੋਰ ਮੈਨੂੰ ਰੋਣ ਕੋਈ ਨਹੀਂਗਾ ਚੜਿਆ। ਮੈਂ ਵੇਖ ਲਾ ਕਦੀ ਕਵਾਤਰੇ ਨਾਲ ਗੱਲਾਂ ਕਰਨਾ, ਕਦੀ ਤੁਸੀਂ ਆਪਣੀ ਭੈਣ ਨੂੰ ਭੇਜੋ ਤੇ ਉਹ ਮੇਰਾ ਦਿਲ ਲਾ ਕੇ ਰੱਖੇ ਇੱਥੇ, ਠੀਕ ਹੈ ਨਾ। ਤੇ ਬਾਕੀ ਤੇ ਫਿਰ ਤੁਹਾਨੂੰ ਪਤਾ ਹੀ ਆ, ਤੁਸੀਂ ਸੁਣਨੀ ਕੁਝ ਬੰਦੇ ਇਹੋ ਕੁਝ ਆਉਂਦੇ ਹੋ। ਤੁਹਾਨੂੰ ਭੈਣ ਦਿਓ ਯਾਰ ਉਹ ਇੰਨੀ ਵੀ ਨਹੀਂ ਅਕਲ ਹੈਗੀ ਵੀ ਤੁਸੀਂ ਸਾਲੇ ਕੋਈ ਗੱਲ, ਅਸੀਂ ਪਿਆਰ ਨਾਲ ਉਹਨਾਂ ਗੱਲਬਾਤ ਕੀਤੀ ਆ, ਜੇ ਮੈਂ ਉਹਨੂੰ 4 ਗਾਲਾਂ ਕੱਢ ਦਿੰਦਾ ਤੇ ਫਿਰ ਤੁਸੀਂ ਵਾਹ ਕਰਦੇ ਫਿਰਨਾ ਸੀ। ਉਹ ਵੀ ਆਪਣਾ ਹੀ ਬੰਦਾ ਯਾਰ, ਉਹਨਾਂ ਗੱਲਬਾਤ ਕੀਤੀ। ਵਿਚਾਰਕ ਮਤਭੇਦ ਆਪਣੇ ਹੁੰਦੇ ਹੀ ਆ ਬੰਦਿਆਂ ਦੇ ਨਾਲ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਆਪਾਂ ਰਫ ਬੋਲਣਾ ਜਾਂ ਗਾਲਾਂ ਕੱਢਣੀਆਂ ਜਾਂ ਕਿੱਦਾਂ ਵਾ। ਤੁਹਾਡੇ ਵਰਗੇ ਜਿਹੜੇ ਮਤਲਬ ਵੀ ਹੈਗੇ ਆ ਨਾ ਗਲਤ ਬੰਦੇ, ਤੁਸੀਂ ਭੈਣ ਚ ਬੋਲਣ ਲਈ ਗਾਲਾਂ ਕੱਢਣ ਲਈ ਮਜਬੂਰ ਕਰਦੇ ਹੋ ਯਾਰ। ਜੀ ਨਹੀਂ ਕਰਦਾ ਹੁੰਦਾ ਸਾਡਾ ਵੀ ਗਾਲਾਂ ਕੱਢਣ ਨੂੰ ਕਿਸੇ ਨੂੰ। ਪਹਿਲਾਂ ਗਾਲ ਤੁਸੀਂ ਕੱਢੋਗੇ ਤੇ ਬਾਈ ਫਿਰ ਸਾਨੂੰ ਕੱਢਣੀ ਪੈ ਜਾਂਦੀ, ਕੀ ਕਰੀਏ ਹੁਣ। ਮੈਂ ਤਾਂ ਨਹੀਂ ਕਿਸੇ ਨੂੰ ਪਹਿਲਾਂ ਗਾਲ ਕੱਢੀ। ਹੁਣ ਤੁਸੀਂ ਮੇਰੇ ਹੱਥ ਦੇ ਵਿੱਚ ਕੋਈ ਸਮਾਨ ਫੜਾਉਣ ਦੀ ਗੱਲਬਾਤ ਕਰਨ ਡਏ ਹੋ ਤੇ ਮੈਂ ਤਾਂ ਫਿਰ ਕਹੂੰਗਾ ਭਾਈ ਮੈਨੂੰ ਨਹੀਂ ਚਾਹੀਦਾ, ਆਪਣੀ ਭੈਣ ਨੂੰ ਫੜਾ ਦਿਓ। ਤੇ ਫਿਰ ਇਹ 'ਚ ਮੇਰਾ ਕੀ ਕਸੂਰ ਹੈ ਯਾਰ, ਮੈਂ ਨਹੀਂ ਫੜ ਸਕਦਾ ਉਹ ਚੀਜ਼। ਤੁਸੀਂ ਜੇ ਤੁਹਾਨੂੰ ਉਹ ਚੀਜ਼ ਨਾਲ ਇੰਨਾ ਪਿਆਰ ਆ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਦਿਓ ਹਾਂ ਕਿਸੇ ਨੂੰ। ਤੁਸੀਂ ਭੈਣ ਚੋਦ ਉਹਨੂੰ ਫੜ ਕੇ ਮੇਰੇ ਮਗਰ ਕਿਉਂ ਲਈ ਫਿਰਨ ਡਏ ਹੋ? ਸੋ ਵੀਰ, ਜੇ ਉਹ ਤੇਰੇ ਮੂੰਹ ਦੇ ਵਿੱਚ ਬੜੀ ਸੋਹਣੀ ਲੱਗਦੀ ਹੈ ਚੀਜ਼, ਜਿੱਦਾਂ ਤੂੰ ਬੋਲਿਆ ਵਾ, ਜਾਂ ਤੇਰੇ ਹੱਥ ਨਾਲ ਜਿਹੜੇ ਹੱਥਾਂ ਨਾਲ ਤੂੰ ਲਿਖਿਆ ਵਾ ਉਹਨਾਂ ਹੱਥਾਂ ਦੇ ਵਿੱਚ ਵੀ ਬੜੀ ਸੋਹਣੀ ਲੱਗਦੀ ਆ, ਤੇ ਤੂੰ ਘਰੇ ਹੀ ਫੜਾ ਹਾਂ ਕਿਸੇ ਨੂੰ ਜੇ ਤੈਨੂੰ ਇੰਨਾ ਪਿਆਰ ਆ ਉਹ ਚੀਜ਼ ਦੇ ਨਾਲ। ਨਾਲੇ ਤੇਰੇ ਆਮਣੇ ਸਾਹਮਣੇ ਰਹੂਗੀ, ਤੇਰੇ ਟੱਬਰ ਦਾ ਕੋਈ ਜੀ ਹੱਥ 'ਚ ਫੜ ਕੇ ਤੁਰਿਆ ਫਿਰੂਗਾ ਤੇ ਉਹ ਤੇਰੀਆਂ ਅੱਖਾਂ ਸਾਹਮਣੇ ਵੀ ਰਹੂਗੀ। ਤੋ ਛੱਡੋ ਪਰ ਇਹ ਬਾਕੀ ਗੱਲਾਂ ਬਾਅਦ 'ਚ ਕਰਾਂਗੇ ਬਾਬਾ ਜੀ, ਤੇ ਫਿਰ ਕਰਦੇ ਆਂ ਗੱਲਬਾਤ। ਫਿਰ ਨਵੀਂ ਤਾਜੀ ਕੋਈ ਦੱਸਦੇ ਆ ਤੁਹਾਨੂੰ। ਉਧਰ ਰਵੀ ਸੋਂ ਬੜੀਆਂ ਚੀਕਾਂ ਮਾਰਨ ਡਿਆ ਵਾ, ਕਦੀ ਕਿਤੇ ਬਹਿ ਜਾਂਦਾ ਕਦੀ ਕਿਤੇ ਜਾਂਦਾ ਵਾ, ਤੇ ਯਾਰੇ ਵੱਜੇ ਪਏ ਆ। ਬਾਕੀ ਚੜ੍ਹਦੀਆਂ ਕਲਾਂ 'ਚ ਰਹੋ ਬਾਬਿਓ। ਗੱਲਬਾਤ ਚਲੋ ਆ ਕੋਈ ਇਹਦਾ ਕੋਈ ਲਾਈਵ ਦਾ ਕੋਈ ਏਡਾ ਵੱਡਾ ਮਨੋਰਥ ਤੇ ਹੈ ਨਹੀਂ। ਉਹਨੇ ਮੇਰੇ ਨਾਲ ਪਹਿਲਾਂ ਹੀ ਗੱਲਬਾਤ ਇੰਨੀ ਕੁ ਗੱਲਬਾਤ ਕੀਤੀ ਸੀ ਕਿ ਬਾਈ ਜੀ ਮੇਰੇ ਨਾਲ ਪਿਆਰ ਨਾਲ ਗੱਲਬਾਤ ਕਰਿਓ, ਤੇ ਆਪਾਂ ਉਹਦੇ ਨਾਲ ਪਿਆਰ ਨਾਲ ਗੱਲਬਾਤ ਕੀਤੀ ਆ। ਆਪਾਂ ਕੁਛ ਵੀ ਉਹਦੇ ਨਾਲ ਵੰਡਣਾ ਨਹੀਂ ਹੈਗਾ, ਨਾ ਮੇਰੀ ਉਹਦੇ ਨਾਲ ਜ਼ਮੀਨ ਸਾਂਝੀ ਆ ਤੇ ਨਾ ਮੇਰਾ ਕੋਈ ਉਹਨੇ ਬਿਜ਼ਨਸ ਨੱਪਿਆ ਵਾ। ਮੇਰਾ ਉਹਦੇ ਨਾਲ ਇੱਕ ਰੋਸ ਹੀ
ਵੀ ਉਹਨੇ ਮੇਰਾ ਨਾਂ ਕਿਉਂ ਲਿਆ ਵਾ ਤੇ ਉਹਨੇ ਮੈਨੂੰ ਇੰਨੀ ਗੱਲ ਦੱਸ ਦਿੱਤੀ ਆ। ਠੀਕ ਆ, ਇਹੋ ਗੱਲ ਹੀ। ਬਾਕੀ ਹੁਣ ਤੁਹਾਨੂੰ ਮਤਲਬ ਵੀ ਹੁੰਦਾ ਵਾ ਕਈ ਵਾਰੀ ਇਹਨਾਂ ਮਨਪ੍ਰੀਤ ਵਰਗਿਆਂ ਨੂੰ ਵੀ ਇਹਨਾਂ ਨੇ ਧੱਕੇ ਨਾਲ ਹੀ ਪੱਲਾ ਫੜਾਉਣਾ ਹੁੰਦਾ ਵਾ ਮੈਨੂੰ, ਤੇ ਮੈਂ ਔਖਾ ਵਾਂ ਯਾਰ, ਮੇਰੇ ਕੋਲ ਨਹੀਂ ਗੱਲ ਬਣਦੀ ਬਈ। ਮੈਂ ਉਦਾਂ ਵੀ ਇੱਕ ਬੁੱਢਾ ਹੋ ਗਿਆ ਵਾਂ, ਤੇ ਦੂਜੀ ਗੱਲ ਇਹ ਆ ਵੀ ਨਹੀਂ, ਮੇਰਾ ਵਿਚਾਰ ਨਹੀਂ ਹੈਗਾ ਕੋਈ। ਸੋ ਇਹਨਾਂ ਨੇ ਹੁਣ ਸਾਡੇ ਬੰਦਿਆਂ ਨੇ ਟਲਣਾ ਨਹੀਂਗਾ, ਤੇ ਸੋ ਮੈਨੂੰ ਸ਼ਾਇਦ ਲਾਈਵ ਜਿਹੜਾ ਇਹ ਡਿਲੀਟ ਵੀ ਕਰਨਾ ਪੈ ਜਾਏ, ਕਿਉਂਕਿ ਕਾਫੀ ਇਹਦੇ ਵਿੱਚ ਗੱਲਾਂ ਬਾਤਾਂ ਚੱਲ ਗਈਆਂ। ਤੇ ਬਾਕੀ ਚਲੋ ਮਿਲਦੇ ਆਂ ਬਾਬੇ, ਚੜ੍ਹਦੀ ਕਲਾ ਵਾ ਸਭ, ਮਹਾਰਾਜ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ, ਤੇ ਆਪਾਂ ਫਿਰ ਕਰਦੇ ਆਂ ਗੱਲਬਾਤ, ਕੋਈ ਗੱਲ ਨਹੀਂ। ਬਾਕੀ ਆ ਰਵੀ ਰੂਬੀ ਹੋਣਾ ਦਾ ਜਿਹੜਾ ਵਾ ਇਹ ਤੇ ਚੱਲਦਾ ਹੀ ਰਹਿਣਾ ਜਿੰਨਾ ਚਿਰ ਇਹ ਬੰਦੇ ਆਣ ਕੇ ਆਪਣੇ ਨਾਲ ਗੱਲਬਾਤ ਨਹੀਂ ਕਰਦੇ ਸਾਹਮਣੇ। ਠੀਕ ਹੈ ਜੀ, ਫਿਰ ਉਹਨਾਂ ਕੁ ਚਿਰ ਤੇ ਚੱਲਣਾ ਹੀ ਆ। ਇਹ ਨਾ ਤੇ ਲੋਕਾਂ ਨੂੰ ਗੱਡੀਆਂ ਦਿੱਤੀਆਂ ਮਤਲਬ ਵੀ ਗੱਲਬਾਤ ਬਣਨੀ ਆ, ਤੇ ਨਾ ਜਿਹੜਾ ਵਾ ਉਹ ਕਿਸੇ ਹੋਰ ਤਰੀਕੇ ਨਾਲ ਗੱਲਬਾਤ ਬਣਨੀ ਆ। ਹੋਰ ਬਾਕੀ ਧੰਨਵਾਦ ਬਾਈ ਕਵਾਤਰੇ ਦਾ, ਉਹ ਆਇਆ, ਉਹਨੇ ਜਿਹੜੀ ਗੱਲਬਾਤ ਕੀਤੀ ਵਧੀਆ ਕੀਤੀ। ਤੇ ਅਸੀਂ ਤੇ ਚਾਹੁੰਦੇ ਆ ਵੀ ਚਲੋ ਜੇ ਬੰਦੇ ਦੇ ਕੋਲੋਂ ਪਲੇਟਫਾਰਮ ਹੈਗਾ ਵਾ ਤੇ ਵਰਤਣ ਉਹ ਪੰਜਾਬ ਦੇ ਵਿੱਚ ਹੀ ਲੱਗਾ ਵਾ, ਤੇ ਪੰਜਾਬੀਆਂ ਦੀ ਵੱਧ ਤੋਂ ਵੱਧ ਮਦਦ ਕਰੇ। ਜਿਹੜਾ ਪੈਸਾ ਲੋਕਾਂ ਦਾ ਆਉਂਦਾ ਵਾ ਉਹਨੂੰ ਸਹੀ ਤਰੀਕੇ ਨਾਲ ਵਰਤੀ ਜਾਵੇ। ਸਾਨੂੰ ਕੀ ਇਤਰਾਜ਼ ਆ? ਕੋਈ ਇਤਰਾਜ਼ ਨਹੀਂ ਹੈਗਾ। ਆਪਣੇ ਜੇ ਪੰਜਾਬੀ ਭਰਾ ਦਾ ਕਿਸੇ ਦਾ ਇਲਾਜ ਹੋ ਜਾਏਗਾ ਤੇ ਵਧੀਆ ਗੱਲਬਾਤ ਆ। ਠੀਕ ਹੈ, ਚਲੋ ਚੜ੍ਹਦੀ ਕਲਾ ਬਾਬੇ, ਗੁੱਡ ਨਾਈਟ ਜੀ। ਸੋਹਣੀ ਹੁਣ ਫਿਰ ਸਵੇਰੇ ਦਗੜ ਲੱਗਣੀ ਹੈ, ਤੇ ਮਿਲਦੇ ਆ ਸਵੇਰੇ ਬਾਬੇ, ਚੜ੍ਹਦੀ ਕਲਾ ਜੀ।